ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਾਰਿਆਂ ਦਾ to everyone who's joined this discussion from the Panth Punjab project. The Panth Punjab project serves to facilitate critical discussion that analyze our current socio-political conditions and reflect on the future of our Sangharsh. Today's discussion is with Bhai Mandir Singh ji from Punjab. And it will be a discussion with a question and answer portion. ਜੇ ਤੁਹਾਡਾ ਕੋਈ ਸਵਾਲ ਹੈਗਾ ਆ ਪਲੀਜ਼ question and answer ਵਾਲਾ function ਉਹ ਵਰਤ ਲਓ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਹੁਣ ਵੀਰ ਜੀ ਤਲਜਿੰਦਰ ਸਿੰਘ ਤੁਹਾਡੇ ਵੱਲ ਹਾਂਜੀ ਅੱਜ ਆਪਣੇ ਨਾਲ ਪੰਜਾਬ ਤੋਂ ਨੇ ਭਾਈ ਮਨਤੀਰ ਸਿੰਘ ਜੀ ਜੋ ਕਿ ਨੌਜਵਾਨ ਪੰਥਕ ਸੇਵਾਦਾਰ ਹਨ ਜਿਨ੍ਹਾਂ ਨੇ 2 ਦਹਾਕਿਆਂ ਤੋਂ ਸਿੱਖ ਸੰਸਥਾਵਾਂ ਅਤੇ ਸੰਘਰਸ਼ ਕੌਮ ਦੇ ਸੰਘਰਸ਼ ਵਿੱਚ ਸੇਵਾ ਨਿਭਾਈ ਹੈ ਤੇ ਉਹ ਸੰਵਾਦ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਹਨ ਤੇ ਸੰਵਾਦ ਜੋ ਕਿ ਸਿੱਖਾਂ ਤੇ ਪੰਜਾਬ ਦੇ ਸੰਬੰਧ ਵਿੱਚ ਸਾਰਥਕ ਵਿਚਾਰ ਦਾ ਉੱਘਾ ਅਦਾਰਾ ਹੈ ਅਤੇ ਉਹ ਸ਼ੁਰੂ ਤੋਂ ਹੀ ਜਿੱਦਾਂ ਭਾਈ ਸਾਹਿਬ ਜੀ ਸ਼ੁਰੂ ਤੋਂ ਹੀ ਕਿਸਾਨ ਮੋਰਚੇ ਜੋ ਮੌਜੂਦਾ ਕਿਸਾਨ ਮੋਰਚਾ ਉਹਦੇ ਵਿੱਚ ਸਰਗਰਮ ਨੇ ਅਤੇ ਹਿੱਸਾ ਲੈ ਰਹੇ ਹਨ ਅਤੇ ਆਪਣੇ ਵਿਚਾਰ ਵੀ ਸੰਗਤਾਂ ਨਾਲ ਸਾਂਝੇ ਕਰ ਰਹੇ ਹਨ ਭਾਈ ਸਾਹਿਬ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਵੀ ਪਿਛਲੇ ਸਮੇਂ ਵਿੱਚ ਸੇਵਾ ਨਿਭਾਈ ਅਤੇ ਹਾਲ ਹੀ ਵਿੱਚ ਪੰਥ ਅਤੇ ਪੰਜਾਬ ਵਿੱਚ ਜ਼ਮੀਨੀ ਪੱਧਰ ਤੇ ਸਾਂਝੇ ਫੈਸਲੇ ਲੈਣ ਦੀਆਂ ਰਵਾਇਤਾਂ ਨੂੰ ਸੁਰਜੀਤ ਕਰਨ ਵਾਸਤੇ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਵੀ ਕਰ ਰਹੇ ਹਨ ਤੁਸੀਂ ਉਹਨਾਂ ਦੇ ਲੇਖ ਅਤੇ ਵਿਚਾਰ ਸਿੱਖ ਸਿਆਸਤ ਅਤੇ ਸੰਵਾਦ ਅਤੇ ਹੋਰ ਪੰਥਕ ਪਲੇਟਫਾਰਮਾਂ ਤੇ ਛਾਪਦੇ ਰਹਿੰਦੇ ਹੋ ਉੱਥੋਂ ਤੁਸੀਂ ਉਹਨਾਂ ਦੇ ਵਿਚਾਰ ਅਤੇ ਜੋ ਉਹਨਾਂ ਦੇ ਲੇਖ ਹਨ ਪੜ੍ਹ ਵੀ ਸਕਦੇ ਹੋ ਭਾਈ ਸ਼ਮਸ਼ੇਰ ਸਿੰਘ ਜੀ ਤੁਸੀਂ ਇੰਟਰੋਡਕਸ਼ਨ ਦਿਓ ਅੱਜ ਦੇ ਆਪਣੇ ਇਵੈਂਟ ਬਾਰੇ ਹਾਂਜੀ ਸੋ ਸਾਰੇ ਵੈਸੇ ਦੇਖ ਰਹੇ ਆ ਪਿਛਲੇ ਕੋਈ ਮਹੀਨਿਆਂ ਤੋਂ ਸੋ ਪਿਛਲੇ ਕਈ ਮਹੀਨਿਆਂ ਤੋਂ ਸਾਰੇ ਦੇਖਦੇ ਆ ਕਿ ਜੋ ਪੰਜਾਬ ਦੇ ਜੋ ਸੰਘਰਸ਼ ਹੋ ਰਿਹਾ ਹੈ ਕਿਸਾਨ ਅੰਦੋਲਨ ਹੋ ਰਿਹਾ ਆ ਲੱਗਦਾ ਵੀਰ ਜੀ ਤੁਸੀਂ 2 ਵਾਰੀ ਜੁਆਇਨ ਹੋ ਗਏ ਆ ਹਾਂਜੀ ਠੀਕ ਹੈ ਤੁਸੀਂ 2 ਵਾਰੀ ਜੁਆਇਨ ਹੋ ਗਏ ਤੁਸੀਂ ਉਹ ਫਿਗਰ ਆਊਟ ਕਰ ਲਓ ਕਿਹੜੀ ਰੱਖਣਾ ਹੈ ਇਨਵੀਟੇਸ਼ਨ ਸੋ ਪਿਛਲੇ ਮਹੀਨਿਆਂ ਤੋਂ ਸਾਰੇ ਜੁੜੇ ਹੋਏ ਆ ਪੰਜਾਬ ਦੇ ਨਾਲ ਸਾਰੇ ਸਿੱਖ ਜਗਤ ਦੀਆਂ ਨਿਗਾਹ ਤਾਂ ਨਜ਼ਰ ਪੰਜਾਬ ਦੇ ਉੱਤੇ ਆ ਕਿ ਸੰਘਰਸ਼ ਕਿੱਦਾਂ ਚੱਲ ਰਿਹਾ ਕਿੱਦਾਂ ਕਿਸਾਨ ਉੱਥੇ ਜਿਹੜੇ ਆਹ ਬਿੱਲ ਪਾਸ ਕੀਤੇ ਗਏ ਆ ਕਿੱਦਾਂ ਦਿੱਲੀ ਸਰਕਾਰ ਦੇ ਨਾਲ ਟਕਰਾ ਰਹੇ ਆ ਤਾਂ ਕਿੱਦਾਂ ਉਹ ਦਿੱਲੀ ਵੱਲ ਵੱਧ ਰਹੇ ਆ ਜਿੱਥੇ ਤੱਕ ਹੁਣ ਆਹ ਗੱਲ ਪਹੁੰਚ ਗਈ ਆ ਦਿੱਲੀ ਦੇ ਉੱਤੇ ਸਿੱਖਾਂ ਨੇ ਪੂਰਾ ਤਕਰੀਬਨ ਕਬਜ਼ਾ ਹੀ ਕਰ ਲਿਆ ਆ So ਇਹ ਅਸੀਂ Zoom series ਰਾਹੀਂ want to take a closer look at this struggle that's been unfolding in front of us for months now and understand the ਮੌਜੂਦਾ ਹਾਲਾਤ the immediate context and implications and ਭਵਿੱਖ ਵੱਲ ਨੂੰ ਰਾਹ so the path towards the future. People have been observing the Delhi Morcha have come to a widespread consensus that this movement will drastically impact the course of politics in the region and as a whole. So ਸਾਰੇ ਇਹ ਕਹਿ ਰਹੇ ਆ ਜਿਹੜੇ ਇਸ ਸੰਘਰਸ਼ ਨੂੰ ਦੇਖ ਰਹੇ ਆ ਕਿ ਹੁਣ ਜਿਹੜਾ ਸਾਊਥ ਏਸ਼ੀਆ ਦਾ ਨਕਸ਼ਾ ਆ ਸਿਆਸੀ ਤੌਰ ਦੇ ਉੱਤੇ ਸੋਸ਼ਲ ਤੌਰ ਦੇ ਉੱਤੇ ਹੁਣ ਉਹ ਗੱਲ ਉਹ ਨਹੀਂ ਰਹੀ ਬਹੁਤ ਵੱਡਾ ਬਦਲਾਅ ਇੱਕ ਆਇਆ ਆ ਸੋ ਅੱਜ ਦੇ ਵਿਚਾਰਾਂ ਦੇ ਵਿੱਚ ਅਸੀਂ ਇਹਨਾਂ ਗੱਲਾਂ ਦਾ ਥੋੜਾ ਬ੍ਰੇਕ ਡਾਊਨ ਕਰੂੰਗੇ ਤਾਂ ਇਹਨਾਂ ਬਦਲਾਅ ਤਾਂ ਹਾਲਾਤ ਦੇ ਬਾਰੇ ਪੰਜਾਬ ਦੇ ਵਿੱਚ ਅਸੀਂ ਗੱਲ ਕਰੂੰਗੇ ਤਾਂ ਅਸੀਂ ਭਾਈ ਮਨਤੀਰ ਸਿੰਘ ਦੇ ਨਾਲ ਗੁਰੂ ਖਾਲਸੇ ਪੰਥ ਦਾ ਕੀ ਰੋਲ ਆ ਸਾਊਥ ਏਸ਼ੀਆ ਦੇ ਵਿੱਚ ਜਦੋਂ ਅਸੀਂ ਖਾਲਸੇ ਦੀ ਬੋਲਬਾਲੇ ਦੀ ਗੱਲ ਕਰਦੇ ਆ ਤਾਂ ਪੂਰੇ ਜਗਤ ਦੇ ਵਿੱਚ ਕੀ ਹੁਣ ਖਾਲਸੇ ਦਾ ਰੋਲ ਰਹਿੰਦਾ ਆ ਤਾਂ ਕਿਹੜਾ ਸਾਨੂੰ ਐਕਸ਼ਨ ਲੈਣਾ ਚਾਹੀਦਾ ਆ ਸੋ ਹੁਣ ਵੀਰ ਤਲਜਿੰਦਰ ਸਿੰਘ ਜੀ ਬਾਤ ਭਾਈ ਸਾਹਿਬ ਜੀ ਤੁਹਾਡੇ ਲਈ ਇੱਕ ਜਿੱਦਾਂ ਆਪਾਂ ਦੇਖਿਆ ਪਿਛਲੇ 2 ਹਫ਼ਤਿਆਂ ਦੇ ਵਿੱਚ ਇੱਕ ਦਿੱਲੀ ਚਲੋ ਮਾਰਚ ਦੇ ਵਿੱਚ ਆਪਾਂ ਦੇਖਿਆ ਕਿ ਕਿੱਦਾਂ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਨੌਜਵਾਨੀ ਅਤੇ ਹੋਰ ਵੀ ਵਰਗ ਇਸ ਸੜਕਾਂ ਦੇ ਉੱਤੇ ਆ ਗਏ ਅਤੇ ਉਹਨਾਂ ਨੇ ਸਰਕਾਰ ਵੱਲੋਂ ਜਿੰਨੀਆਂ ਵੀ ਰੁਕਾਵਟਾਂ ਲਾਈਆਂ ਗਈਆਂ ਚਾਹੇ ਉਹ ਬੈਰੀਗੇਡ ਹੋਣ ਚਾਹੇ ਰਾਸਤਿਆਂ ਦੇ ਵਿੱਚ ਟੋਏ ਪੱਟੇ ਗਏ ਤਾਂ ਉਹ ਕਿੱਦਾਂ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੇ ਸਾਰੇ ਹੀ ਦੂਰ ਕਰਦੇ ਹੋਏ ਤਾਂ ਇੱਕ ਜਾ ਕੇ ਦਿੱਲੀ ਦੇ ਸਰਹੱਦ ਤੇ ਇੱਕ ਮੋਰਚਾ ਲਾ ਦਿੱਤਾ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਆਪਾਂ ਕਈ ਕਿਸਾਨ ਅੰਦੋਲਨ ਜਾਂ ਪੰਥਕ ਮੋਰਚੇ ਵੀ ਵੇਖੇ ਪਰ ਇਸ ਲਹਿਰ ਦੇ ਇੰਨਾ ਵਿਸ਼ਾਲ ਰੂਪ ਅਤੇ ਇੰਨੀ ਜਲਦੀ
ਕਿਵੇਂ ਲੈ ਲਿਆ, ਮਤਲਬ ਇਹ ਇੰਨੀ ਕਿੱਦਾਂ ਵੱਧ ਗਈ, ਤੇ ਇਹ ਜਿਹੜਾ ਲੋਕਾਂ ਦਾ ਗੁੱਸਾ ਜਾਂ ਦ੍ਰਿੜਤਾ, ਇੱਕ ਰੋਹ ਆ ਜਿਹੜਾ ਲੋਕਾਂ ਦਾ, ਕਿ ਵੀ ਅਸੀਂ ਹੁਣ ਇੱਥੋਂ ਜਿੱਤ ਕੇ ਹੀ ਵਾਪਸ ਜਾਣਾ, ਨਹੀਂ ਅਸੀਂ ਚਾਹੇ 6 ਮਹੀਨੇ ਲੱਗ ਜਾਣ, ਜਿੱਦਾਂ ਇੱਕ ਨਰੇਟਿਵ ਸਿਰਜਿਆ, ਚਾਹੇ ਸਾਲ ਲੱਗ ਜੇ, ਅਸੀਂ ਇੱਥੋਂ ਜਿੱਤੇ ਬਗੈਰ ਨਹੀਂ ਜਾਣਾ। ਤੁਸੀਂ ਇਹ ਸਭ ਨੂੰ ਕਿੱਦਾਂ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਸ ਤਰੀਕੇ ਦੇ ਨਾਲ ਵੀ ਪਿਛਲੇ 2 ਮਹੀਨੇ ਤੋਂ ਜਾਂ 2.5 ਮਹੀਨੇ ਤੋਂ ਕਹਿ ਲਓ, ਇਹ ਸਾਰੀ ਮੁਹਿੰਮ ਹੈ ਜਿਹੜੀ ਇਹ ਸੰਘਰਸ਼ ਦੀ ਦਰਜਾ ਬਦਰਜਾ ਜਿੱਥੇ ਅੱਜ ਪਹੁੰਚੀ ਹੈ ਨਾ, ਉਹਦੇ ਵਿੱਚ ਇੱਕ ਬੁਨਿਆਦੀ ਨੁਕਤਾ ਹੈਗਾ ਜਿਹੜਾ ਆਪਣੇ ਸਮਝਣ ਦਾ। ਉਹ ਇਹ ਆ ਕਿ ਪੰਜਾਬ ਦੇ ਲੋਕਾਂ ਨੇ ਕਹਿ ਲਓ, ਸਿੱਖਾਂ ਨੇ ਕਹਿ ਲਓ, ਕਿ ਇਹ ਜਿਹੜੇ 3 ਬਿੱਲ ਆਏ ਹੈ, ਇਹ 3 ਬਿੱਲਾਂ ਨੂੰ ਆਪਣੇ ਉੱਤੇ ਇੱਕ ਇਨਵੀਜ਼ਨ, ਇੱਕ ਬਾਹਰੀ ਹਮਲਾ ਸਮਝਿਆ ਹਨ। ਉਹਨੂੰ ਇੱਕ ਅਚੇਤਨ ਤੌਰ ਦੇ ਉੱਤੇ ਇੱਕ ਬਾਹਰੋਂ ਕਿਸੇ ਨੇ ਜਿਸ ਤਰੀਕੇ ਦੇ ਨਾਲ ਪਹਿਲਾਂ ਹਮਲਾਵਰ ਇੱਥੇ ਆਉਂਦੇ ਰਹੇ ਨਾ, ਉਹ ਹਮਲਾ ਕਰਦੇ ਰਹੇ, ਉਹਨਾਂ ਦੇ ਹਮਲੇ ਦੇ ਨਾਲ ਇਹ ਹੁੰਦਾ ਸੀਗਾ ਵੀ ਪੂਰੀ ਹੋਂਦ ਨੂੰ ਹੀ ਖਤਰਾ ਪੈ ਜਾਂਦਾ ਸੀਗਾ। ਤੁਹਾਡੀ ਸਾਰੀ ਅਣਖ ਤੋਂ ਲੈ ਕੇ ਤੁਹਾਡੇ ਮਾਲ ਅਸਮਾਨ ਤੱਕ ਆਰਥਿਕ ਤੌਰ ਦੇ ਉੱਤੇ ਹਰੇਕ ਤਰੀਕੇ ਦੇ ਨਾਲ ਤੁਹਾਡੀ ਸਾਰੀ ਜਿਹੜੀ ਕੁੱਲ ਹੋਂਦ ਹੈ ਉਹਨੂੰ ਖਤਰਾ ਹੋ ਜਾਂਦਾ ਸੀਗਾ। ਇਹ 3 ਬਿੱਲਾਂ ਨੂੰ ਪੰਜਾਬ ਦੇ ਲੋਕਾਂ ਨੇ ਉਸੇ ਤਰ੍ਹਾਂ ਹੀ ਲਿਆ ਵੀ ਜਿਸ ਤਰ੍ਹਾਂ ਕੋਈ ਬਾਹਰੀ ਹਮਲਾ ਹੋ ਗਿਆ ਤਾਂ, ਤੇ ਉਹਦਾ ਹੀ ਇਹ ਇੱਕ ਰਿਸਪੌਂਸ ਹੈ। ਜਿਸ ਤਰੀਕੇ ਦੇ ਨਾਲ ਇੱਥੇ ਕੱਲਾ ਕਿਸਾਨ ਹੀ ਨਹੀਂ ਪਹੁੰਚਿਆ, ਤੇ ਕੱਲਾ ਕਿਸਾਨ ਵੀ ਜਿਹੜਾ ਪਹੁੰਚਿਆ ਉਹ ਕੱਲੇ ਆਪਣੇ ਇਕਨੋਮਿਕ ਕੰਸਰਨਸ ਕਰਕੇ ਹੀ ਨਹੀਂ ਕੱਲਾ ਪਹੁੰਚਿਆ। ਕਿਸਾਨ ਵੀ ਇਹਨੂੰ ਆਪਣੇ ਉੱਤੇ ਇੱਕ ਬਾਹਰੀ ਹਮਲਾ ਜਿੱਦਾਂ ਕੋਈ ਦੂਜਾ ਮੁਲਕ ਕਰਦਾ ਹੈ, ਉਹ ਹਮਲਾ ਸਮਝ ਕੇ ਹੀ ਉੱਥੇ ਦਿੱਲੀ ਵੱਲ ਨੂੰ ਉਹਨੇ ਵਹੀਰਾਂ ਘੱਤੀਆਂ ਨੇ। ਤੇ ਪੰਜਾਬ ਦੇ ਵੀ ਹਰੇਕ ਸੈਕਸ਼ਨ ਨੇ, ਆਰਟਿਸਟ ਤੋਂ ਲੈ ਕੇ ਪੋਲੀਟੀਸ਼ੀਅਨ, ਅਫਸਰ, ਹੁਣ ਤਾਂ ਬਿਊਰੋਕ੍ਰੇਸੀ ਵੀ ਆ ਗਈ, ਅਫਸਰਸ਼ਾਹੀ ਵੀ ਆ ਗਈ ਹੈ ਨਾ, ਉਹ ਸਾਰਿਆਂ ਨੇ ਇਸ ਤਰੀਕੇ ਦੇ ਨਾਲ ਹੀ ਇਹ ਸਾਰੇ ਨੂੰ ਇਹਦਾ ਰਿਸਪੌਂਸ ਦਿੱਤਾ। ਤੇ ਖਾਸ ਕਰਕੇ ਜਦੋਂ ਬਿਲਕੁਲ ਡਾਇਰੈਕਟ ਹੋ ਗਿਆ ਹੈ ਕਿ ਬਿਲਕੁਲ ਦਿੱਲੀ ਦੇ ਨਾਲ ਬਾਈਨਰੀ ਬਣ ਗਈ ਹੈ ਨਾ, ਉਸ ਵਕਤ ਦਾ ਫਿਰ ਬਿਲਕੁਲ ਹੀ ਰਿਸਪੌਂਸ ਜਿਹੜਾ ਸੀਗਾ, ਜਦੋਂ ਪੰਜਾਬ ਦੇ ਵਿੱਚ ਹਜੇ ਮੋਰਚੇ ਚੱਲਦੇ ਸੀਗੇ, ਉਹਦੇ ਤੋਂ ਬਿਲਕੁਲ ਹੀ ਡਿਫਰੈਂਟ ਹੋ ਗਿਆ, ਬਿਲਕੁਲ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ। ਤੇ ਮੈਨੂੰ ਲੱਗਦਾ ਇਹ ਇੱਕ ਨੁਕਤਾ ਹੈਗਾ ਜਿਹੜਾ ਆਪਾਂ ਕਈ ਵਾਰ ਜਿਹੜੀਆਂ ਇਹਦੀਆਂ ਬਹੁਤ ਫਾਈਨ ਡਿਸਕਸ਼ਨਸ ਹੈਗੀਆਂ, ਜਿਹੜੇ ਇਕਨੋਮਿਕ ਬਿੱਲ ਹੈਗੇ ਆ, ਉਹਨਾਂ ਦੇ ਜੋ ਅਸਰ ਹੋਣੇ ਆ, ਹੁਣ ਉਹਦੇ ਸੰਬੰਧ ਦੇ ਵਿੱਚ ਜਦੋਂ ਕਰ ਜਾਂਦੇ ਆ ਤਾਂ ਉਹ ਆਪਾਂ ਮਿਸ ਕਰ ਰਹੇ। ਮੇਰੇ ਖਿਆਲ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਪ੍ਰਤੀਕਰਮ ਹੈ, ਖਾਸ ਕਰਕੇ 26 ਨਵੰਬਰ ਤੋਂ ਬਾਅਦ, ਉਹ ਇਸੇ ਕਰਕੇ ਹੀ ਇੰਨਾ ਵਿਆਪਕ ਬਣ ਸਕਿਆ ਹੈ ਕਿ ਸਿੱਖਾਂ ਦੀ ਜਿਹੜੀ, ਪੰਜਾਬ ਦੇ ਲੋਕਾਂ ਦੀ ਜਿਹੜੀ ਸਮੂਹਿਕ ਚੇਤਨਾ, ਉਹਨਾਂ ਨੇ ਇਹਨੂੰ ਇੱਕ ਬਾਹਰੀ ਹਮਲਾ ਮੰਨ ਕੇ ਤੇ ਇਹਦੀ ਇਹ ਪ੍ਰਤੀਕਿਰਿਆ ਉਹ ਦੇ ਰਹੇ। ਇਸੇ ਕਰਕੇ ਉਹ ਇੰਨੇ ਜ਼ਿਆਦਾ ਔਖਿਆਈ ਦੇ ਵਿੱਚ ਵੀ ਉੱਥੇ ਮਤਲਬ ਪੂਰੀ ਚੜ੍ਹਦੀ ਕਲਾ ਦੇ ਵਿੱਚ ਦਿਨ ਬ ਦਿਨ ਉੱਥੇ ਜਿਹੜੀ ਆ ਗਿਣਤੀ ਉਹ ਵਧ ਰਹੀ। ਜੇ ਅਸੀਂ ਆਹ ਜਿਹੜੇ ਮੌਜੂਦੇ ਹਾਲਾਤ ਆ ਉਹਦੇ ਕੰਟੈਕਸਟ ਬਾਰੇ ਗੱਲ ਕਰੀਏ ਕਿ ਜੋ ਪੰਜਾਬ 'ਚ ਹੁਣ ਪੰਥ ਦੇ ਵਿੱਚ ਜਿਹੜਾ ਕੰਟੈਕਸਟ ਬਣਿਆ ਹੋਇਆ, ਤੁਸੀਂ ਇੱਕ ਆਪਣੀ ਵੀਡੀਓ ਦੇ ਵਿੱਚ ਸ਼ੌਕ ਡਾਕਟਰੀਨ ਬਾਰੇ ਗੱਲ ਕੀਤੀ ਸੀ ਕਿ ਸਟੇਟ ਨੇ ਇਸ ਸ਼ੌਕ ਡਾਕਟਰੀਨ ਨੂੰ ਜੁਝਾਰੂ ਲਹਿਰ ਤੋਂ ਬਾਅਦ ਕਿੱਦਾਂ ਵਰਤਿਆ। ਤਾਂ ਤੁਸੀਂ ਇਸ ਸ਼ੌਕ ਡਾਕਟਰੀਨ ਬਾਰੇ ਤੁਸੀਂ ਥੋੜ੍ਹੀ ਜਿਹੀ ਗੱਲ ਕਰ ਸਕਦੇ ਆ ਕਿ ਉਹਦੇ ਨਾਲ ਕਿਹੜੀਆਂ ਚੇਂਜਸ ਪੰਜਾਬ ਨੂੰ ਆਇਆ, ਤਾਂ ਉਹ ਕਿੱਦਾਂ ਜਿਹੜਾ ਐਂਟੀ ਸਿੱਖ ਵਾਇਲੈਂਸ ਆ, ਉਹਦਾ ਕੀ ਸੰਬੰਧ ਹੈ ਇਕਨੋਮਿਕ ਲਿਬਰਲਾਈਜੇਸ਼ਨ ਦੇ ਨਾਲ, ਜੋ ਪੰਜਾਬ ਦੇ ਵਿੱਚ ਇਕਨੋਮਿਕ ਚੇਂਜਸ ਆਏ ਆ ਖਾੜਕੂ ਲਹਿਰ ਤੋਂ ਬਾਅਦ। ਇਹ ਸ਼ੌਕ ਡਾਕਟਰੀਨ ਦੀ ਗੱਲ ਹੈਗੀ ਆ, ਉਹ ਵੈਸਟ ਦੇ ਵਿੱਚ ਤਾਂ ਬੜਾ ਇਹ ਇੱਕ ਮਸ਼ਹੂਰ ਗੱਲ ਹੈਗੀ ਆ ਕਿ ਜਦੋਂ ਵੀ ਤੁਸੀਂ ਸੁਸਾਇਟੀ ਦੇ ਵਿੱਚ ਕੋਈ ਵੱਡੀਆਂ ਇਕਨੋਮਿਕ ਚੇਂਜਸ ਲੈ ਕੇ ਆਉਣੀਆਂ ਹੋਣ ਜਾਂ ਕਲਚਰਲ ਚੇਂਜਸ ਲੈ ਕੇ ਆਉਣੀਆਂ ਹੋਣ, ਤਾਂ ਤੁਹਾਨੂੰ ਕਿਸੇ ਇੱਕ ਕੁਦਰਤੀ ਆਫਤ ਦਾ ਸਮਾਂ ਡੀਕਣਾ ਪੈਂਦਾ। ਜੇ ਕੁਦਰਤੀ ਆਫਤ ਨਾ ਹੋਏ ਤਾਂ ਕੋਈ ਮੈਨ ਮੇਡ ਇਸ ਤਰੀਕੇ ਦੀ ਕੋਈ ਵੱਡਾ ਕ੍ਰਾਈਸਿਸ ਲੈ ਕੇ ਆਉਣਾ ਪੈਂਦਾ ਹਨ। ਉਸ ਕ੍ਰਾਈਸਿਸ ਦੇ ਜਦੋਂ ਸ਼ੌਕ ਦੇ ਵਿੱਚ ਸੁਸਾਇਟੀ ਹੁੰਦੀ ਹੈ, ਉਦੋਂ ਉਸ ਸ਼ੌਕ ਸੁਸਾਇਟੀ ਦੇ ਵਿੱਚ ਤੁਸੀਂ ਜਿਹੜੀਆਂ ਜਿਸ ਤਰੀਕੇ ਦੀਆਂ ਤੁਸੀਂ ਚੇਂਜਸ ਲੈ ਕੇ ਆਉਣੀਆਂ ਚਾਹੁੰਦੇ ਹਨ, ਉਹ ਉਸ ਵਕਤ ਤੁਸੀਂ ਇਨੀਸ਼ੀਏਟ ਕਰ ਸਕਦੇ ਹੋ। ਤੋ ਜਦੋਂ ਪੰਜਾਬ ਦੇ ਵਿੱਚ ਖਾੜਕੂ ਮੂਵਮੈਂਟ ਦੇ ਡਾਊਨ ਹੋਣ ਤੋਂ ਬਾਅਦ ਜਿਸ ਤਰੀਕੇ ਦੇ ਜਾਂ ਜਿਸ ਪੱਧਰ ਦੇ ਉੱਤੇ ਤਸ਼ੱਦਦ ਕੀਤਾ ਗਿਆ ਸੀਗਾ ਹਨ, ਉਸ ਤਸ਼ੱਦਦ ਕਰਕੇ ਵੀ
ਜਾਂ ਜਿਸ ਤਰੀਕੇ ਦੀ ਉਹ ਮਾਨਸਿਕਤਾ ਬਣੀ ਖਾੜਕੂ ਮੂਵਮੈਂਟ ਡਾਊਨ ਹੋਣ ਤੋਂ ਬਾਅਦ, ਉਸ ਵੇਲੇ ਪੰਜਾਬ ਦੀ ਜਿਹੜੀ ਸੁਸਾਇਟੀ ਸੀਗੀ ਉਹ ਬਿਲਕੁਲ ਹਾਰ ਦੀ ਮਾਨਸਿਕਤਾ ਦੇ ਵਿੱਚ ਸੀਗੀ, ਸ਼ੌਕ ਸੀਗੀ। ਉਸ ਵਕਤ ਹੀ ਜਿਹੜਾ ਇੱਥੇ ਮਿਊਜ਼ਿਕ ਆਇਆ, ਸੰਗੀਤ ਆਇਆ ਨਾ, ਉਹ ਸੰਗੀਤ ਦੇ ਰਾਹੀਂ ਉਹਨਾਂ ਨੇ ਪੰਜਾਬ ਦੇ ਵਿੱਚ ਕਲਚਰਲ ਚੇਂਜਸ ਲੈ ਕੇ ਆਉਣੀਆਂ, ਜਿਹਦੇ ਰਾਹੀਂ ਆਪਾਂ ਨੂੰ ਪਤਾ ਕਿ ਉਹਨਾਂ ਨੇ ਨਸ਼ਾ, ਗੁੰਡਾਗਰਦੀ ਜਾਂ ਔਰਤ ਦੀ ਜੋ ਇਮੇਜ ਲੈ ਕੇ ਆਉਂਦੀ ਉਹ ਤਾਂ ਬਿਲਕੁਲ ਲੈ ਕੇ ਆਉਣੀ ਹਨ। ਉਹਨਾਂ ਦੇ ਨਾਲ ਨਾਲ ਉਸੇ ਵਕਤ ਇੰਡੀਆ ਦੇ ਵਿੱਚ ਜਿਹੜੀਆਂ ਇਹ ਲਿਬਰਲਾਈਜੇਸ਼ਨ ਦੀਆਂ, ਪ੍ਰਾਈਵੇਟਾਈਜੇਸ਼ਨ ਦੀਆਂ ਹਨ ਤੇ ਗਲੋਬਲਾਈਜੇਸ਼ਨ ਦੀਆਂ ਪਾਲਿਸੀਜ਼ ਆਈਆਂ ਸੀਗੀਆਂ 91 ਦੇ ਵਿੱਚ, ਉਹ ਵੀ ਸ਼ੁਰੂ ਹੋਈਆਂ ਸੀਗੀਆਂ ਤੇ ਉਹ ਵੀ ਉਹਨਾਂ ਨੇ ਉਸੇ ਹੀ ਸੁਸਾਇਟੀ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਲਾਗੂ ਕੀਤੀਆਂ। ਜ਼ਿਆਦਾ ਮਟੀਰੀਅਲਿਸਟਿਕ ਸੁਸਾਇਟੀ, ਜਿਹੜੀ ਸਾਰਾ ਹੀ ਸੁਸਾਇਟੀ ਦਾ ਮਹਾਨ ਹੈ ਜਿਹੜਾ, ਉਹ ਮਟੀਰੀਅਲ ਨੂੰ ਇੰਜੋਏ ਕਰਨ ਵੱਲ ਸਟੇਟ ਨੇ ਮੋੜੀ ਰੱਖਿਆ ਸੀਗਾ ਅੱਜ ਤੱਕ। ਤੇ ਉਹ ਬੇਸ਼ੱਕ ਉਹਦੇ ਵਿੱਚ ਕਿਤੇ ਕਿਤੇ ਸਿੱਖਾਂ ਨੇ ਜਾਂ ਡੇਰਾ ਜਿਹੜਾ ਆਪਣਾ ਸਿਰਸਾ ਸੌਦਾ ਸਾਧ ਵਾਲਾ ਐਪੀਸੋਡ ਹੋਇਆ, ਜਾਂ ਭਾਈ ਰਾਜੂਆਣ ਵਾਲੀ ਫਾਂਸੀ ਹੋਣ ਵਾਲਾ ਹੋਇਆ, ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਵਾਲਾ ਹੋਇਆ, ਵਿੱਚ ਇੱਕ ਪੀਰੀਅਡ ਆਉਂਦੇ ਆ ਜਿਹਦੇ ਵਿੱਚ ਸਿੱਖ ਉਸ ਚੱਲ ਰਹੇ ਮਹਾਨ ਤੋਂ ਵੱਖ ਹੋ ਕੇ ਸਿੱਖਾਂ ਨੇ ਆਪਣੀ ਜਿਹੜੀ ਅਸਲ ਹੋਂਦ ਹੈ ਜਾਂ ਜਿਹੜਾ ਅਸਲ ਕਰੈਕਟਰ ਹੈਗਾ ਹੈ ਨਾ, ਉਹਦੇ ਕਿਤੇ ਕਿਤੇ ਯਾਨੀ ਕਿ ਥੋੜੇ ਲਿਸ਼ਕਾਰੇ ਪਵਾਏ ਸੀ। ਜਿਹੜੀ ਆਹ ਸਟਰਗਲ ਹੈਗੀ ਆ, ਇਹਨੇ ਉਹ ਜਿੰਨਾ ਵੀ ਸਾਰਾ ਸਟੇਟ ਨੇ ਆਪਣੀਆਂ ਪਾਲਿਸੀਜ਼ ਦੇ ਤਹਿਤ ਇੱਥੇ ਦੀ ਇਕਾਨਮੀ ਨੂੰ, ਇੱਥੇ ਦੀ ਸੁਸਾਇਟੀ ਨੂੰ, ਇੱਥੇ ਦੇ ਕਲਚਰ ਨੂੰ ਚੇਂਜ ਕਰਨ ਦੀਆਂ ਜਿਹੜੀਆਂ ਸਾਰੀਆਂ ਪਾਲਿਸੀਜ਼ ਲੈ ਕੇ ਆਉਣੀਆਂ ਸੀਗੀਆਂ, ਉਹਨੂੰ ਇੱਕ ਵਾਰ ਤਾਂ ਇਹ ਸਾਰੇ ਨੇ ਪੂਰੀ ਤਰ੍ਹਾਂ ਚੈਲੰਜ ਕਰ ਦਿੱਤਾ ਹੋਇਆ। ਇਹਦੇ ਇਫੈਕਟ ਕਿੰਨੇ ਕੁ ਅਸੀਂ ਇੱਥੇ ਇੰਸਟੀਟਿਊਸ਼ਨ ਚੇਂਜ ਕਰ ਸਕਾਂਗੇ ਜਾਂ ਕਿੰਨਾ ਸਾਰਾ ਕੁਝ ਚੇਂਜ ਕਰ ਸਕਾਂਗੇ ਤਾਂ ਭਵਿੱਖ ਦੇ ਵਿੱਚ ਹੈਗਾ। ਬਟ ਉਹ ਜੋ ਕੁਝ ਵੀ ਪਿਛਲੇ 25-30 ਸਾਲ ਦੇ ਵਿੱਚ ਇੰਡੀਆ ਨੇ ਕੀਤਾ ਸੀਗਾ, ਉਹ ਸਾਰੇ ਨੇ ਇੱਕ ਵਾਰ ਕਲੈਕਟਿਵਲੀ ਇਹ ਸਾਰੇ ਕਾਸੇ ਨੇ ਚੁਣੌਤੀ ਦੇ ਦਿੱਤੀ ਹੋਈ। ਭਾਈ ਸਾਹਿਬ ਜਿੱਦਾਂ ਹੁਣ ਇਹ ਵੈਸੇ ਤੁਸੀਂ ਅਗਲਾ ਜਿਹੜਾ ਆਪਣਾ ਸਵਾਲ ਸੀਗਾ ਉਹ ਤਕਰੀਬਨ ਪਿੱਛੇ ਹੀ ਕਵਰ ਕਰ ਦਿੱਤਾ ਵੀ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਇੱਕ ਸਟੇਟ ਦਾ ਜ਼ਬਰ ਹੋਇਆ ਹਨਾ, ਉਹਨੇ ਇੱਕ ਵੈਕਿਊਮ ਕ੍ਰੀਏਟ ਕਰ ਦਿੱਤਾ ਵੀ ਉਸ ਵੈਕਿਊਮ ਨੂੰ ਇਹਨਾਂ ਨੇ ਜਿੱਦਾਂ ਸਟੇਟ ਨੇ ਉਦੋਂ ਬਾਅਦ ਕਿਵੇਂ ਭਰਿਆ, ਜਾਂ ਉਹ ਪਰਤ ਦਰ ਪਰਤ ਜਿੱਦਾਂ ਉਹਨਾਂ ਨੇ ਕਲਚਰਲ ਚਾਹੇ ਕਹਿ ਲਓ ਹਨਾ, ਜਿੱਦਾਂ ਆਪਣੇ ਗਾਣਿਆਂ ਦੇ ਥਰੂ, ਨਸ਼ਿਆਂ ਦੇ ਨਾਲ, ਤੇ ਹੋਰ ਜਿਵੇਂ ਵੀ ਉਹਨਾਂ ਨੇ ਇਹਨੂੰ ਡਿਲਿਊਟ ਕਰਨਾ ਚਾਹਿਆ, ਜਿਵੇਂ ਪੰਥਕ ਜਿਹੜੀ ਇੱਕ ਆਪਣੀ ਪੋਲਿਟਿਕਸ ਸੀਗੀ ਉਹਨੂੰ ਜਮਾ ਇੱਕ ਪਾਸੇ ਕਰ ਦਿੱਤਾ। ਜਿਵੇਂ ਇਹਨਾਂ ਕਿਉਂਕਿ ਉਹ ਜਿਹੜਾ ਵੈਕਿਊਮ ਕ੍ਰੀਏਟ ਕੀਤਾ ਤਾਂ ਜਿਹੜੀ ਆਪਣੀ ਇੱਕ ਪੰਥਕ ਰਾਜਨੀਤੀ ਸੀ ਉਹ ਮੁੱਖ ਧਾਰਾ ਤੋਂ ਲਾਂਭੀ ਹੋ ਗਈ। ਜਿੱਦਾਂ ਸ਼ਾਇਦ 1997 ਦੇ ਵਿੱਚ ਅਕਾਲੀ ਦਲ ਨੇ ਇਹ ਬਿਆਨ ਵੀ ਦੇ ਦਿੱਤਾ ਕਿ ਵੀ ਇਹ ਇੱਕ ਪੰਜਾਬ ਦੀ ਪਾਰਟੀ ਆ, ਇੱਕ ਸਿੱਖਾਂ ਦੀ ਪਾਰਟੀ ਤੋਂ ਮਤਲਬ ਆਪਦੇ ਆਪ ਨੂੰ ਲਾਂਭੇ ਕਰ ਲਿਆ। ਉਹਨਾਂ ਨੇ ਕਿਹਾ ਵੀ ਇਹ ਪੰਜਾਬੀ ਪਾਰਟੀ ਆ, ਤੇ ਉਹਨੂੰ ਤੁਸੀਂ ਇਹਨੂੰ ਸਾਰਿਆਂ ਨੂੰ ਤੁਸੀਂ ਇਹ ਪ੍ਰਕਿਰਿਆਵਾਂ ਨੂੰ ਕਿਵੇਂ ਦੇਖਦੇ ਹੋ, ਤੇ ਆਪਾਂ ਕਿਵੇਂ ਇਹਨਾਂ ਨੂੰ ਨਿਖੇਧ ਕਰਕੇ ਪਰਤ ਦਰ ਪਰਤ, ਜਾਂ ਕਿਵੇਂ ਇਹਦੀ ਨਿਖੇਧੀ ਕਰਕੇ ਆਪਾਂ ਖਾਲਸੇ ਦੇ ਬੋਲਬਾਲੇ ਲੈ ਕੇ ਆ ਸਕਦੇ ਹਾਂ ਕਿ ਤਾਂ ਜੋ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਿਹੜੀ ਇੱਕ ਪੰਥਕ ਰਾਜਨੀਤੀ ਆ ਉਹਨੂੰ ਸਰਜੀਤ ਕੀਤਾ ਜਾ ਸਕੇ। ਦੇਖੋ ਇਹ ਜਿਹੜੀ ਗੱਲ ਤੁਸੀਂ ਬਾਦਲ ਦਲ ਦੇ ਬਾਰੇ ਕੀਤੀ ਹੈ ਨਾ 97 ਤੋਂ ਬਾਅਦ ਜਦੋਂ ਉਹ ਆਏ ਹੈ ਨਾ, ਉਹ ਤਾਂ ਗੱਲ ਸਪਸ਼ਟ ਹੈ ਕਿ ਉਹ ਜਦੋਂ ਆਏ ਉਸ ਵਕਤ ਦੀ ਜਿਹੜੀ ਇੰਡੀਅਨ ਸਟੇਟ ਸੀਗੀ ਉਹਦੇ ਨਾਲ, ਉਹਦੇ ਰਾਹੀਂ ਆਏ ਐਕਚੁਅਲੀ ਬਾਦਲ ਤਾਂ 97 ਦੇ ਵਿੱਚ ਹੈ ਨਾ, 95-96 ਦੇ ਵਿੱਚ ਉਹਦੀ ਇੱਥੇ ਦੇ ਜਿਹੜੇ ਕੁਛ ਵਿਚੋਲੇ ਸੀਗੇ ਜਿਨ੍ਹਾਂ ਦੇ ਰਾਹੀਂ ਉਹਨਾਂ ਦੀ ਸਟੇਟ ਨਾਲ ਸੈਟਲ ਹੋ ਗਈ ਹੈ ਨਾ। ਮੁੜ ਕੇ ਤਾਂ ਚਲੋ ਉਹਨਾਂ ਨੇ ਤੇ ਫਿਰ ਜੋ ਉਹ ਇੰਡੀਆ ਦੀ ਪਾਲਿਸੀ ਸੀਗੀ, ਚਾਹੇ ਉਹ ਕਲਚਰਲ ਪਾਲਿਸੀ ਸੀਗੀ, ਚਾਹੇ ਉਹ ਇਕਨੋਮਿਕਸ ਦੀ ਪਾਲਿਸੀ ਸੀਗੀ, ਚਾਹੇ ਜੋ ਵੀ ਉਹਨਾਂ ਦੀ ਪੋਲੀਟੀਕਲ ਆਈਡੀਆ ਸੀਗਾ ਹਨਾ, ਉਹ ਤਾਂ ਲਗਾਤਾਰ ਫਿਰ ਇੰਡੀਅਨ ਸਟੇਟ ਦੇ ਮੁਤਾਬਕ ਹੀ ਚੱਲੇ। ਬਾਦਲ ਦਲ ਦੀ ਪੋਲਿਟਿਕਸ ਤਾਂ ਪੰਥ ਦੀ ਪੋਲਿਟਿਕਸ ਨਹੀਂ ਰਹੀ, ਯਾਨੀ ਪੰਥ ਨੂੰ ਕਾਬੂ ਕਰਨ ਦੀ ਪੋਲਿਟਿਕਸ ਰਹੀ ਹੈ। ਸਮਝੋ ਪੰਥ ਦਾ ਸਾਰਾ ਰਿਜ਼ੈਂਟਮੈਂਟ ਸੀਗਾ, ਉਹਦੇ ਲਈ ਇੱਕ ਸ਼ੌਕ ਅਬਜ਼ਰਵਰ ਬਣ ਗਏ ਹੋਏ ਸੀਗੇ ਹਨਾ, ਜਿਹੜਾ ਕਿ ਇੱਕ ਸਟੇਟ ਨੂੰ ਵਿਚਾਲੇ ਚਾਹੀਦੇ ਸੀਗੇ। ਉਹ ਜਿਹੜੀ ਪੰਥ ਬਿਲਕੁਲ ਪੰਥ ਦੀਆਂ ਧਿਰਾਂ ਵੱਲੋਂ ਪੋਲਿਟਿਕਸ ਹੋਣੀ ਚਾਹੀਦੀ ਸੀਗੀ ਹਨਾ, ਉਹਦੇ ਵਿੱਚ ਵੀ ਕਿਤੇ ਗੈਪ ਰਹਿ ਗਿਆ ਸੀਗਾ। ਮੈਂ ਇਹ ਮੰਨਦਾ ਕਿ ਜਿਹੜੀ ਪੰਥ ਦੀ ਪੋਲਿਟਿਕਸ ਹੈ, ਜੋ ਪੰਥ ਦਾ ਗੁਰੂ ਮਹਾਰਾਜ ਨੇ ਆਪਾਂ ਨੂੰ ਆਸ਼ਾ ਦਿੱਤਾ ਸੀਗਾ, ਉਹ ਇਹ ਦਿੱਤਾ ਸੀਗਾ ਕਿ ਆਪਾਂ ਗਰੀਬ ਦੀ ਰੱਖਿਆ ਲਈ ਤੇ ਜਰਵਾਣੇ ਦੀ ਭੱਖਿਆ ਦੇ ਲਈ ਸਾਡੀ ਰਾਜਨੀਤੀ ਹੋਣੀ ਹੈ, ਜਿਹਨੂੰ ਆਪਾਂ ਸਰਬੱਤ ਦੇ ਭਲੇ ਦੀ ਪੋਲਿਟਿਕਸ ਕਹਿੰਦੇ ਹਾਂ।
ਤੇ ਉਹਦੇ ਵਿੱਚ ਵੀ ਕਿਤੇ ਆਪਣੀ ਜਿਹੜੀਆਂ ਪੰਥਕ ਧਿਰਾਂ ਦੀ ਪੋਲਿਟਿਕਸ ਸੀਗੀ ਉਹਦਾ ਵੀ ਜਿਹੜਾ ਨੈਰੇਟਿਵ ਸੀਗਾ ਜਿਸ ਪੱਧਰ ਦੇ ਉੱਤੇ ਅੱਜ ਅਸੀਂ ਇਸ ਸਾਰੀ ਮੁਹਿੰਮ ਦੇ ਰਾਹੀਂ ਇੱਕ ਨਿਮਾਣੇ ਨਿਤਾਣੇ ਦੀ ਧਿਰ ਦੇ ਤੌਰ ਤੇ ਖੜੇ ਦੇਖ ਰਹੇ ਹਾਂ, ਜਾਂ ਜਿਹੜਾ ਦਿੱਲੀ ਤਖਤ ਦਾ ਮੋਦੀ ਜਾਂ ਸ਼ਾਹ ਦੇ ਰੂਪ ਦੇ ਵਿੱਚ ਜਰਵਾਣਾ, ਜਾਂ ਇੰਡੀਆ ਦਾ ਜਿਹੜਾ ਕਾਰਪੋਰੇਟ ਜਰਵਾਣਾ ਹੈ, ਉਹਨੂੰ ਚੁਣੌਤੀ ਦਿੰਦੇ ਦਿਸ ਰਹੇ ਹਾਂ। ਇਸ ਤਰ੍ਹਾਂ ਦਾ ਨੈਰੇਟਿਵ ਆਪਣੀ ਪੋਲਿਟਿਕਸ ਦੇ ਵਿੱਚੋਂ, ਸਿੱਖ ਪੋਲਿਟਿਕਸ ਦੇ ਵਿੱਚੋਂ ਪਿਛਲਾ ਲੰਬਾ ਟਾਈਮ ਗਾਇਬ ਰਿਹਾ। ਜਿਹੜਾ ਸਾਡਾ ਜ਼ਿਆਦਾ ਟਾਈਮ ਨੈਰੇਟਿਵ ਰਿਹਾ ਹੈ, ਉਹ ਜੋ ਸਟੇਟ ਨੇ ਸਾਡੇ ਉੱਤੇ ਤਸ਼ੱਦਦ ਕੀਤਾ, ਉਸ ਤਸ਼ੱਦਦ ਦਾ ਹੀ ਇੱਕ ਰੁਦਨ ਕਰਨ ਜਿਹੇ ਦਾ ਪੋਲਿਟਿਕਸ ਰਿਹਾ। ਮਤਲਬ ਜ਼ਖਮਾਂ ਨੂੰ ਸੂਰਜ ਬਣਾਉਣ ਦੀ ਆਲੇ ਪਾਸੇ ਨੂੰ ਨਹੀਂ ਆਮਾ ਤੋਰੇ, ਆਪਣੇ ਜ਼ਖਮਾਂ ਨੂੰ ਕਰੇਦ ਕੇ ਉਹਦੇ ਵਿੱਚੋਂ ਹਮਦਰਦੀ ਲੈਣ ਦੀ ਜਿਹੜੀ ਨੈਰੇਟਿਵ ਰਿਹਾ। ਤੇ ਜਿਹੜਾ ਸਿੱਖਾਂ ਦਾ ਅਸਲ ਸਿੱਖਾਂ ਦਾ ਮਨ ਹੈਗਾ, ਉਹ ਇਸ ਤਰ੍ਹਾਂ ਕਦੇ ਵੀ ਠੀਕ ਹੈ, ਉਹਦੇ ਵਿੱਚ ਮਨ ਦੇ ਵਿੱਚ ਹਮਦਰਦੀ ਤਾਂ ਉਪਜਦੀ ਆ, ਪਰ ਜਿਹਦੇ ਲਈ ਸਿੱਖਾਂ ਨੇ ਜਿਹਨੂੰ ਆਪਣੇ ਆਗੂ ਮੰਨਣਾ, ਉਹਦੇ ਲਈ ਸਿਰਫ ਇੰਨਾ ਹੀ ਨਹੀਂ ਸਰ ਜਾਂਦਾ ਕਿ ਉਹ ਹਮਦਰਦੀ ਲੈ ਤੇ ਉਹਦੇ ਮਗਰ ਲੋਕ ਲੱਗ ਜਾਣਗੇ। ਰੀਅਲ ਸੈਂਸ ਦੇ ਵਿੱਚ ਜਿਸ ਬੰਦੇ ਦੇ ਵਿੱਚ ਵੀ ਸਿੱਖ ਸਪਿਰਿਟ ਹੈਗੀ ਆ, ਉਹਨੇ ਉਹਦੇ ਮਗਰ ਲੱਗਣਾ ਹੈ ਜਿਹੜਾ ਜਰਵਾਣੇ ਦਾ ਮੁਕਾਬਲਾ ਕਰਦਾ, ਜਾਂ ਜਿਹੜਾ ਨਿਤਾਣੇ ਦੀ ਧਿਰ ਬਣਨ ਦੀ ਆਪਣੇ ਆਪ ਦੇ ਵਿੱਚ ਹੈਸੀਅਤ ਰੱਖਦਾ। ਉਹ ਨੈਰੇਟਿਵ ਸਿੱਖਾਂ ਦੀ ਜਿਹੜੀ ਇਹ ਪਿਛਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਵੀ ਜਥੇਬੰਦੀਆਂ ਜਾਂ ਲੀਡਰ ਕਹਿ ਲਓ, ਉਹਨਾਂ ਦੇ ਕੋਲ ਅਗਵਾਈ ਰਹੀ ਆ, ਉਹਨਾਂ ਦੇ ਨੈਰੇਟਿਵ ਦੇ ਵਿੱਚੋਂ ਇਹ ਜਰਵਾਣੇ ਨੂੰ ਚੁਣੌਤੀ ਦੇਣ ਦਾ ਜਿਹੜਾ ਬਿਰਤਾਂਤ ਉਹ ਮਿਸਿੰਗ ਰਿਹਾ। ਇਹ ਗੱਲ ਠੀਕ ਹੈ ਕਿ ਸਟੇਟ ਜਦੋਂ ਤੁਹਾਡੇ ਨਾਲ ਰਿਪਰੈਸ਼ਨ ਕਰਦੀ ਆ, ਤੁਹਾਡੇ ਤੇ ਤਸ਼ੱਦਦ ਕਰਦੀ ਆ, ਉਹਦਾ ਜ਼ਿਕਰ ਵੀ ਹੋਣਾ ਚਾਹੀਦਾ ਤੇ ਉਹ ਵੀ ਹੋਣਾ ਬਣਦਾ, ਬਟ ਉਹ ਤਸ਼ੱਦਦ ਦਾ ਜ਼ਿਕਰ ਇੱਥੇ ਇੰਨਾ ਜ਼ਿਆਦਾ ਲੱਗਦਾ ਵੀਰ ਜੀ ਇੰਟਰਨੈਟ ਕਨੈਕਸ਼ਨ ਥੋੜਾ ਜਿਹਾ ਸਿਆਸਤ ਰਹਿ ਗਈ ਸੀਗੀ, ਜਿਹੜੀ ਅਸਲ ਸਿੱਖਾਂ ਦੀ ਸਿਆਸਤ ਹੈਗੀ ਪਾਤਸ਼ਾਹੀ ਦਾਅਵੇ ਦੀ, ਉਹ ਕਿਤੇ ਮਿਸਿੰਗ ਹੋ ਗਈ ਸੀਗੀ। ਇਸ ਕਰਕੇ ਸਿੱਖਾਂ ਨੇ ਉਸ ਤਰ੍ਹਾਂ ਦੀ ਜਿਹੜੀ ਲੀਡਰਸ਼ਿਪ ਹੈਗੀ ਆ, ਉਹਨੂੰ ਉਸ ਤਰ੍ਹਾਂ ਪ੍ਰਵਾਨ ਨਹੀਂ ਕੀਤਾ। ਅੱਜ ਜਦੋਂ ਸਿੱਖਾਂ ਨੇ ਆਪਣਾ ਦਿੱਲੀ ਤਖਤ ਦੇ, ਹਾਲਾਂਕਿ ਇੱਥੇ ਕੋਈ ਆਰਗੇਨਾਈਜ਼ਡ ਕੰਸੋਲੀਡੇਟਡ ਲੀਡਰਸ਼ਿਪ ਨਹੀਂ ਹੈਗੀ, ਬਿਲਕੁਲ ਡੀਸੈਂਟਰਲਾਈਜ਼ ਲੀਡਰਸ਼ਿਪ ਹੈ। ਜਦੋਂ ਵੀ ਦਿੱਲੀ ਦੇ ਤਖਤ ਨੂੰ ਵੰਗਾਰਿਆ ਜਾ ਕੇ, ਤੇ ਉਹਦੇ ਵਿੱਚੋਂ ਇੱਕ ਆਜ਼ਾਦੀ ਦੀ, ਇੱਕ ਪਾਤਸ਼ਾਹੀ ਦੀ ਭਾਵਨਾ ਅਸਿੱਧੇ ਰੂਪ ਦੇ ਵਿੱਚ ਪ੍ਰਗਟ ਹੋਣ ਲੱਗ ਗਈ, ਤੇ ਉਦੋਂ ਹੀ ਸਾਰਾ ਪੰਜਾਬ ਮਗਰ ਖੜ ਗਿਆ ਜਾ ਕੇ। ਸੋ ਉਹ ਆਪਣਾ ਪਿੱਛੇ ਕਿਤੇ ਗੈਪ ਰਿਹਾ ਸਿੱਖ ਪੋਲਿਟਿਕਸ ਦੇ ਵਿੱਚ, ਜਿਹੜੀ ਅਸਲ 'ਚ ਮੈਂ ਕਹੂੰਗਾ ਪੰਥਕ ਪੋਲਿਟਿਕਸ ਦੇ ਵਿੱਚ ਗੈਪ ਰਿਹਾ, ਕਿ ਜੋ ਸਾਡਾ ਅਸਲ ਬਣਦਾ ਨੈਰੇਟਿਵ ਤੇ ਭੂਮਿਕਾ ਸੀਗੀ, ਉਹ ਅਸੀਂ ਉਸ ਰੂਪ 'ਚ ਕਰ ਨਹੀਂ ਸਕੇ। ਉਹਦੇ ਵਿੱਚ ਗੈਪ ਸੀਗੇ, ਜਿਸ ਕਰਕੇ ਇਸ ਤਰੀਕੇ ਦੀਆਂ ਜਿਹੜੀਆਂ ਜਿਸ ਤਰੀਕੇ ਦੀ ਲਹਿਰ ਜਾਂ ਹੁਣ ਹਮਾਇਤ ਇੱਥੋਂ ਮਿਲ ਰਹੀ ਆ, ਉਹ ਪਹਿਲਾਂ ਮਿਸਿੰਗ ਰਹੀ। ਸੋ ਜਿਹੜੀ ਇਹ ਚੀਜ਼ ਪਹਿਲਾਂ ਮਿਸਿੰਗ ਰਹੀ ਆ, ਤੁਹਾਡੇ ਜਵਾਬ ਦੇ ਵਿੱਚੋਂ ਇੱਕ ਸਵਾਲ ਨਿਕਲਦਾ ਆ। ਸੋ ਹੁਣ ਜਿੱਦਾਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਆ ਜਿਹੜਾ ਵੈਕਿਊਮ ਬਣਿਆ ਆ ਸਟੇਟ ਵਾਇਲੈਂਸ ਨੇ ਖਾੜਕੂ ਲਹਿਰ ਤੋਂ ਬਾਅਦ, ਤਾਂ ਉਹਦੇ ਵਿੱਚ ਇੱਕ ਇਨਾਮ ਦੇ ਤੌਰ ਦੇ ਉੱਤੇ ਕੈਪੀਟਲਿਜ਼ਮ ਨੂੰ ਪੇਸ਼ ਕੀਤਾ ਕਿ ਤੁਸੀਂ ਆਹ ਜਿਹੜੀ ਦੁਨੀਆ ਆ, ਹੁਣ ਤੁਸੀਂ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ, ਇਹਦੇ ਤੁਹਾਡਾ ਭਵਿੱਖ ਇਹਦੇ ਵਿੱਚੋਂ ਨਿਕਲੂਗਾ। ਸੋ ਉਹ ਤਾਂ ਪਹਿਲਾਂ ਤਾਂ ਲੱਗਦਾ ਸੀਗਾ ਕਿ ਇਹਨੂੰ ਰਿਜੈਕਟ ਕਰਨਾ ਬਹੁਤ ਵੱਡਾ ਇੱਕ ਟਾਸਕ ਆ, ਪਰ ਹੁਣ ਉਹ ਤੁਹਾਨੂੰ ਕੀ ਲੱਗਦਾ ਕਿ ਰਿਜੈਕਟ ਹੋ ਰਿਹਾ ਇਹ ਆਈਡੀਆ ਕਿ ਅਸੀਂ ਵੈਸਟ ਦੇ ਵਿੱਚ ਹੀ ਰਹਿ ਕੇ ਆਪਣਾ ਭਵਿੱਖ ਕੱਢਣਾ ਆ, ਜਾਂ ਅਸੀਂ ਜਿਹੜੀ ਚੀਜ਼ ਸਟੇਟ ਨੇ ਇਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਵਾਇਲੈਂਸ ਰਾਹੀਂ, ਜਾਂ ਪੰਜਾਬ ਵਿੱਚ ਸਿੱਖ ਉਹਦੇ ਵੱਲ ਨੂੰ ਦੇਖ ਰਹੇ ਉਸ ਚੀਜ਼ ਨੂੰ? ਮੈਂ ਇਹ ਤਾਂ ਨਹੀਂ ਕਹਿੰਦਾ ਵੀ ਕਾਨਸ਼ੀਅਸਲੀ ਇੱਥੇ ਜੋ ਕੁਝ ਵੀ ਸਟੇਟ ਨੇ ਸਾਡੇ ਦੇ ਉੱਤੇ ਕੀਤਾ ਸੀਗਾ, ਤੇ ਬਹੁਤ ਸਿੱਖਾਂ ਦੇ ਵੱਡੇ ਹਿੱਸੇ ਨੂੰ ਉਹ ਬਿਲਕੁਲ ਹੀ ਸਮਝ ਆ ਗਿਆ ਹੋਇਆ ਤੇ ਉਹ ਚੀਜ਼ਾਂ ਜਨਰਲਾਈਜ਼ ਹੋ ਗਈਆਂ, ਏਦਾਂ ਦੀ ਗੱਲ ਤੇ ਨਹੀਂ ਹੋਈ। ਬਟ ਅਚੇਤਨ ਤੌਰ ਦੇ ਉੱਤੇ ਇੱਥੋਂ ਦੇ ਲੋਕਾਂ ਨੇ ਉਹ ਗੱਲ ਦਰਸਾਤੀ ਆ ਕਿ ਉਹ ਬਿਲਕੁਲ ਜਦੋਂ ਕ੍ਰਾਈਸਿਸ ਦੇ ਵਕਤ ਆਉਂਦੇ ਆ, ਜਦੋਂ ਖਾਸ ਟਾਈਮ ਆਉਂਦੇ ਆ, ਤੇ ਉਹਨਾਂ ਦੀ ਜਿਹੜੀ ਇੰਸਪੀਰੇਸ਼ਨ ਹੈ ਤੇ ਉਹਨਾਂ ਦੀ ਜਿਹੜਾ ਰਿਸਪੌਂਸ ਹੈ, ਸਾਰਾ ਰਿਐਕਸ਼ਨ ਹੈ, ਉਹ ਬਿਲਕੁਲ ਫਿਰ ਸਿੱਖੀ ਦੇ ਵਿੱਚੋਂ ਆਉਂਦਾ ਹੈ।
ਤੇ ਇਹ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਸਾਰੀ ਲਿਬਰਲਾਈਜੇਸ਼ਨ ਦੇ ਬਾਵਜੂਦ, ਸਾਰੀ ਮਟੀਰੀਅਲਿਜ਼ਮ ਦੇ ਬਾਵਜੂਦ, ਜਿਹੜੀ ਉਹਨਾਂ ਦੀ ਅਸਲ ਜੜ ਹੈਗੀ ਆ ਉਹ ਅਜੇ ਵੀ ਸਿੱਖੀ ਦੇ ਵਿੱਚ ਹੀ ਹੈ। ਤੇ ਜਿੰਨੀ ਵੀ ਸਾਰੀ ਇਨਸਪੀਰੇਸ਼ਨ ਆ ਰਹੀ ਹੈ ਉਹ ਸਿੱਖੀ ਚੋਂ ਆ ਰਹੀ ਹੈ, ਸਿੱਖਾਂ ਦੇ ਇਤਿਹਾਸ ਚੋਂ ਆ ਰਹੀ ਹੈ, ਸਿੱਖਾਂ ਦੇ ਜਰਨੈਲਾਂ ਚੋਂ, ਸਿੱਖਾਂ ਦੇ ਸ਼ਹੀਦਾਂ ਤੋਂ ਆ ਰਹੀ ਹੈ ਨਾ। ਤੇ ਜਿਹੜੀ ਇਸ ਖਿੱਤੇ ਦੇ ਜਿਹੜੇ ਵਸਿੰਦੇ ਨੇ, ਚਾਹੇ ਉਹ ਸਿੱਖ ਨੇ ਚਾਹੇ ਸਿੱਖ ਨਹੀਂ ਵੀ ਹਨ, ਉਹਨਾਂ ਦੀ ਇਨਸਪੀਰੇਸ਼ਨ ਤੇ ਉਹਨਾਂ ਦੀਆਂ ਜਿਹੜੀਆਂ ਕਲਚਰਲ ਵੈਲਿਊਜ਼ ਦੀ ਜਿਹੜੀ ਸਭ ਤੋਂ ਡੀਪ ਰੂਟ ਹੈਗੀ ਆ, ਜਿਹੜਾ ਸਭ ਤੋਂ ਡੂੰਘਾ ਸੋਮਾ ਉਹਨਾਂ ਦੇ ਲਈ ਉਹ ਸਿੱਖੀ ਆ। ਇਹ ਇਸ ਗੱਲ ਤੋਂ ਪ੍ਰਗਟ ਹੋ ਗਿਆ ਹੋਇਆ। ਹੁਣ ਕਾਂਸ਼ੀਅਸਲੀ ਇਹਨੂੰ ਤੁਸੀਂ ਆਪਣੀ ਪੋਲਿਟਿਕਸ ਦੇ ਵਿੱਚ ਕਿੱਦਾਂ ਕਨਵਰਟ ਕਰਨਾ, ਪੋਲਿਟਿਕਸ ਤੋਂ ਬਾਅਦ ਉਸ ਪੋਲਿਟਿਕਸ ਦੇ ਰਾਹੀਂ ਸਟਰਗਲ ਕਿੱਦਾਂ ਕਰਨੀ ਆ, ਸਟਰਗਲ ਤੋਂ ਬਾਅਦ ਉਹ ਇੰਸਟੀਟਿਊਸ਼ਨਸ ਕਿੱਦਾਂ ਤੁਸੀਂ ਡਿਵੈਲਪ ਕਰਨੀਆਂ ਜਾਂ ਆਰਗੇਨਾਈਜੇਸ਼ਨਸ ਕਿੱਦਾਂ ਡਿਵੈਲਪ ਕਰਨੀਆਂ, ਜਿਹਦੇ ਰਾਹੀਂ ਇਹ ਜਿਹੜੀ ਭਾਵਨਾ ਇਸ ਵੇਲੇ ਅਨਆਰਗੇਨਾਈਜ਼ਡ ਹੈ ਜਾਂ ਅਚੇਤਨ ਤੌਰ ਦੇ ਉੱਤੇ ਆਈ ਹੈ, ਚੇਤਨ ਤੌਰ ਤੇ ਆਰਗੇਨਾਈਜ਼ਡ ਰੂਪ ਦੇ ਵਿੱਚ ਇੰਸਟੀਟਿਊਸ਼ਨਲਾਈਜ਼ ਕਿੱਦਾਂ ਆਪਾਂ ਕਰਨੀ ਹੈ, ਉਹ ਪਾਰਟ ਹਜੇ ਰਹਿੰਦਾ ਹੈ। ਬਟ ਇਹਦੇ ਤੋਂ ਵੱਡੇ ਹਿੱਸੇ ਨੂੰ ਇਹ ਗੱਲ ਸਮਝ ਆ ਗਈ ਆ ਕਿ ਅੱਜ ਵੀ ਪੰਜਾਬ ਗੁਰਾਂ ਦੇ ਨਾਂ ਤੇ ਜੀਂਦਾ, ਜਿਹਦੇ ਬਾਰੇ ਆਪਾਂ ਨੂੰ ਵੀ ਹੋਰ ਸਾਰੇ ਬੰਦਿਆਂ ਨੂੰ ਵੀ ਸਦਾ ਇਸ ਗੱਲ 'ਚ ਪਰੇਸ਼ਾਨੀ ਜਾਂ ਚਿੰਤਾ ਰਹਿੰਦੀ ਸੀਗੀ ਕਿ ਅੱਜ ਕਲਚਰਲੀ ਤਾਂ ਦਿਸ ਹੀ ਰਿਹਾ ਸੀਗਾ ਕਿ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਵਸਿੰਦਾ ਹੈ ਉਹ ਬਦਲ ਗਿਆ, ਜਿਹਦੇ ਕਰਕੇ ਸਾਨੂੰ ਇਹ ਵੀ ਲੱਗਦਾ ਸੀਗਾ ਕਿ ਇੱਥੋਂ ਕਿ ਬਹੁਤ ਜ਼ਿਆਦਾ ਵੱਡੇ ਲੈਵਲ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ, ਹਨਾ, ਉਹ ਵੀ ਇਸੇ ਕਰਕੇ ਹੋ ਰਹੀ ਹੈ ਕਿ ਅਸੀਂ ਕਲਚਰਲੀ ਸ਼ਾਇਦ ਬਦਲ ਗਏ ਹਾਂ। ਅਸੀਂ ਵੈਸਟਰਨ ਜਿਹੜਾ ਤਰਜੇ ਜ਼ਿੰਦਗੀ ਆ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ। ਪਰ ਇਹ ਸਾਰੇ ਕਾਸੇ ਨੇ ਉਸ ਪਹਿਲਾਂ ਵਾਲੀ ਜਿਹੜੀ ਸੋਚ ਸੀਗੀ ਉਹਦੇ ਉੱਤੇ ਇੱਕ ਵਾਰ ਵੱਡਾ ਪ੍ਰਸ਼ਨ ਚਿੰਨ੍ਹ ਲਾ ਦਿੱਤਾ। ਉਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਸਿੱਖ ਅਸਲ ਦੇ ਵਿੱਚ ਸਿੱਖੀ ਮੁਤਾਬਕ ਹੀ ਜੀ ਰਿਹਾ। ਇਹ ਗੱਲ ਹੁਣ ਆਰਗੇਨਾਈਜ਼ ਕਿੱਦਾਂ ਕਰਨੀ ਆ, ਇਹ ਸਾਡੇ ਰਾਜ ਦੇ ਰੂਪ 'ਚ ਕਿੱਦਾਂ ਆਏ, ਸਾਡੀਆਂ ਸਮਾਜ ਦੀਆਂ ਇੰਸਟੀਟਿਊਸ਼ਨਸ ਦੇ ਵਿੱਚ ਕਿੱਦਾਂ ਆਏ, ਸਾਡੀਆਂ ਇਕਨੋਮਿਕ ਇੰਸਟੀਟਿਊਸ਼ਨ ਕਿੱਦਾਂ ਰੀਮੋਡਲ ਹੋਣ ਸਾਰੀਆਂ ਗੁਰਮਤ ਮੁਤਾਬਕ, ਉਹਦੇ ਲਈ ਬਹੁਤ ਇਹ ਵੱਡੀ ਹੌਸਲਾ ਅਫਜ਼ਾਈ ਵਾਲੀ ਗੱਲ ਤੇ ਚੜ੍ਹਦੀ ਕਲਾ ਵਾਲੀ ਗੱਲ ਹੈਗੀ ਹੈ। ਜੇ ਤੋਂ ਅਸੀਂ ਹੁਣ ਆਪਣਾ ਬਾਕੀ ਸਾਰੀ ਗੱਲ ਜਿਹੜੀ ਗੁਰਮਤ ਅਨੁਸਾਰ ਆਪਾਂ ਹੋਲੀਸਟਿਕਲੀ ਗੁਰਮਤ ਅਨੁਸਾਰ ਕਰਨਾ ਚਾਹੁੰਦੇ ਹਾਂ, ਉਹਦੇ ਲਈ ਇੱਕ ਲਾਂਚਿੰਗ ਪੈਡ ਦੇ ਤੌਰ ਤੇ ਸਾਬਤ ਹੋ ਸਕਦੀ ਹੈ। ਸੋ ਸੰਗਤ ਵੱਲੋਂ ਇੱਕ ਸਵਾਲ ਆਇਆ ਕਿ ਜਿਹੜਾ ਇਹ ਕਨੈਕਸ਼ਨ ਆ ਪ੍ਰੈਕਟੀਕਲੀ ਸਿੱਖੀ ਤਾਂ ਸਿਆਸਤ ਦੇ ਵਿੱਚ ਸਾਡੀ ਜਿਹੜੀ ਰੂਹਾਨੀਅਤ ਆ, ਸਾਡਾ ਵਿਰਸਾ ਆ, ਉਹ ਪ੍ਰੈਕਟੀਕਲ ਤੌਰ ਦੇ ਉੱਤੇ ਇਹਨੂੰ ਕਿੱਦਾਂ ਗਾਈਡੈਂਸ ਦਿੰਦਾ ਆ, ਕਿੱਦਾਂ ਇੰਸਟਰਕਸ਼ਨ ਦਿੰਦਾ ਸਾਡੀ ਜਿਹੜੀ ਸਿਆਸਤ ਨੂੰ ਆ। ਇਸ ਜਿਹੜੀ ਹੁਣ ਆ ਸਾਰੀਆਂ ਈਵੈਂਟਸ ਹੋਈਆਂ ਨੇ, ਇਹਦੇ ਵਿੱਚ ਤਾਂ ਬਿਲਕੁਲ ਹੀ ਸਪਸ਼ਟ ਹੋਇਆ ਹੈ ਨਾ, ਸਿੱਖਾਂ ਦੀ ਇੱਕ ਇਕੱਲੇ ਜੇ ਮਤਲਬ ਸਿੰਬਲਸ ਤੋਂ ਸ਼ੁਰੂ ਕਰਨਾ ਹੋਇਆ ਹੈ ਨਾ, ਵੀ ਜਿਹੜੀਆਂ ਸਿੱਖਾਂ ਦੀਆਂ ਕਿਸਾਨ ਯੂਨੀਅਨ ਉਹ ਨਾਰਮਲੀ ਨਿਊਟਰਲ ਚੱਲਦੀਆਂ, ਸਿੱਖ ਉਹਦੇ ਵਿੱਚ ਬਹੁਤ ਹਿੱਸਾ ਲੈਫਟਿਸਟ ਦਾ ਹੈਗਾ, ਪਰ ਇਹ ਸਾਰੀ ਮੂਵਮੈਂਟ ਦੇ ਵਿੱਚ ਜਿਹੜੇ ਸਿੰਬਲ ਯੂਜ਼ ਹੋਏ ਨੇ ਉਹ ਸਾਰੇ ਸਿੱਖ ਸਿੰਬਲ ਯੂਜ਼ ਹੋਏ ਨੇ। ਟੋਟਲ ਜਿਹੜਾ ਨੈਰੇਟਿਵ ਉਹ ਸਿੱਖ ਨੈਰੇਟਿਵ ਯੂਜ਼ ਹੋਇਆ। ਤੇ ਜਿਹੜਾ ਲੀਡਰਸ਼ਿਪ ਦਾ ਆਈਡੀਆ ਸਿੱਖਾਂ ਦਾ ਸੀਗਾ, ਜਿਹੜਾ ਪੰਜ ਪ੍ਰਧਾਨੀ ਪ੍ਰਣਾਲੀ ਦੇ ਰਾਹੀਂ ਮਲਟੀ ਹੈਡਡ ਲੀਡਰਸ਼ਿਪ ਵਾਲਾ, ਹਨਾ, ਡੀਸੈਂਟਰਲਾਈਜ਼ ਲੀਡਰਸ਼ਿਪ ਵਾਲਾ, ਜਿਹਨੂੰ ਆਪਾਂ ਹੰਨੇ ਮੀਰੀ ਕਹਿੰਦੇ, ਉਹ ਵੀ ਇਹ ਸਾਬਤ ਹੋ ਗਿਆ ਕਿ ਕ੍ਰਾਈਸਿਸ ਦੇ ਵਕਤ, ਜਿਹੜੀ ਟੈਸਟਿੰਗ ਟਾਈਮ ਹੁੰਦੇ, ਸਟਰਗਲ ਦੇ ਵਕਤ, ਉਹਦੇ ਵਿੱਚ ਸਭ ਤੋਂ ਬੈਸਟ ਤਰੀਕਾ ਇਹੀ ਆ ਜਿਹੜਾ ਸਿੱਖਾਂ ਨੇ ਸਦਾ ਪਿਛਲੇ 300 ਸਾਲ ਤੋਂ ਯੂਜ਼ ਕੀਤਾ। ਤੇ ਉਹ ਉਸ ਆਈਡੀਏ ਦੀ ਲੀਡਰਸ਼ਿਪ ਕਿੱਦਾਂ ਦੇਣੀ ਆ, ਉਹ ਡੀਸੈਂਟਰਲਾਈਜ਼ ਲੀਡਰਸ਼ਿਪ ਰਾਹੀਂ ਕਿਸ ਤਰੀਕੇ ਦੇ ਨਾਲ, ਹੁਣ ਕਿਸ ਤਰੀਕੇ ਨਾਲ ਜਿਹੜੀ ਸਟਰਗਲ ਦੇ ਵਿੱਚ ਹੈਗੀ ਉਹ ਅਗਲੇ ਫੇਜ਼ ਲਿਆਏ ਜਾ ਸਕਦੇ, ਉਹ ਆਪਣੇ ਸਾਡੇ ਸਾਹਮਣੇ ਹੀ ਹੋਇਆ ਹੈ। ਹੁਣ ਅੱਜ ਦਿੱਲੀ ਵੀ ਜੇ ਸਟਰਗਲ ਨੂੰ ਕੰਟਰੋਲ ਨਹੀਂ ਕਰ ਪਾ ਰਹੀ, ਉਹਦੇ ਵਿੱਚ ਇੱਕ ਵੱਡੀ ਰੀਜ਼ਨ ਇਹ ਆ ਕਿ ਜੋ ਲੀਡਰਸ਼ਿਪ ਦਾ ਮਾਡਲ ਹੈਗਾ ਉੱਥੇ ਡੀਸੈਂਟਰਲਾਈਜ਼ ਲੀਡਰਸ਼ਿਪ ਦਾ, ਉਹ ਉਹਨਾਂ ਲਈ ਬਹੁਤ ਸਮੱਸਿਆ ਬਣ ਰਿਹਾ ਹੋਇਆ ਵੀ ਕਿਹੜੇ ਲੀਡਰ ਨੂੰ ਅਸੀਂ ਕਨਵਿੰਸ ਕਰੀਏ, ਕਿ ਇਹਨੂੰ ਅਸੀਂ ਪ੍ਰੈਸ਼ਰਾਈਜ਼ ਕਰੀਏ, ਉਹਨਾਂ ਨੂੰ ਬਿਲਕੁਲ ਕੁਝ ਨਹੀਂ ਪਤਾ ਲੱਗ ਰਿਹਾ ਹੈ। ਤੇ ਸਿੱਖਾਂ ਨੇ ਵੀ ਬਿਲਕੁਲ ਥੱਲੇ ਲੈਵਲ ਤੇ ਜਿਹੜਾ ਡਿਸਿਪਲਿਨ ਦਿਖਾਇਆ ਜਿਸ ਤਰੀਕੇ ਦੇ ਨਾਲ, ਨਹੀਂ ਅਦਰਵਾਈਜ਼ ਸਾਰਿਆਂ ਨੂੰ ਲੱਗਦਾ ਸੀਗਾ ਕਿ ਇਹ ਸਾਰੀ ਜਿਹੜੀ ਮੂਵਮੈਂਟ ਹੈ ਆਰਗੇਨਾਈਜ਼ ਨਹੀਂ ਹੈ, ਇਹਦੇ ਵਿੱਚ ਜਿਹੜਾ ਕੇਡਰ ਹੈ ਕੋਈ ਕੇਡਰ ਬੇਸਡ ਸਾਰੀਆਂ ਕੋਈ ਆਰਗੇਨਾਈਜੇਸ਼ਨਾਂ ਨਹੀਂ ਹਨ, ਉੱਥੇ ਤਾਂ ਬਿਲਕੁਲ ਆਮ ਸੰਗਤ ਹੈ। ਜਿਸ ਚੀਜ਼ ਨੇ ਉੱਥੇ ਸਾਰੇ ਕਾਸੇ ਨੂੰ ਇੰਨੇ ਮਤਲਬ ਲੱਖ ਤੋਂ ਉੱਤੇ 1.5 ਲੱਖ ਬੰਦਾ ਹੋਏਗਾ ਜਿਹੜਾ ਉੱਥੇ ਹੈਗਾ, ਇੰਨੇ ਸਾਰੇ ਬੰਦੇ ਦਾ ਜੇ ਇੰਤਜ਼ਾਮ ਹੋਇਆ
ਆਪਾਂ ਬਿਲਕੁਲ ਛੋਟੇ ਲੈਵਲ ਤੋਂ ਲੰਗਰ ਤੋਂ ਆਪਾਂ ਸ਼ੁਰੂ ਕਰੀਏ ਜਾਂ ਹੋਰ ਜ਼ਰੂਰੀ ਵਸਤਾਂ ਦੀ ਗੱਲ ਕਰੀਏ, ਚਾਹੇ ਉੱਥੇ ਰਹਿਣ ਦੀ ਗੱਲ ਕਰੀਏ ਜਾਂ ਹੋਰ ਵੀ ਉੱਥੇ ਜਿਸ ਤਰੀਕੇ ਦੇ ਨਾਲ ਵੀ ਉਹ ਸਾਰੇ ਐਡੇ ਲੰਬੇ ਕਿੰਨੇ ਮਤਲਬ 25-30 ਕਿਲੋਮੀਟਰ ਦੇ ਏਰੀਏ ਦੇ ਵਿੱਚ ਇੰਨਾ ਸਾਰਾ ਫੈਲਿਆ ਹੋਇਆ, ਉਹ ਜਿਹੜਾ ਸਾਰਾ ਕੁਝ ਆਲ ਆਫ ਅ ਸਡਨ ਅਚਾਨਕ ਹੀ ਕੁਝ ਘੰਟਿਆਂ 'ਚ ਆਰਗੇਨਾਈਜ਼ ਹੋ ਗਿਆ। ਉਹ ਵੀ ਇਸੇ ਕਰਕੇ ਹੋ ਗਿਆ ਕਿ ਸਾਡੇ ਕਲਚਰ ਦੇ ਵਿੱਚ ਸਿੱਖੀ ਪਈ ਸੀਗੀ। ਅਸੀਂ ਜਿਸ ਤਰੀਕੇ ਨਾਲ ਲੰਗਰ ਲਾ ਲਏ ਨੇ ਜਾਂ ਜਿਸ ਤਰੀਕੇ ਦੇ ਨਾਲ ਸਾਰਾ ਇਨਫਰਾਸਟ੍ਰਕਚਰ ਡਿਵੈਲਪ ਕਰ ਲਿਆ ਉਹ ਸਟੇਟ ਦਾ ਬਿਲਕੁਲ ਅੰਦਾਜ਼ਾ ਹੀ ਨਹੀਂ ਲਾ ਸਕਦੀ ਸੀਗੀ ਉਹਦਾ। ਨਹੀਂ, ਸਟੇਟ ਦੇ ਹਿਸਾਬ ਦੇ ਨਾਲ ਤਾਂ ਐਨੀ ਉਹਨਾਂ ਨੇ ਫੌਜ ਮੂਵ ਕਰਨੀ ਹੋਏ, ਫੌਜ ਹਾਲਾਂਕਿ ਬਿਲਕੁਲ ਆਰਗੇਨਾਈਜ਼ ਹੁੰਦੀ ਆ, ਉਹਦੇ ਵਿੱਚ ਸਾਰੀ ਤਰ੍ਹਾਂ ਦੇ ਡਿਪਾਰਟਮੈਂਟ ਹੁੰਦੇ ਆ, ਤਾਂ ਵੀ ਉਹ ਇੰਨੀ ਛੇਤੀ ਐਡੀ ਵੱਡੀ ਫੌਜ ਮੂਵ ਨਹੀਂ ਕਰ ਸਕਦੀ ਤੇ ਉਹਦੇ ਰਹਿਣ ਦੀ ਐਡੀ ਇੱਕ ਆਰਜੀ ਛਾਉਣੀ ਨਹੀਂ ਬਣਾ ਸਕਦੀ ਜਿੱਡੀ ਸਿੱਖਾਂ ਨੇ ਉੱਥੇ ਕ੍ਰੀਏਟ ਕਰ ਦਿੱਤੀ ਹੈ। ਤੇ ਉਹ ਆਇਆ ਕਿੱਥੋਂ ਆ? ਉਹ ਸਾਡੇ ਕਲਚਰ ਦੇ ਵਿੱਚੋਂ ਹੀ ਆਇਆ, ਸਾਡੀ ਟ੍ਰੈਡੀਸ਼ਨ ਚੋਂ ਆਇਆ, ਜਿਹੜੀ ਹਿਸਟਰੀ ਪਿਛਲੇ ਲਗਾਤਾਰ 300 ਸਾਲ ਤੋਂ ਜਾਂ ਢਾਡੀਆਂ ਤੋਂ ਜਾਂ ਪੜ੍ਹ ਰਹੇ ਆ, ਸੁਣ ਰਹੇ ਆ, ਜਿਹੜੀ ਸਹਿਜ ਹੀ ਸਾਡੇ ਮਨ ਦੇ ਵਿੱਚ ਵਸੀ ਹੋਈ ਸੀ। ਬਿਲਕੁਲ ਸਹਿਜ ਦੇ ਵਿੱਚ ਹੀ ਉਹ ਰਿਸਪੌਂਸ ਦੇ ਵਿੱਚ ਐਡਾ ਵੱਡਾ ਕੰਮ ਕਰ ਲਿਆ। ਇੰਡੀਆ ਇਸੇ ਕਰਕੇ ਇੰਡੀਅਨ ਸਟੇਟ ਦੇ ਕੋਲੋਂ ਵੀ ਆਪਣਾ ਰਿਸਪੌਂਸ ਨਹੀਂ ਬਣਿਆ, ਕਿਉਂਕਿ ਉਹਨਾਂ ਨੇ ਅੰਦਾਜ਼ਾ ਤਾਂ ਜੋ ਉਹਨਾਂ ਦੇ ਸੈੱਟ ਪ੍ਰੋਟੋਕਾਲ ਹੈ ਉਹਦੇ ਹਿਸਾਬ ਨਾਲ ਲਾਣਾ ਹੁੰਦਾ ਹਨਾ। ਉਹਨਾਂ ਨੂੰ ਲੱਗਿਆ ਵੀ ਇੰਨੇ ਲੋਕ ਆਣਗੇ, ਇੰਨੇ ਲੋਕਾਂ ਨੂੰ ਤਾਂ ਇੱਥੇ ਰਹਿਣ ਦਾ ਹੀ ਨਹੀਂ ਇੰਤਜ਼ਾਮ ਹੋ ਸਕਦਾ, ਇਹ ਤਾਂ 2-4 ਦਿਨਾਂ ਦੇ ਵਿੱਚ ਪਰੇਸ਼ਾਨ ਹੋ ਕੇ ਹੀ ਮੁੜ ਜਾਣਗੇ ਹਨਾ। ਵੀ ਲੰਗਰ ਕਿੱਥੋਂ ਲੈ ਕੇ ਆਣਗੇ, ਨਹਾਉਣ ਦਾ ਕਿੱਥੋਂ ਸਮਾਨ ਲੈ ਕੇ ਆਣਗੇ, ਇੰਨੇ ਹਜ਼ਾਰ ਬੰਦਾ ਜਾਂ ਇੰਨੇ ਹਜ਼ਾਰ ਵਹੀਕਲ, ਉਹਨੂੰ ਤੁਸੀਂ ਮਤਲਬ ਐਜ਼ ਏ ਟ੍ਰੈਫਿਕ ਆਰਗੇਨਾਈਜ਼ ਕਰਨਾ ਹੋਵੇ ਤੇ ਉਹਦੇ ਲਈ ਕਿੰਨੀ ਜ਼ਿਆਦਾ ਟ੍ਰੈਫਿਕ ਪੁਲਿਸ ਚਾਹੀਦੀ ਸੀਗੀ ਉਹਨਾਂ ਨੂੰ ਹਨਾ। ਉੱਥੇ ਨਾ ਕੋਈ ਟ੍ਰੈਫਿਕ ਪੁਲਿਸ, ਕੁਝ ਵੀ ਨਹੀਂ ਹੋਇਆ, ਸਾਰਾ ਕੁਝ ਆਪਣੇ ਆਪ ਹੀ ਹੋ ਗਿਆ, ਉਹ ਕਿਉਂਕਿ ਸਾਡੇ ਖੂਨ ਦੇ ਵਿੱਚ ਪਿਆ ਸੀਗਾ। ਤਾਂ ਉਹਦੇ ਵਿੱਚ ਜੋ ਕੁਝ ਵੀ ਆਇਆ ਉਹ ਪਿਛਲੇ 300 ਸਾਲ ਦੇ ਵਿੱਚੋਂ ਜੋ ਸਾਡੀਆਂ ਸਾਰੀਆਂ ਨਸਲਾਂ ਨੇ ਸਿੱਖੀ ਦੇ ਵਿੱਚੋਂ ਗ੍ਰਹਿਣ ਕੀਤਾ ਹੈ ਤੇ ਉਹ ਹੁਣ ਇਸ ਵੇਲੇ ਪ੍ਰੈਕਟਿਸ ਦੇ ਵਿੱਚ ਪ੍ਰਗਟ ਹੋ ਗਿਆ ਸਾਰਿਆਂ ਦੇ ਸਾਹਮਣੇ। ਇਸੇ ਕਰਕੇ ਸਟੇਟ ਨੂੰ 15 ਦਿਨ ਹੋ ਗਏ, ਸਟੇਟ ਉਸ ਚੀਜ਼ ਨਾਲ ਰੀਕਨਸਾਈਲ ਹੀ ਨਹੀਂ ਕਰ ਪਾ ਰਹੀ, ਉਹ ਚੀਜ਼ ਨੂੰ ਜਜ਼ਬ ਨਹੀਂ ਕਰ ਪਾ ਰਹੀ ਕਿ ਕਿਆ ਹੋ ਗਿਆ ਹੈ। ਤੇ ਜਿੱਦਾਂ ਭਾਈ ਸਾਹਿਬ ਜੀ ਤੁਸੀਂ ਪਿੱਛੇ ਕਿਹਾ ਵੀ ਹੈਗਾ ਕਿ ਵੀ ਇਹਨੂੰ ਜਿਹੜੀ ਸਾਰੀ ਡਰਾਈਵਿੰਗ ਫੋਰਸ ਆ ਇਹ ਆਪਣਾ ਇਹ ਸਿੱਖਾਂ ਦਾ ਇਤਿਹਾਸ ਆ, ਤੇ ਮਤਲਬ ਚਾਹੇ ਉਹ ਸਿੱਖ ਨੇ ਚਾਹੇ ਉਹ ਨੌਨ ਸਿੱਖ ਨੇ, ਤਾਂ ਮਤਲਬ ਜਦੋਂ ਉਹ ਗੱਲ ਕਰਦੇ ਨੇ ਤਾਂ ਇੱਕ ਆਪਣੇ ਇਤਿਹਾਸ ਦੀ ਲਾਈਟ ਚੋਂ ਹੀ ਗੱਲ ਕਰਦੇ ਨੇ। ਤਾਂ ਫਿਰ ਚਾਹੇ ਉਹ ਉੱਥੇ ਹੁਣ ਜਦੋਂ ਇਹ ਸਾਰਾ ਸੰਘਰਸ਼ ਜਾਂ ਇਹ ਸਾਰਾ ਮੋਰਚਾ, ਇਹ ਡਰਾਈਵਿੰਗ ਫੋਰਸ ਹੀ ਸਿੱਖੀ ਆ ਜਾਂ ਸਿੱਖਾਂ ਦਾ ਇਤਿਹਾਸ ਆ, ਤਾਂ ਉੱਥੇ ਫਿਰ ਉਹ ਇੰਡੀਅਨ ਫਾਰਮਰਸ ਜਾਂ ਇੰਡੀਅਨ ਜਿੱਦਾਂ ਜਿਹਦਾ ਇੰਟਰਨੈਸ਼ਨਲੀ ਇਹ ਜਦੋਂ ਰਿਪੋਰਟਿੰਗ ਹੁੰਦੀ ਹੈ ਤਾਂ ਇੰਡੀਅਨ ਫਾਰਮਰਸ ਕਿਹਾ ਜਾਂਦਾ ਹੈ ਨਾ। ਤਾਂ ਕੀ ਉੱਥੇ ਜਦੋਂ ਗੱਲ ਕਰਦੇ ਆ ਤਾਂ ਮਤਲਬ ਜ਼ਿਆਦਾਤਰ ਲੋਕਾਂ ਨਾਲ ਗੱਲ ਕਰਦੇ ਆ, ਉਹ ਵੀ ਮਤਲਬ ਜਿਹੜੇ ਮੇਨ ਲੀਡਰਸ ਨੇ ਉਹ ਵੀ ਐਜ਼ ਅ ਇੰਡੀਅਨ ਰਿਪਰੈਜ਼ੈਂਟ ਹੁੰਦੇ ਨੇ ਕਿ ਵੀ ਅਸੀਂ ਇੰਡੀਅਨ ਫਾਰਮਰਸ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਜਾਂ ਕੁਝ ਵੀ। ਤਾਂ ਇਹ ਕੀ ਉਹ ਡਰ ਆ ਵੀ ਆਪਾਂ ਆਪਣਾ ਖੁੱਲ੍ਹ ਕੇ ਇੱਕ ਜਿੱਦਾਂ ਉੱਥੇ ਇਹ ਗੱਲ ਨਹੀਂ ਕਰ ਸਕਦੇ ਵੀ ਇਹ ਸਿੱਖਾਂ ਦਾ ਹੀ ਸੰਘਰਸ਼ ਆ, ਜਾਂ ਫਿਰ ਇੱਕ ਜਿਹੜਾ ਉਹ ਵੈਕਿਊਮ ਕ੍ਰੀਏਟ ਕੀਤਾ ਗਿਆ ਸੀਗਾ ਕਿ ਵੀ ਉਸ ਡਰ ਦੇ ਵਿੱਚੋਂ ਹਲੇ ਗੱਲ ਨਹੀਂ ਕਰਨਾ ਚਾਹੁੰਦੇ ਕਿ ਵੀ ਉਹ ਇਹਨੂੰ ਜਿਵੇਂ ਲੇਬਲ ਕਰ ਦੇਣਗੇ, ਜਿਵੇਂ ਇਹ ਮੂਵਮੈਂਟ ਨੂੰ ਪਿੱਛੇ ਵੀ ਹਾਂ ਖਾਲਿਸਤਾਨੀ ਹੈ ਜਾਂ ਇੱਦਾਂ ਇੱਕ ਨੈਰੇਟਿਵ ਵੀ ਸਿਰਜਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀਗੀ। ਨਹੀਂ, ਡਰ ਵਾਲੀ ਗੱਲ ਨਹੀਂ। ਉੱਥੇ ਤਾਂ ਹੁਣ ਆਪਾਂ ਕਿੰਨੇ ਦੇਖੇ ਨੇ, ਗੁਜਰਾਤ ਦੇ ਕਿਸਾਨ, ਰਾਜਸਥਾਨ ਦੇ ਕਿਸਾਨ, ਹਰਿਆਣੇ ਦੇ ਕਿਸਾਨ, ਜਿਹੜੇ ਇਹ ਕਹਿੰਦੇ ਆ ਵੀ ਜੇ ਹੱਕ ਮੰਗਣ ਨੂੰ ਜੀ ਖਾਲਿਸਤਾਨੀ ਕਹਿਣਾ, ਅਸੀਂ ਫਿਰ ਖਾਲਿਸਤਾਨੀ। ਡਰ ਵਾਲੀ ਨਹੀਂ ਗੱਲ। ਆਪਾਂ ਜਿਹੜਾ ਇੱਕ ਨੁਕਤਾ ਮਿਸ ਕਰ ਰਹੇ ਹਾਂ ਸਦਾ, ਕਿ ਸਿੱਖ ਦੇ ਸਿਰ ਤੇ, ਖਾਲਸਾ ਪੰਥ ਦੇ ਸਿਰ ਦੇ ਉੱਤੇ ਸਰਬੱਤ ਦੇ ਭਲੇ ਦੇ ਲਈ, ਨਿਮਾਣੇ ਨਿਤਾਣੇ ਦੇ ਲਈ ਲੜਨ ਦਾ ਫਰਜ਼ ਆਇਦ ਹੈ। ਸਿੱਖ ਨੇ ਜੇ ਜਾਬਰ ਦੇ ਖਿਲਾਫ ਲੜਨਾ ਹੈ ਤਾਂ ਸਿਰਫ ਆਪਣੀ ਸਿਕਿਉਰਿਟੀ ਲਈ ਨਹੀਂ ਲੜਨਾ ਹੈ। ਜਿੱਦਾਂ ਬਾਕੀ ਦੁਨੀਆ ਦੀਆਂ ਸਾਰੀਆਂ ਨੇਸ਼ਨਸ ਜਾਂ ਜਿਹੜੇ ਪੋਲੀਟੀਕਲ ਗਰੁੱਪ ਹੋਣ, ਚਾਹੇ ਸੋਸ਼ਲ ਗਰੁੱਪ ਹੋਣ, ਉਹ ਇਕੱਲੇ ਆਪਣੀ ਲੜਾਈ ਲੜਦੇ ਆਪਣੀ ਹੋਣ ਦੇ ਲਈ। ਇੱਥੇ ਸਿੱਖ ਸਾਰੇ ਇੰਡੀਆ ਦਾ ਜਿਹੜਾ ਨਿਮਾਣਾ ਨਿਤਾਣਾ ਹੈਗਾ ਉਹਦਾ ਨੁਮਾਇੰਦਾ ਬਣ ਕੇ ਲੜ ਰਿਹਾ। ਇਹ ਗੱਲ ਆਪਣੇ ਜ਼ਰੂਰ ਸਮਝਣ ਦੀ ਹੈ ਕਿ ਸਿੱਖ ਸਦਾ ਹੀ, ਜਦੋਂ ਸਿੱਖ 18ਵੀਂ ਸਦੀ 'ਚ ਵੀ ਲੜ ਰਹੇ ਸੀਗੇ, ਉਦੋਂ ਸਿੱਖ ਇਕੱਲੇ ਆਪਣੇ ਲਈ ਥੋੜੀ ਲੜ ਰਹੇ ਸੀਗੇ। ਹੁਣ ਜਿਹੜਾ ਉਹਨੇ ਰਾਖੀ ਪ੍ਰਬੰਧ ਲੈ ਕੇ ਆਂਦਾ, ਉਹ ਕਿਹਦੇ ਲਈ ਲੈ ਕੇ ਆਂਦਾ ਸੀਗਾ? ਉਹ ਸਾਰੇ ਪੰਜਾਬੀਆਂ ਲਈ ਸੀਗਾ। ਉਹ 'ਚ ਮੁਸਲਮਾਨ ਵੀ ਸੀਗੇ, ਮੁਸਲਮਾਨ ਦਾ 55% ਸੀਗੇ,
ਕੁਝ 35% ਹਿੰਦੂ ਵੀ ਸੀਗੇ, ਕੁਝ ਐਵਰੀਬਡੀ ਸੀਗਾ, ਇੱਥੋਂ ਦੇ ਜਾਂਗਲੀ ਵੀ ਸੀਗੇ, ਸਾਰਿਆਂ ਦੇ ਲਈ ਸੀਗਾ ਰੱਖਿਆ ਦਾ ਪ੍ਰਬੰਧ। ਅੱਜ ਵੀ ਇਹ ਆ ਕਿ ਇਹ ਜਿਹੜੀ ਲੜਾਈ ਆ ਇਹ ਦਿੱਲੀ ਤਖਤ ਦੇ ਖਿਲਾਫ ਜੇ ਹੋ ਰਹੀ ਆ ਤਾਂ ਦਿੱਲੀ ਤਖਤ ਦੇ ਖਿਲਾਫ ਸਿਰਫ ਆਪਣੀ ਪ੍ਰੋਟੈਕਸ਼ਨ ਲਈ ਨਹੀਂ ਹੋ ਰਹੀ, ਆਪਣੀ ਪ੍ਰੋਟੈਕਸ਼ਨ ਤਾਂ ਉਹਦੇ ਵਿੱਚ ਹੀ ਹੈਗੀ ਹੈ। ਇਹ ਇਸ ਖਿੱਤੇ ਦੇ ਵਿੱਚ ਜੋ ਵੀ ਨਿਤਾਣਾ ਇਹ ਹਰੇਕ ਦੀ ਧਿਰ ਬਣ ਕੇ ਆਪਾਂ ਲੜ ਰਹੇ ਹਾਂ। ਇਹ ਇੱਕ ਖਾਸ ਗੱਲ ਦੇਖੋ ਕਿ ਇੰਡੀਆ ਦੇ ਵਿੱਚ ਜਿਹੜੀਆਂ ਇਹ ਸੈਂਟਰਲਾਈਜ਼ਡ ਬਿਰਤੀ ਸੀਗੀ, ਜਿਹਦੀ ਜ਼ਿਆਦਾ ਲਗਾਤਾਰ ਹੁਣ ਚੜ੍ਹਾਈ ਹੋ ਰਹੀ ਸੀਗੀ, ਉਹਨਾਂ ਨੇ ਬਹੁਤ ਸਾਰੇ ਵੱਖ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਆ, ਵੱਖ-ਵੱਖ ਪੋਲੀਟੀਕਲ ਧਰਾਵਾਂ ਵਾਲੇ, ਵੱਖ-ਵੱਖ ਧਰਮਾਂ ਵਾਲੇ, ਜਾਂ ਹਿੰਦੂਆਂ ਦੇ ਹਿਸਾਬ ਦੇ ਨਾਲ ਵੱਖ-ਵੱਖ ਜਾਤ ਵਾਲੇ, ਵੱਖ-ਵੱਖ ਸੱਭਿਆਚਾਰ ਵਾਲੇ, ਜਿੰਨੇ ਸਾਰੇ ਲੋਕ ਸੀਗੇ ਸਾਰੇ ਦਬਾਅ ਤੇ ਸੀਗੇ। ਕੋਈ ਵੀ ਸਿੱਖਾਂ ਤੋਂ ਵੱਧ ਗਿਣਤੀ ਹੋਣ ਦੇ ਬਾਵਜੂਦ ਵੀ, ਜ਼ਿਆਦਾ ਵੱਡੇ ਸਮੂਹ ਹੋਣ ਦੇ ਬਾਵਜੂਦ ਵੀ ਉਸ ਤਰੀਕੇ ਦੇ ਨਾਲ ਸੈਂਟਰ ਨੂੰ ਚੁਣੌਤੀ ਨਹੀਂ ਦੇ ਸਕਿਆ ਸੀਗਾ। ਅੱਜ ਜਦੋਂ ਸਿੱਖਾਂ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਆ ਤਾਂ ਬਾਕੀ ਸਾਰਾ ਹੀ ਜਿਹੜਾ ਨਿਤਾਣਾ ਹਿੱਸਾ ਹੈ ਇੰਡੀਆ ਦਾ, ਉਹ ਸੁੱਖ ਦਾ ਸਾਹ ਲੈ ਰਿਹਾ। ਇਸੇ ਕਰਕੇ ਉਹ ਸਿੱਖਾਂ ਨੂੰ ਆਪਣੇ ਲੀਡਰ ਤਸਲੀਮ ਕਰ ਰਿਹਾ। ਤੁਸੀਂ ਲਗਾਤਾਰ ਉੱਥੇ ਦੀ ਰਿਪੋਰਟਿੰਗ ਦਾ ਸੁਣੋ, ਹਨਾ, ਜਿਹੜੇ ਬੰਦਿਆਂ ਨੇ CAA ਦੇ ਵਕਤ ਰਿਪੋਰਟਿੰਗ ਕਵਰੇਜ ਕੀਤੀ ਸੀਗੀ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਆਲੇ ਦੁਆਲੇ ਸਾਰੇ ਇੰਡੀਆ ਦੇ ਵਿੱਚ, ਉਹਨਾਂ ਦੇ ਨਾਲੋਂ ਸਿੱਖਾਂ ਦੇ ਵਿੱਚ ਇੱਕ ਬਹੁਤ ਸਪਸ਼ਟ ਫਰਕ ਉਹ ਦੱਸਦੇ ਵੀ ਸਿੱਖਾਂ ਦੇ ਵਿੱਚ ਜਿਹੜਾ ਇਹ ਇਕੱਠ ਹੈ ਇਹ ਬਿਲਕੁਲ ਬੇਖੌਫ ਤੇ ਚੜ੍ਹਦੀ ਕਲਾ ਵਾਲਾ ਹੈ। ਸੈਂਟਰ ਦੇ ਤੋਂ ਡਰ ਵਾਲੀ ਕੋਈ ਗੱਲ ਹੀ ਹੈ ਨਹੀਂ ਇਹਦੇ ਵਿੱਚ। ਉਸ ਗੱਲ ਕਰਕੇ ਹੀ ਬਾਕੀ ਸਾਰੇ ਹਿੱਸੇ ਇਹਨੂੰ, ਇਸ ਸੰਘਰਸ਼ ਨੂੰ, ਆਪਣੀ ਸੰਘਰਸ਼ ਚੋਂ ਆਪਣੀ ਮੁਕਤੀ ਦਾ ਰਾਹ ਦੇਖ ਰਹੇ। ਸਿੱਖਾਂ ਦੇ ਸਿਰ, ਖਾਲਸਾ ਪੰਥ ਦੇ ਸਿਰ ਸਦਾ ਹੀ ਇਹ ਫਰਜ਼ ਆਇਦ ਰਹਿਣਾ ਹੈ ਜਿਹੜਾ ਮਹਾਰਾਜ ਨੇ ਕੀਤਾ ਹੈ ਕਿ ਉਹਨਾਂ ਨੇ ਕੱਲੀ ਆਪਣੀ ਲੜਾਈ ਨਹੀਂ ਲੜਨੀ ਹੈ, ਉਹਨਾਂ ਨੇ ਹਰੇਕ ਨਿਮਾਣੇ ਨਿਤਾਣੇ ਦੀ ਲੜਾਈ ਲੜਨੀ ਹੈ। ਜਦੋਂ ਹਰੇਕ ਨਿਮਾਣੇ ਨਿਤਾਣੇ ਦੀ ਲੜਾਈ ਲੜੀ ਜਾ ਰਹੀ ਆ, ਉਹਦੇ ਵਿੱਚ ਆਪਾਂ ਨੂੰ ਇਨਸਿਕਿਉਰ ਹੋਣ ਦੀ ਗੱਲ ਨਹੀਂ ਹੈ। ਹਰੇਕ ਬੰਦਾ ਜਿਹੜਾ ਅਦਰ ਆਂਦਾ ਉਹ ਬੜੇ ਆਰਾਮ ਨਾਲ ਤਸਲੀਮ ਕਰ ਰਿਹਾ ਕਿ ਇਹ ਸਿੱਖਾਂ ਦਾ ਇਕੱਠ ਹੈ। ਇਹ ਸਾਡੀ ਕੋ ਆਪਣੇ ਅੰਦਰ ਦੀ ਕੋਈ ਸਾਡੀਆਂ ਕਮੀਆਂ ਨੇ ਜਿਹੜੀਆਂ ਬਿਲਕੁਲ ਪ੍ਰਤੱਖ ਸਿੱਖੀ ਰੂਪ ਵਿੱਚ ਹੋਣ ਦੇ ਬਾਵਜੂਦ ਵੀ ਅਸੀਂ ਚਾਹੁੰਦੇ ਕਿ ਸਾਰਾ ਕੁਝ ਹੀ ਸਾਡਾ ਹੋ ਜਾਏ। ਹਾਲਾਂਕਿ ਲੋਕ ਤੁਹਾਨੂੰ ਲੀਡਰ ਮੰਨ ਰਹੇ ਆ, ਤੁਸੀਂ ਉਹ ਸਾਰੀ ਫਾਈਟ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਆ, ਸਾਰੇ ਤੁਹਾਨੂੰ ਆਪਣਾ ਲੀਡਰ ਤਸਲੀਮ ਕਰ ਰਹੇ ਆ, ਉਹਦੇ ਬਾਵਜੂਦ ਅਸੀਂ ਮਤਲਬ ਆਪਾਂ ਲੱਗਦਾ ਵੀ ਸਾਰਾ ਕੁਝ ਹੀ ਅਸੀਂ ਹੋ ਜਾਈਏ। ਅਸੀਂ ਇਸ ਲੜਾਈ ਦੇ ਵੈਨਗਾਰਡ ਹੈ, ਬਾਕੀਆਂ ਦੇ ਲਈ ਵੀ ਆਪਾਂ ਲੜ ਰਹੇ ਹਾਂ। ਉਹਨਾਂ ਸਾਰਿਆਂ ਦੀ ਆਪੋ ਆਪਣਾ ਯੋਗਦਾਨ ਤੇ ਆਪੋ ਆਪਣੀ ਸਪੇਸ ਰਹਿਣੀ ਹੈ। ਤੋ ਇਹ ਸਿੱਖਾਂ ਨੇ ਪਹਿਲਾਂ ਵੀ ਕਰਿਆ ਇਸ ਤਰੀਕੇ ਦੇ ਨਾਲ। ਕੱਲ ਦੀ ਪਰਸੋਂ ਦੀ ਮੈਂ ਤੁਹਾਨੂੰ ਗੱਲ ਦੱਸਦਾ, ਮੈਂ ਉਹਦੀ ਸੁਣ ਰਿਹਾ ਸੀਗਾ, ਮੈਂ ਆਪਣੇ ਰਕੇਸ਼ ਟਕੈਤ ਜਿਹੜੇ ਯੂਪੀ ਦੇ ਲੀਡਰ ਸੀਗੇ, ਉਹਨਾਂ ਨੂੰ ਇੱਕ ਸਵਾਲ ਪੁੱਛਿਆ ਪੱਤਰਕਾਰ ਨੇ ਵੀ ਤੁਸੀਂ ਸੈਂਟਰ ਜਦੋਂ ਇਹ ਕਹਿ ਰਿਹਾ ਵੀ ਅਸੀਂ 5 ਬੰਦਿਆਂ ਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਜ਼ਿਆਦਾ ਵੱਡੇ ਡੈਲੀਗੇਸ਼ਨ ਨਾਲ ਨਹੀਂ ਗੱਲ ਕਰਨਾ ਚਾਹੁੰਦੇ, ਤੇ ਤੁਸੀਂ ਥੋੜੇ ਬੰਦੇ ਜਾਣ ਨੂੰ ਕਿਉਂ ਨਹੀਂ ਮੰਨ ਰਹੇ? ਉਹਦਾ ਸਿੰਪਲ ਉੱਤਰ ਸੀਗਾ, ਉਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪਿਆਰੇ ਸਾਜੇ ਸੀਗੇ, ਵੀ ਸਾਡੇ ਵਿੱਚ ਤਾਂ ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਕੇ ਜਿਹੜੀ ਪੰਚਾਇਤ ਹੈ, ਪੰਜ ਹੈ, ਉਹਨਾਂ ਨੂੰ ਅਸੀਂ ਪਰਮੇਸ਼ਰ ਮੰਨਦੇ। ਕਹਿੰਦਾ ਜਾਂ ਅਸੀਂ ਇਸ ਕਰਕੇ ਨਹੀਂ ਰਹੇ ਕਿ ਸੈਂਟਰ ਦੀ ਨੀਅਤ ਨਹੀਂ ਸਾਫ਼ ਹੈ। ਤੇ ਸੈਂਟਰ ਦੀ ਨੀਅਤ ਸਾਫ਼ ਹੋਏ, ਕਹਿੰਦਾ ਸਾਡੇ 5 ਬੰਦੇ ਜਾ ਕੇ ਆ ਜਾਣ, ਉਹ ਫੈਸਲਾ ਕਰ ਲੈਣ, ਉਹ ਵੀ ਸਾਰਿਆਂ ਨੂੰ ਮਾਨਤਾ ਹੋਊਗੀ। ਯਾਨੀ ਕਿ ਜਿਹੜਾ ਅਦਰ ਹੈ ਉਹ ਹਰੇਕ ਤਰਫ ਤੋਂ ਉਹ ਤੁਹਾਡੀ ਲੀਡਰਸ਼ਿਪ ਨੂੰ ਮੰਨ ਰਿਹਾ ਹੈ, ਤੇ ਹੋਰ ਹੁਣ ਕਿੱਦਾਂ ਮੰਨਣਾ? ਵੀਰ ਜੀ, ਤੁਸੀਂ ਪਿਛਲੇ ਕਈ ਸਾਲਾਂ ਤੋਂ ਤੁਸੀਂ 2 ਚੀਜ਼ਾਂ ਬਾਰੇ ਤੁਸੀਂ ਗੱਲ ਕਰ ਰਹੇ ਆ। ਇੱਕ ਤਾਂ ਸੰਵਾਦ ਕਿ ਸਿੱਖ ਡੈਮੋਕ੍ਰੇਸੀ ਸਹੀ ਰੂਪ ਦੇ ਵਿੱਚ ਤਾਂ ਸਾਡੀ ਇੱਕ ਕਲੈਕਟਿਵ ਦੇਖਣ ਦਾ ਨਜ਼ਰੀਆ ਤਾਂ ਸਿਆਸਤ ਪੈਦਾ ਹੋਵੇ, ਤਾਂ ਦੂਜੀ ਇੱਕ ਲੀਡਰਲੈਸ ਡੀਸੈਂਟਰਲਾਈਜ਼ਡ ਲੀਡਰਸ਼ਿਪ ਦੀ ਤੁਸੀਂ ਗੱਲ ਕਰਦੇ ਆ। ਸੋ ਇਹ 2 ਨੀਤੀਆਂ ਆਪਸ ਵਿੱਚ ਮੇਲ ਕਿੱਦਾਂ ਖਾਂਦੀਆਂ ਆ, ਤਾਂ ਤੁਸੀਂ ਇਹਨਾਂ ਨੂੰ ਅਹਿਮੀਅਤ ਕਿਹੜੇ ਕਾਰਨਾਂ ਕਰਕੇ ਦਿੰਦੇ ਆ? ਅਹਿਮੀਅਤ ਦੇਣ ਦੀ ਕਾਰਨ ਤਾਂ ਇਹੀ ਆ ਕਿ ਮਹਾਰਾਜ ਨੇ ਹੀ ਆਪਾਂ ਨੂੰ ਇਹ ਲੀਡਰਸ਼ਿਪ ਦਾ ਤਰੀਕਾ ਵਰਤ ਦਿੱਤਾ ਸੀਗਾ, ਹਨਾ। ਤੇ ਸਿੱਖਾਂ ਨੇ ਇਹ ਤਰੀਕਾ ਡੀਸੈਂਟਰਲਾਈਜ਼ ਲੀਡਰਸ਼ਿਪ ਦਾ, ਜਿਹਨੂੰ ਆਪਾਂ ਸਿੱਖਾਂ ਦੇ ਵਿੱਚ ਹੰਨੇ ਮੀਰੀ ਦੇ ਰੂਪ ਦੇ ਵਿੱਚ ਕਹਿੰਦੇ ਆ, ਕਿ ਸਿੱਖਾਂ ਨੇ ਪ੍ਰੈਕਟਿਸ ਕੀਤਾ ਤੇ ਸਿੱਖਾਂ ਦਾ ਟੈਸਟਡ ਤੇ ਸਫਲ ਤਰੀਕਾ ਹੈ ਉਹ। ਤੇ ਆ ਜੋ ਹੁਣ ਇੱਥੇ ਹੋਇਆ, ਇਸ ਸਟਰਗਲ ਨੇ ਤਾਂ ਦੁਬਾਰਾ ਉਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਹੈ ਨਾ।
ਹੋ ਸਕਦਾ ਕਿ ਜਦੋਂ ਤੁਹਾਡਾ ਰਾਜ ਹੋ ਜਾਏ, ਜਦੋਂ ਤੁਸੀਂ ਗਵਰਨੈਂਸ ਕਰਨੀ ਹੋਏ, ਉਦੋਂ ਸੈਂਟਰਲਾਈਜ਼ ਲੀਡਰਸ਼ਿਪ ਨਾਲ ਸਰ ਜਾਂਦਾ ਹੋਏ, ਹੈ ਨਾ। ਸਟਰਗਲ ਦੇ ਵਕਤ ਤਾਂ ਡੀਸੈਂਟਰਲਾਈਜ਼ ਲੀਡਰਸ਼ਿਪ ਹੈ ਜਿਹੜੀ, ਉਹੀ ਸਭ ਤੋਂ ਕਾਮਯਾਬ ਤਰੀਕਾ ਰਿਹਾ, ਤੇ ਇਸ ਸਟਰਗਲ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਨਾ। ਲੀਡਰਸ਼ਿਪ ਜੋ ਸਿੱਖਾਂ ਦੇ ਵਿੱਚ ਗੁਰਮਤੇ ਦੇ ਰੂਪ ਦੇ ਵਿੱਚ ਆਪਾਂ ਡਿਵੈਲਪ ਹੁੰਦੀ ਦੇਖੀ ਆ, ਸੁਣੀ ਆ, ਸਾਡੀ ਹਿਸਟਰੀ ਦਾ ਉਹ ਵੱਡਾ ਪਾਰਟ ਹੈ ਹਨਾ। ਉਸ ਤਰ੍ਹਾਂ ਦੀ ਲੀਡਰਸ਼ਿਪ ਹੈਗੀ ਇਹ ਹੁਣ ਇੱਥੇ ਹੁਣ ਉਹੀ ਪ੍ਰੈਕਟਿਸ ਦੇ ਵਿੱਚ ਆ। ਗੁਰਮਤੇ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਹੁੰਦਾ ਸੀਗਾ ਕਿ ਸਾਂਝੀ ਲੀਡਰਸ਼ਿਪ ਹੁੰਦੀ ਆ, ਫੈਸਲਾ ਸੰਗਤ ਦੀ ਕੰਸਲਟੇਸ਼ਨ ਦੇ ਨਾਲ ਹੁੰਦਾ, ਲੀਡਰ ਤਾਂ ਸਿਰਫ ਉਹਦਾ ਨੁਮਾਇੰਦਾ ਜਾਂ ਬੁਲਾਰਾ ਹੁੰਦਾ। ਜਿਹੜਾ ਲੀਡਰ ਹੈ ਉਹ ਡਿਸੀਜਨ ਆਪ ਨਹੀਂ ਲੈਂਦਾ, ਉਸ ਜੋ ਸੰਗਤ ਡਿਸੀਜਨ ਲੈਂਦੀ ਆ ਉਹਦਾ ਬੁਲਾਰਾ ਹੁੰਦਾ, ਜਾਂ ਉਹਨੂੰ ਬਸ ਇੰਪਲੀਮੈਂਟ ਕਰਦਾ ਸੰਗਤ ਦੇ ਡਿਸੀਜਨ ਨੂੰ। ਤੇ ਇੱਥੇ ਵੀ ਇਹੀ ਹੋ ਰਿਹਾ ਬਿਲਕੁਲ। ਜੋ ਵੀ ਡਿਸੀਜਨ ਨੇ ਜੇ ਇਕੱਲੀ ਲੀਡਰਸ਼ਿਪ ਨੇ ਲੈਣੇ ਹੁੰਦੇ ਤਾਂ ਲੀਡਰਸ਼ਿਪ ਦੇ ਬਾਰੇ ਆਪਾਂ ਨੂੰ ਸਾਰਿਆਂ ਦੇ ਤਾਂ ਨਹੀਂ ਮੈਂ ਕਹਿੰਦਾ, ਕਾਫੀ ਕਿਸਾਨ ਯੂਨੀਅਨਾਂ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਉਹਦੇ ਆਪਣੇ ਕੋਲ ਪੁਰਾਣੇ ਪੰਜਾਬ ਦੇ ਤਜਰਬੇ ਹੈਗੇ ਆ ਨਾ, ਉਹਨਾਂ ਤਜਰਬਿਆਂ ਦੇ ਆਧਾਰ ਦੇ ਉੱਤੇ ਆਪਾਂ ਨੂੰ ਪਤਾ ਹੈ ਕਿ ਉਹ ਐਡੇ ਵੱਡੇ ਸਟਰਗਲ ਔਨ ਹਿਜ਼ ਓਨ ਨਹੀਂ ਲੜ ਸਕਦੇ ਸੀਗੇ। ਉਹਨਾਂ ਕੋਲ ਇਸ ਤਰੀਕੇ ਦੇ ਡਿਸੀਜਨ ਨਹੀਂ ਲੈ ਹੋਣੇ ਸੀਗੇ ਜਿੱਦਾਂ ਦੇ ਉਹ ਲੈ ਰਹੇ ਆ। ਉਹ ਡਿਸੀਜਨ ਇਸੇ ਕਰਕੇ ਅੱਜ ਤੱਕ ਸਹੀ ਲੈ ਰਹੇ ਆ ਕਿ ਉੱਥੇ ਦਾ ਜਿਹੜਾ ਕੁਦਰਤ ਵਾਸਤੇ ਹੀ ਕੋਈ ਮਹਾਰਾਜ ਦੀ ਕਲਾ ਐਸੀ ਵਰਤੀ ਆ ਕਿ ਉਹ ਆਪਣੇ ਆਪ ਹੀ ਉਹ ਪ੍ਰੋਸੈਸ ਇਵੋਲਵ ਹੋ ਗਿਆ ਜੋ ਅਸਲ ਸਿੱਖਾਂ ਦਾ ਸੀਗਾ ਉੱਥੇ। ਤੇ ਹੁਣ ਡਿਸੀਜਨ ਉੱਥੇ ਸੰਗਤ ਲੈਂਦੀ ਆ, ਲੀਡਰ ਤਾਂ ਉਹ ਸੰਗਤ ਦੇ ਡਿਸੀਜਨ ਦੇ ਨੁਮਾਇੰਦਾ ਬਣ ਕੇ ਸੈਂਟਰ ਦੇ ਨਾਲ ਗੱਲ ਕਰਨ ਜਾ ਰਿਹਾ। ਤੇ ਜਿੰਨਾ ਟਾਈਮ ਤੱਕ ਇਹ ਮਾਡਲ ਚੱਲੀ ਜਾਣਾ, ਸੰਗਤ ਨੇ ਆਪਣਾ ਰੋਲ ਪਛਾਣ ਹੀ ਰੱਖਣਾ ਹੈ ਕਿ ਫੈਸਲਾ ਅਸੀਂ ਹੀ ਲੈਣਾ ਹੈ, ਲੀਡਰ ਦੇ ਮਗਰ ਨਹੀਂ ਲੱਗਣਾ ਹੈ। ਤਾਂ ਉਹਨਾਂ ਟਾਈਮ ਤੱਕ ਇਹ ਸਹੀ ਚੱਲਣੀ ਹੈ ਸਾਰੀ ਗੱਲ। ਭਾਈ ਸਾਹਿਬ ਜੀ, ਜਿੱਦਾਂ ਇਸ ਸਾਲ ਜੂਨ ਦੇ ਵਿੱਚ ਇੱਕ ਡਰਾਫਟ ਦਸਤਾਵੇਜ਼ ਜਾਰੀ ਕੀਤਾ ਗਿਆ ਜਿਹਦੇ ਵਿੱਚ ਸਾਡੇ ਸਿਧਾਂਤਕ, ਵਿਹਾਰਕ ਤੇ ਰਾਜਨੀਤਿਕ ਦ੍ਰਿਸ਼ਟੀਕੋਣ ਦਾ ਕਾਫੀ ਵਿਸਥਾਰ ਸੀਗਾ, ਅਤੇ ਇਸ ਦਸਤਾਵੇਜ਼ ਬਾਰੇ ਗੱਲ ਕਰਦੇ ਇਹਦੀ ਮਹੱਤਤਾ ਕੀ ਆ, ਤੇ ਜਦੋਂ ਤੁਸੀਂ ਇਹਨੂੰ ਜਾਰੀ ਕੀਤਾ ਤੁਹਾਡੇ ਮਨਾਂ ਦੀ ਉਮੀਦ ਕੀ ਸੀ, ਤੇ ਤਾਂ ਕਿ ਭਵਿੱਖ ਦੇ ਵਿੱਚ ਜਿਹੜੀ ਦਸਤਾਵੇਜ਼ੀ ਆ ਤਾਂ ਜਿਹੜੀ ਖਾਲਸਾ ਪੰਥ ਦੀ ਭੂਮਿਕਾ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਕਿੱਦਾਂ ਤੈਅ ਕਰੂਗੀ, ਉਹ ਤੁਹਾਡੇ ਮਨ ਦੇ ਬਲਬਲੇ ਕੀ ਸੀ ਉਸ ਵੇਲੇ, ਜਾਂ ਉਸ ਪਿਛਲੇ ਜਿਹੜੀ ਮਹੱਤਤਾ ਕੀ ਸੀ? ਨਹੀਂ, ਉਹ ਜਿਹੜਾ ਆਪਾਂ ਦਸਤਾਵੇਜ਼ ਵੀ ਜੂਨ ਦੇ ਵਿੱਚ ਜਾਰੀ ਕੀਤਾ ਸੀਗਾ ਉਹ ਕੋਈ ਇੱਕ ਆਈਸੋਲੇਟਡ ਘਟਨਾ ਨਹੀਂ ਸੀਗੀ, ਹਨਾ। ਇਹ ਜਿੰਨੀ ਵੀ ਸਾਰੀ ਸਿੱਖ ਸਟਰਗਲ ਚੱਲੀ ਆ ਉਹਦਾ ਹੀ ਇੱਕ ਹਿੱਸਾ ਸੀਗੀ। ਖਾੜਕੂ ਮੂਵਮੈਂਟ ਦੇ ਵਕਤ ਵੀ ਜਿਹੜੀ ਆਪਣੀ 80s ਦੀ ਖਾੜਕੂ ਮੂਵਮੈਂਟ ਸੀਗੀ ਉਹਦੇ ਵਿੱਚ ਇਹ ਉਸ ਵਕਤ ਤੋਂ ਹੀ ਪੜਾਅ ਦਰ ਪੜਾਅ ਜਿਸ ਤਰੀਕੇ ਦੇ ਨਾਲ ਪੂਰੀ ਪੰਥ ਦਾ ਸਫ਼ਰ ਹੈਗਾ ਉਹਦਾ ਹੀ ਇੱਕ ਹਿੱਸਾ ਸੀਗੇ, ਹਨਾ। ਇਹ ਜਿਹੜੀ ਗੱਲ ਹੈਗੀ ਹੈ ਇਕੱਲੀ ਆਪਾਂ ਨੂੰ ਹੁਣ ਥੋੜੀ ਲੱਗ ਰਹੀ ਹੈ, ਇਹ ਤਾਂ ਸੰਤ ਜਰਨੈਲ ਸਿੰਘ ਹੋਣਾ ਦੇ ਵਕਤ ਦੀ ਵੀ ਤੁਸੀਂ ਗੱਲ ਜੇ ਆਪਾਂ ਉੱਥੋਂ ਵੀ ਘੱਟੋ ਘੱਟ ਸ਼ੁਰੂ ਕਰਨੀ ਹੋ, ਜਿਵੇਂ ਉਦੋਂ ਜ਼ਿਆਦਾ ਨਾ ਪਿੱਛੇ ਜਾਵਾਂ, ਸੰਤ ਜਰਨੈਲ ਸਿੰਘ ਹੋਣਾ ਦੇ ਵਕਤ ਵੀ ਸੰਤਾਂ ਨੇ ਵੀ ਇਹ ਗੱਲ ਪਛਾਣ ਲਈ ਹੋਈ ਸੀਗੀ ਕਿ ਜਿਸ ਤਰੀਕੇ ਦੇ ਨਾਲ ਇੱਥੇ ਦਾ ਦਿੱਲੀ ਦਾ ਤਖਤ ਹੈਗਾ, ਇਹ ਦਿੱਲੀ ਦਾ ਤਖਤ ਨੇ ਜਿੰਨਾ ਸਾਰਾ ਕੁਝ ਸੈਂਟਰਲਾਈਜ਼ ਕਰ ਲਿਆ, ਉਹਦੇ ਵਿੱਚ ਜਿੰਨੇ ਵੀ ਇੱਥੋਂ ਦੇ ਨਿਮਾਣੇ ਨਤਾਣੇ ਲੋਕ ਹੈਗੇ ਆ ਉਹਨਾਂ ਦੀ ਜਿਹੜੀ ਆਜ਼ਾਦੀ ਦੇ ਰਾਹ ਇਸ ਤਾਕਤ ਦੇ ਰਾਹੀਂ ਨਹੀਂ ਨਿਕਲ ਰਹੇ ਹਨ। ਸੰਤ ਜਰਨੈਲ ਸਿੰਘ ਉਹਨਾਂ ਨੇ ਵੀ ਬੜੇ ਸਫਲਤਾ ਪੂਰਵਕ ਤਰੀਕੇ ਦੇ ਨਾਲ ਟਰਾਈ ਕੀਤੀ ਸੀਗੀ। ਬਹੁਤ ਸਾਰੇ ਹੋਰ ਜਿਹੜੇ ਕਲਚਰ ਸੀਗੇ ਹਨਾ, ਉਹਨਾਂ ਦੇ ਲੀਡਰਸ਼ਿਪ ਜਿਹੜੀ ਸੀਗੀ ਉਹਨੂੰ ਮੋਟੀਵੇਟ ਕਰਨ ਦੀ ਕਿ ਆਪਾਂ ਕੋਈ ਸਾਂਝੀ ਲੀਡਰਸ਼ਿਪ ਕ੍ਰੀਏਟ ਕਰੀਏ ਹਨਾ, ਜਿਹਦੇ ਤਹਿਤ ਉਹਨਾਂ ਨੇ ਫਾਰਕ ਅਬਦੁੱਲਾ ਦੇ ਨਾਲ ਗੱਲ ਕੀਤੀ। ਫਾਰਕ ਅਬਦੁੱਲਾ ਆਪਾਂ ਦੇਖਿਆ ਵੀ ਬਹੁਤ ਬੰਦਿਆਂ ਨੇ ਸੰਤਾਂ ਦੇ ਕੋਲ ਆਇਆ ਹਨਾ। ਉਹ ਗੱਲ ਠੀਕ ਹੈ ਕਿ ਉਹ ਸਾਰੀ 84 ਦੇ ਹਮਲੇ ਤੋਂ ਬਾਅਦ ਜਾਂ ਖਾੜਕੂ ਮੂਵਮੈਂਟ ਦੇ ਤੋਂ ਬਾਅਦ ਆਪਾਂ ਆਪਣੀ ਇਕੱਲੇ ਲੜਾਈ ਲੜਨ ਦੇ ਵਿੱਚ ਆਪਣੀ ਇੰਨੀ ਰਿਸੋਰਸ ਇੰਨੀ ਐਨਰਜੀ ਲੱਗ ਗਈ ਹੈ ਨਾ, ਆਪਣੇ ਕੋਲੋਂ ਜਿਹੜੀ ਬਾਕੀਆਂ ਦੀ ਧਿਰ ਬਣਨ ਦੀ ਸਾਡੀ ਸਮਰੱਥਾ ਸੀਗੀ ਉਹ ਐਕਸਰਸਾਈਜ਼ ਨਹੀਂ ਕਰ ਹੋਈ, ਜਾਂ ਆਪਾਂ ਨੂੰ ਉਹਨਾਂ ਕੋਲੋਂ ਨਾਲ ਨਹੀਂ ਲੈ ਹੋਏਗਾ ਕਿ ਆਪਣੀ ਇੱਥੇ ਫਾਈਟ ਬਹੁਤ ਜ਼ਿਆਦਾ ਇੰਟੈਂਸ ਹੋ ਗਈ ਸੀਗੀ। ਉਸ ਤੋਂ ਬਾਅਦ ਪਿਛਲੇ ਸਾਰੇ ਸਮੇਂ ਤੋਂ ਜਦੋਂ ਤੋਂ ਦੁਬਾਰਾ ਤੋਂ ਪੀਸਫੁਲ ਟਾਈਮ ਆਇਆ, ਜਦੋਂ ਤੋਂ ਦੁਬਾਰਾ ਤੋਂ ਸੋਚਣਾ ਸ਼ੁਰੂ ਕਰਿਆ, ਉਹ ਸਾਰੇ ਟਾਈਮ ਦੇ ਉੱਤੋਂ ਹੀ ਅਸੀਂ ਇਸ ਗੱਲ ਦੇ ਉੱਤੇ ਜੋ ਜਿੱਥੋਂ ਗੱਲ ਛੁੱਟੀ ਸੀਗੀ ਉਦੋਂ 84 ਦੇ ਵਿੱਚ, ਉੱਤੋਂ ਹੀ ਸਾਨੂੰ ਇਹ ਲੱਗਦਾ ਹੀ ਸੀਗਾ ਕਿ ਸਿੱਖਾਂ ਨੂੰ ਇਸ ਪੂਰੇ ਖਿੱਤੇ ਦੇ ਲਈ ਸਭ ਤੋਂ ਮੋਹਰੇ ਹੋ ਕੇ ਲੜਨਾ ਪੈਣਾ। ਤੇ
ਜਿਸ ਤਰੀਕੇ ਦੇ ਨਾਲ ਇੰਡੀਅਨ ਜਿਹੜੀ ਸਟੇਟ ਹੈਗੀ ਆ ਉਹ ਸਾਰੀਆਂ ਤਾਕਤਾਂ ਨੂੰ, ਚਾਹੇ ਉਹ ਐਡਮਿਨਿਸਟ੍ਰੇਟਿਵ ਤਾਕਤਾਂ ਹੋਣ, ਜਿਸ ਤਰੀਕੇ ਦੇ ਨਾਲ ਉਹਨਾਂ ਨੇ NIA ਬਣਾਈ ਹੈ ਨਾ, ਚਾਹੇ ਉਹ ਇਕਨੋਮਿਕਸ ਦੀਆਂ ਤਾਕਤਾਂ ਦੀ ਸੈਂਟਰਲਾਈਜੇਸ਼ਨ ਹੋਵੇ, ਚਾਹੇ ਉਹਨਾਂ ਨੇ GST ਰਾਹੀਂ ਜਿਹੜੀ ਇਹ ਕੀਤੀ ਹੈ ਨਾ, ਤੇ ਚਾਹੇ ਜਿਹੜੀ ਉਹਨਾਂ ਦੀ ਪੋਲੀਟੀਕਲ ਸੈਂਟਰਲਾਈਜੇਸ਼ਨ ਸੀਗੀ, ਉਹ ਲਗਾਤਾਰ ਮਤਲਬ ਜਿਹੜੇ ਸਬਜੈਕਟ ਹੈਗੇ ਉਹ ਸਟੇਟ ਲਿਸਟਾਂ ਚੋਂ ਕੱਢ ਕੇ ਕਨਕਰੈਂਟ ਲਿਸਟ ਜਾਂ ਸੈਂਟਰ ਲਿਸਟ 'ਚ ਲਿਜਾਈ ਜਾ ਰਹੇ ਸੀਗੇ। ਜਿਹੜੀ ਇਹ ਸੈਂਟਰਲਾਈਜੇਸ਼ਨ ਦਾ ਸਾਰਾ ਪ੍ਰੋਸੈਸ ਸੀਗਾ ਉਹ ਜਿਸ ਤਰੀਕੇ ਨਾਲ ਤੇਜ਼ ਹੋ ਰਿਹਾ ਸੀਗਾ, ਉਹਦੇ ਬਾਰੇ ਸਾਨੂੰ ਬਿਲਕੁਲ ਅੰਦਾਜ਼ਾ ਸੀਗਾ, ਲੱਗ ਹੀ ਰਿਹਾ ਸੀਗਾ ਹੁਣ ਪਿਛਲੇ ਸਾਲਾਂ ਤੋਂ ਤਾਂ, ਕਿ ਇਹ ਸਥਿਤੀ ਬਹੁਤ ਛੇਤੀ ਆ ਜਾਣੀ ਆ ਕਿ ਜਦੋਂ ਇੰਡੀਆ ਦੇ ਵਿੱਚ ਸਾਰੇ, ਪੰਜਾਬ ਦੇ ਵਿੱਚ ਵੀ, ਸਾਰੇ ਇਸ ਖਿੱਤੇ ਦੇ ਵਿੱਚ ਵੀ ਜਿਹੜੇ ਆਜ਼ਾਦੀ ਪਸੰਦ ਬੰਦੇ ਹੈਗੇ ਆ, ਜਿਹੜੇ ਅਣਖ ਨਾਲ ਜੀਣ ਵਾਲੇ ਬੰਦੇ ਆ, ਉਹ ਚਾਹੇ ਸਾਰੇ ਸੱਭਿਆਚਾਰਾਂ 'ਚ ਵੱਧ ਘੱਟ ਹੋ ਸਕਦੇ ਆ, ਉਹਨਾਂ ਦੇ ਕੋਆਰਡੀਨੇਟਡ ਜਿਹੜੇ ਸਟਰਗਲ ਹੈਗੀ ਆ ਉਹਦਾ ਆਧਾਰ ਬਣ ਜਾਣਾ, ਤੇ ਉਹ ਬਣ ਰਿਹਾ, ਤੇ ਉਹਦੇ ਵਿੱਚ ਸਿੱਖਾਂ ਦਾ ਰੋਲ ਸਭ ਤੋਂ ਵੱਡਾ ਹੋਣਾ, ਕਿਉਂਕਿ ਹਿਸਟਰੀ ਦੇ ਤੌਰ ਤੇ IDA ਦੇ ਤੌਰ ਦੇ ਉੱਤੇ ਕਿਸੇ ਵੀ ਹੋਰ ਸੱਭਿਆਚਾਰ ਦੇ ਕੋਲ, ਹੋਰ ਕਿਸੇ ਕੌਮ ਦੇ ਕੋਲ ਨਾ ਆਈਡੀਆ ਐਡਾ ਵੱਡਾ ਹੈਗਾ, ਇੰਨਾ ਇਨਕਲੂਸਿਵ ਹੈਗਾ ਜਿੰਨਾ ਸਿੱਖਾਂ ਦਾ, ਨਾ ਸਿੱਖਾਂ ਵਰਗੀ ਸਟਰਗਲ ਦੀ ਹਿਸਟਰੀ ਹੈ ਇੱਥੇ ਕਿਸੇ ਕੋਲ। ਇਸ ਕਰਕੇ ਆਈਡੀਆ ਕਰਕੇ ਵੀ ਤੇ ਹਿਸਟਰੀ ਕਰਕੇ ਵੀ ਜਦੋਂ ਵੀ ਇਸ ਸਾਰੇ ਖਿੱਤੇ ਦੇ ਨਿਮਾਣੇ ਨਿਤਾਣੇ ਲੋਕਾਂ ਦੀ ਦਿੱਲੀ ਦੇ ਖਿਲਾਫ ਸਟਰਗਲ ਹੋਣੀ ਆ, ਤਾਂ ਉਹਦਾ ਵੈਨਗਾਰਡ ਸਿੱਖਾਂ ਨਹੀਂ ਹੋਣਾ, ਤੇ ਇਹ ਸਿੱਖ ਲਗਾਤਾਰ ਥਰੂ ਆਊਟ ਹਿਸਟਰੀ ਟਰਾਈ ਕਰਦੇ ਆਏ। ਹੁਣ ਜੇ ਆਪਾਂ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੀ ਵੀ ਗੱਲ ਕਰਦੇ ਹਾਂ ਨਾ, ਉਹਦੇ ਬਾਰੇ ਵੀ ਹੁਣ ਕਿੰਨੀ ਇਹ ਗੱਲ ਆ ਗਈ ਆ ਆਪਣੇ ਸਾਹਮਣੇ ਕਿ ਜਦੋਂ ਅੰਗਰੇਜ਼ਾਂ ਦੇ ਖਿਲਾਫ ਮੁਹਿੰਮ ਦੀ ਗੱਲ ਸੀਗੀ, ਉਹਨਾਂ ਨੇ ਨਿਜ਼ਾਮ ਹੈਦਰਾਬਾਦ ਵੀ, ਅਸਾਮ ਦੇ ਵਿੱਚ ਵੀ, ਜਿੱਥੇ ਜਿੱਥੋਂ ਕਿਤੋਂ ਵੀ ਇੰਡੀਆ ਦੇ ਵਿੱਚੋਂ ਉਹਨਾਂ ਨੂੰ ਲੱਗਿਆ ਕਿ ਇਹ ਬੰਦੇ ਅਣਖ ਵਾਲੇ ਹੈਗੇ ਆ, ਇਹ ਆਜ਼ਾਦੀ ਪਸੰਦ ਬੰਦੇ ਆ, ਇਹ ਲੜ ਸਕਦੇ ਆ, ਉਹਨਾਂ ਦੇ ਨਾਲ ਉਹਨਾਂ ਨੇ ਆਪਣੀਆਂ ਸਾਰੀਆਂ ਫੌਜੀ ਤੌਰ ਦੇ ਉੱਤੇ ਗੁਪਤ ਸੰਧੀਆਂ ਜਿਹੜੀਆਂ ਉਹ ਕੀਤੀਆਂ ਸੀਗੀਆਂ ਨਾ। ਚਲੋ ਵੱਖਰੀ ਗੱਲ ਹੈ, ਇਤਿਹਾਸ ਇਸ ਤਰ੍ਹਾਂ ਨਹੀਂ ਹੋਇਆ ਕਿ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਹਿਲ ਕਦਮੀਆਂ ਕੀਤੀਆਂ ਸੀਗੀਆਂ ਉਹਨਾਂ ਨੂੰ ਮਟੀਰੀਅਲਾਈਜ਼ ਕਰ ਸਕਦੇ ਆ ਨਾ, ਉਦੋਂ ਪਹਿਲਾਂ ਉਹ ਚੜਾਈ ਕਰ ਗਏ, ਉਹ ਨਹੀਂ ਰਹੇ। ਬਟ ਇਹ ਸਦਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਤੋਂ ਹੀ ਜਿਹੜੀ ਇਹ ਇਸ ਤਰੀਕੇ ਦੀ ਸਿੱਖਾਂ ਦੀ ਕਵਾਇਦ ਰਹੀ ਹੈ, ਤੇ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਪਹਿਲਾਂ ਨਹੀਂ ਕਰ ਸਕੇ ਸੀਗੇ, ਹੁਣ ਸ਼ਾਇਦ ਕਰ ਸਕੀਏ, ਮਹਾਰਾਜ ਨੇ ਜੇ ਚਾਹਿਆ। ਵੀਰ ਜੀ ਤੁਹਾਡੇ ਵੱਲੋਂ ਅਗਲਾ ਸਵਾਲ। ਤੇ ਜਿੱਦਾਂ ਭਾਈ ਸਾਹਿਬ ਜੀ ਤੁਸੀਂ, ਮੈਂ ਇਹਦੇ ਵਿੱਚੋਂ ਹੀ ਸਵਾਲ ਦੇ 'ਚ ਆਪਣੇ ਗੱਲ ਦੇ ਵਿੱਚੋਂ ਅੱਗੇ ਤੋਰਨਾ ਚਾਹੁੰਦਾ, ਜਿੱਦਾਂ ਤੁਸੀਂ ਕਿਹਾ ਵੀ ਇਹ ਜਿਹੜਾ ਸਾਰਾ ਹੁਣ ਸਾਰਿਆਂ ਦੀ, ਸਾਰੇ ਭਾਰਤ ਦੀ ਉਮੀਦ ਹੈ ਜੋ ਸਿੱਖਾਂ ਤੇ ਆ ਨਾ, ਵੀ ਜਿੱਦਾਂ ਸਿੱਖ ਹੀ ਲੀਡ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਣ, ਚਾਹੇ ਉਹ ਲੀਡਰਸ਼ਿਪ ਡੀਸੈਂਟਰਲਾਈਜ਼ਡ ਆ, ਤਾਂ ਇਹ ਇੱਕ ਜਿਵੇਂ ਇੱਕ ਲੈਫਟ ਦਾ ਏਜੰਡਾ ਵੀ ਉੱਥੇ ਕੰਮ ਕਰ ਰਿਹਾ ਹੈ ਨਾ। ਤੇ ਜੇ ਇਹ ਆਪਣਾ ਬਿੱਲਾਂ ਨੂੰ, ਇੱਕ ਸਵਾਲ ਵੀ ਆਇਆ ਸੀ ਵੀ ਵਿੱਚ ਵੀ ਸਿੱਖਾਂ ਦੀ ਕੀ ਪ੍ਰਕਿਰਿਆ ਹੋਵੇ ਜੇ ਇਹ ਬਿੱਲਾਂ ਨੂੰ ਉਹ ਰੱਦ ਨਹੀਂ ਕਰਦੇ, ਤਾਂ ਅੱਗੇ ਕੀ ਇਹ ਸਿਰਫ ਮਹਾਰਾਜ ਜੀ ਜਿੱਦਾਂ ਰਨ ਕਰਦੇ ਆ ਉੱਦਾਂ ਹੀ ਇਹ ਸਿੱਖ ਹੀ ਲੀਡ ਕਰਨੇ ਅੱਗੇ ਵੀ, ਜਾਂ ਫਿਰ ਇਹ ਜਿਵੇਂ ਹੁਣ ਲੈਫਟ ਵਾਲੇ ਥੋੜਾ ਆਪਦਾ ਏਜੰਡਾ ਉਹਦੇ ਵਿੱਚ ਕਰਨਾ ਚਾਹੁੰਦੇ, ਇੱਕ ਮੋਰਚੇ ਤੇ ਆਪਾਂ ਦੇਖਿਆ ਵੀ ਆ ਵੀ ਉਹ ਕੁਝ ਕਰ ਪਾਉਣਗੇ, ਜਾਂ ਇਹ ਸਾਰਾ ਵਰਤਾਰਾ ਜੋ ਇਹ ਮਹਾਰਾਜ ਦੀ ਕਲਾ 'ਚ ਹੀ ਵਾਪਰਿਆ ਤੇ ਅੱਗੇ ਖਾਲਸਾ ਪੰਥ ਹੀ ਲੀਡ ਕਰੂਗਾ? ਦੇਖੋ, ਇੱਕ ਤਾਂ ਸਿੰਪਲ ਪੋਲਿਟਿਕਸ ਦਾ ਤਕਾਜ਼ਾ ਹੁੰਦਾ ਹੈ ਨਾ ਵੀ ਅਸੀਂ ਸੱਤਾ ਦਾ ਆਨੰਦ ਮਾਣੀਏ, ਜਿੱਦਾਂ ਹੁਣ ਮੰਨ ਲਓ ਮੋਦੀ ਹੁਣੀ ਕਰ ਰਹੇ ਹਨ, ਉਹ ਲੀਡ ਇਸ ਕਰਕੇ ਕਰ ਰਹੇ ਆ ਕਿ ਉਹ ਸੱਤਾ ਨੂੰ ਇੰਜੋਏ ਕਰਨਾ ਚਾਹੁੰਦੇ। ਉਹਨਾਂ ਦਾ ਆਈਡੀਆ ਮਤਲਬ ਆਪਣੇ ਇੱਕ ਵਰਗ ਨੂੰ ਹੀ ਫਾਇਦਾ ਪਹੁੰਚਾਉਣ ਦਾ ਹੈ ਨਾ, ਸਾਰਿਆਂ ਨੂੰ ਨਹੀਂ। ਸਿੱਖਾਂ ਦਾ ਤਾਂ ਕੋਈ ਇਸ ਤਰ੍ਹਾਂ ਦਾ ਆਈਡੀਆ ਹੈ ਨਹੀਂ ਕਿ ਉਹਨਾਂ ਨੇ ਸੱਤਾ ਨੂੰ ਇੰਜੋਏ ਕਰਨ ਲਈ ਲੀਡ ਕਰਨਾ ਜਾਂ ਇਕੱਲੇ ਆਪਣੇ ਫਾਇਦੇ ਲਈ ਕੋਈ ਲੀਡ ਕਰਨਾ। ਸਿੱਖਾਂ ਦਾ ਆਈਡੀਆ ਉਹਨਾਂ ਤੋਂ ਬਿਲਕੁਲ ਡਿਫਰੈਂਟ ਹੈ। ਸਿੱਖਾਂ ਦੀ ਫਾਈਟ ਇਸ ਕਰਕੇ ਆ ਕਿ ਆਪਾਂ ਕਿਸੇ ਵੀ ਨਿਮਾਣੇ ਨਤਾਣੇ ਨਾਲ ਧੱਕਾ ਨਹੀਂ ਹੋਣ ਦੇਣਾ। ਜੇ ਕੋਈ ਹੋਰ ਆ ਕੇ ਕਹਿੰਦਾ ਕਿ ਠੀਕ ਹੈ ਜੀ ਵੀ ਮੈਂ ਵੀ ਨਿਮਾਣੇ ਨਤਾਣੇ ਨਾਲ ਧੱਕਾ ਨਹੀਂ ਹੋਣ ਦੇਣਾ, ਮੈਂ ਮੋਹਰੇ ਹੋ ਕੇ ਲੜੂੰਗਾ, ਠੀਕ ਹੈ, ਉਹ ਲੜ ਲੈ। ਇੱਥੇ ਕੋਈ ਪਾਵਰ ਇੰਜੋਏ ਕਰਨ ਦੀ ਤਾਂ ਸਿੱਖਾਂ ਦੀ ਪੋਲਿਟਿਕਸ ਹੈ ਨਹੀਂ, ਇਹ ਤਾਂ ਸਟਰਗਲ ਦੀ ਪੋਲਿਟਿਕਸ ਹੈ। ਸਟਰਗਲ ਦੇ ਵਿੱਚ ਕੋਈ ਵੀ ਆ ਕੇ ਤੁਹਾਨੂੰ ਕਹੇ ਕਿ ਮੈਂ ਵੀ ਸਟਰਗਲ ਕਰਨਾ ਚਾਹਨਾ, ਤੁਸੀਂ ਮਨਾ ਨਹੀਂ ਕਰ ਸਕਦੇ ਉਹਨੂੰ ਕਿ ਤੇਰੇ ਕੋਲ ਹੱਕ ਨਹੀਂ ਹੈ ਸਟਰਗਲ ਕਰਨ ਦਾ, ਸਾਡੇ ਹੀ ਇਕੱਲਿਆਂ ਕੋਲ ਹੱਕ ਹੈ।
ਸਟਰਗਲ ਦੇ ਵਿੱਚ ਇਹੀ ਬੜੀ ਖੂਬਸੂਰਤੀ ਹੁੰਦੀ ਹੈ ਕਿ ਸਟਰਗਲ ਦੇ ਵਿੱਚ ਲੀਡਰ ਕੌਣ ਹੈ ਇਹ ਥਾਪੇ ਨਹੀਂ ਜਾਂਦੇ, ਇਹਦੇ ਲਈ ਕਮਾਈ ਕਰਨੀ ਪੈਂਦੀ ਹੈ। ਜਿਸ ਤਰੀਕੇ ਦੇ ਨਾਲ ਸਟਰਗਲ ਲੰਬੀ ਹੋਣੀ ਆ, ਜਿਹਨੇ ਸਭ ਤੋਂ ਵੱਧ ਸਿਰ ਦੇਣੇ ਆ ਉਹ ਆਪਣੇ ਆਪ ਹੀ ਸਵੈਸਿੱਧ ਤੌਰ ਦੇ ਉੱਤੇ ਲੀਡ ਕਰਨ ਲੱਗ ਜਾਂਦੇ। ਇਹ ਕੋਈ ਪਾਵਰ ਇੰਜੋਏ ਕਰਨ ਵਾਲਾ ਦਾ ਮਸਲਾ ਹੈ ਨਹੀਂ, ਠੀਕ ਹੈ ਨਹੀਂ। ਉਹਦੇ ਵਿੱਚ ਵੀ ਆਪਾਂ ਇਹ ਵੀ ਆਪਾਂ ਨੂੰ ਆਪਾਂ ਮੰਨੀਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਤੋਂ ਜਾਂ ਸਿੱਖਾਂ ਦੇ ਵਕਤ ਤੋਂ ਵੀ ਆਪਾਂ ਜੇ ਅੰਦਾਜ਼ਾ ਲਾਈਏ, ਸਿੱਖਾਂ ਨੇ ਅਲਾਇੰਸ ਬਣਾਏ ਨੇ, ਆਪਣੇ ਤੋਂ ਬਿਲਕੁਲ ਵੱਖਰੇ ਬੰਦਿਆਂ ਨਾਲ ਵੀ ਅਲਾਇੰਸ ਬਣਾਏ ਨੇ। ਸਿੱਖਾਂ ਨੇ ਮੀਰ ਮੰਨੂ ਦੇ ਨਾਲ ਵੀ ਅਲਾਇੰਸ ਬਣਾਇਆ, ਉਹਨੇ ਮੀਰ ਮੰਨੂ ਦਾ ਕਿਹਾ ਨਹੀਂ ਵੀ ਤੂੰ ਸਿੱਖ ਬਣ ਜਾ ਤੇ ਫਿਰ ਆਪਣਾ ਅਲਾਇੰਸ ਹੋਊਗਾ। ਹਾਲਾਂਕਿ ਮੀਰ ਮੰਨੂ ਮਾਰ ਰਿਹਾ ਸਿੱਖਾਂ ਨੂੰ, ਸਿੱਖਾਂ ਨਾਲੋਂ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਮੀਰ ਮੰਨੂ ਨੇ ਕੀਤਾ। ਤੋ ਜਦ ਹੁਣ ਉੱਥੇ ਸਟਰਗਲ ਸੀ ਤਾਂ ਕਰਕੇ ਮੀਰ ਮੰਨੂ ਨਾਲ ਅਲਾਇੰਸ ਹੋ ਗਿਆ, ਰਾਜ ਕਰਨ ਲਈ ਨਹੀਂ ਮੀਰ ਮੰਨੂ ਨਾਲ ਅਲਾਇੰਸ ਹੋਇਆ। ਸਟਰਗਲ ਕਿੱਦਾਂ ਸੀ ਕਿ ਅਬਦਾਲੀ ਆਇਆ ਸੀਗਾ ਹਮਲਾਵਰ ਹੋ ਕੇ ਬਾਹਰੋਂ, ਤੇ ਸਟਰਗਲ ਦੇ ਵਕਤ ਕਰ ਲਈ। ਹੁਣ ਵੀ ਸਟਰਗਲ ਚੱਲੂਗੀ, ਹਜੇ ਚੱਲਣੀ ਹੈ ਅਸਲ ਸੈਂਸ ਸਟਰਗਲ, ਹੈ ਨਾ। ਹਜੇ ਤਾਂ ਉਹਦੀ ਮਤਲਬ ਗੇਮ ਤੋਂ ਪਹਿਲਾਂ ਵਾਲੀ ਜਿਹੜੀ ਵਾਰਮ ਅਪ ਹੋ ਰਿਹਾ ਕੰਮ। ਤੋ ਵਾਰਮ ਅਪ ਦੇ ਵਿੱਚ ਜੇ ਮਾਰਕਸਿਸਟ ਧਿਰਾਂ ਆ ਕੇ ਕਹਿਣ ਕਿ ਅਸੀਂ ਵੀ ਸਟਰਗਲ ਦਾ ਹਿੱਸਾ ਬਣਨਾ ਚਾਹੁੰਦੇ ਹਾਂ, ਇਹਦੇ ਵਿੱਚ ਸ਼ਡਿਊਲ ਕਾਸਟ ਧਿਰਾਂ ਵੀ ਆ ਕੇ ਕਹਿਣ ਵੀ ਅਸੀਂ ਸਟਰਗਲ ਦਾ ਹਿੱਸਾ ਬਣਨਾ ਚਾਹੁੰਦੇ ਹਾਂ। ਮੈਂ ਕਹਿੰਦਾ ਕਿ ਕੋਈ ਹਿੰਦੂ ਧਿਰਾਂ ਹਿੰਦੂ ਝੰਡਾ ਲੈ ਕੇ ਵੀ ਆਣ, ਬਟ ਉਹ ਕਹਿਣ ਕਿ ਅਸੀਂ ਸਰਬੱਤ ਦੇ ਭਲੇ ਦੇ ਆਈਡੀਏ ਨੂੰ ਮੰਨਦੇ ਹਾਂ, ਅਸੀਂ ਸਰਬੱਤ ਦੇ ਭਲੇ ਲਈ ਅਸੀਂ ਵੀ ਸਟਰਗਲ ਕਰਨਾ ਚਾਹੁੰਦੇ ਹਾਂ, ਤੇ ਸਾਰਿਆਂ ਦਾ ਹੀ ਵੈਲਕਮ ਹੈ। ਸਿੱਖ ਐਜ਼ ਏ ਖਾਲਸਾ ਪੰਥ, ਸਿੱਖ ਤਾਂ ਬਿਲਕੁਲ ਐਲੀਟ ਫੋਰਸ ਹੈ ਦੈਟ ਵੇ, ਆਪਾਂ ਆਪਣੇ ਹਿਸਾਬ ਨਾਲ ਮੰਨੀਏ। ਸਾਰੀਆਂ ਫੌਜਾਂ ਦੀ ਇਹ ਸਟ੍ਰੈਟਜੀ ਹੁੰਦੀ ਆ ਵੀ ਜਿਹੜੀ ਉਹਨਾਂ ਦੀ ਸਭ ਤੋਂ ਐਲੀਟ ਫੋਰਸ ਹੁੰਦੀ ਆ ਉਹ ਸਭ ਤੋਂ ਉਹ ਰਿਜ਼ਰਵ 'ਚ ਰਹਿੰਦੀ, ਉਹ ਤਾਂ ਉਦੋਂ ਲੜਨ ਆਉਂਦੀ ਆ, ਬਾਕੀ ਫੇਲ ਹੋ ਜਾਂਦੇ ਆ। ਜੇ ਹੋਰ ਕੋਈ ਆ ਕੇ ਲੜਨਾ ਚਾਹੁੰਦਾ ਉਹਨੂੰ ਕਹੋ ਠੀਕ ਹੈ ਤੁਸੀਂ ਲੜੋ, ਜੇ ਨਹੀਂ ਤੁਹਾਤੋਂ ਜਿੱਤ ਹੋਊਗਾ ਫਿਰ ਅਸੀਂ ਦੇਖ ਲਾਂਗੇ। ਸਦਾ ਹੀ ਏਦਾਂ ਹੁੰਦਾ। ਇੰਡੀਆ ਦੀ ਫੌਜ ਦੇ ਵਿੱਚ ਵੀ ਜੇ ਤੁਸੀਂ ਦੇਖੋ ਵੀ ਜੇ 99 ਦੇ ਵਿੱਚ ਕਾਰਗਿਲ ਵਾਰ ਹੋਈ ਤਾਂ ਸਿੱਖ ਰੈਜੀਮੈਂਟ ਟਾਈਗਰ ਹਿੱਲ ਜਿੱਤਣ ਲਈ ਲਾਈ, ਜਿਹੜੀ ਸਭ ਤੋਂ ਟਫੈਸਟ ਕੰਮ ਸੀਗਾ। ਬਾਕੀ ਸਾਰਿਆਂ ਨੇ ਕਰ ਕੁਰ ਲਿਆ ਸੀਗਾ ਉੱਥੇ, ਉਹ ਨਹੀਂ ਲੱਗੇ, ਉਹ ਕਹਿੰਦੇ ਠੀਕ ਆ ਤੁਸੀਂ ਜਿੱਤ ਲਓ, ਹਨਾ। ਤੋ ਇੱਥੇ ਵੀ ਜੇ ਕੋਈ ਆਉਣਾ ਚਾਹੁੰਦਾ ਹਰੇਕ ਨੂੰ ਵੀ ਵੈਲਕਮ ਹੈ। ਤੇ ਬਾਕੀ ਇਹ ਵੀ ਨਹੀਂ ਮੰਨਣਾ ਚਾਹੀਦਾ ਵੀ ਇਕੱਲੇ ਅਸੀਂ ਸਟਰਗਲ ਕਰ ਸਕਦੇ, ਕੋਈ ਹੋਰ ਨਹੀਂ ਕਰ ਸਕਦਾ। ਉਹ ਗੱਲ ਠੀਕ ਹੈ ਕਿ ਜਿਹੜੀ ਗੱਲ ਆ ਹੁਣ ਉੱਥੇ ਰੌਲਾ ਪਿਆ ਹੋਇਆ ਹੈ ਨਾ ਵੀ ਇਹ ਫੋਟੋਆਂ ਲਾਤੀਆਂ, ਉਹਦੇ ਵਿੱਚ ਮੈਂ ਕਹਿੰਦਾ ਕਿ ਕੋਈ ਕੌਨਸਪੀਰੇਸੀ ਵੀ ਹੋਊਗੀ, ਕੋਈ ਪੋਲੀਟਿਕਸ ਵੀ ਹੋਊਗੀ, ਕੁਛ ਤਾਂ ਹੈਗਾ ਨਾ, ਉਹ ਸਹਿਜ ਨਹੀਂ ਲੱਗੀਆਂ। ਬਟ ਜਿਹੜੇ ਬੰਦਿਆਂ ਦੀਆਂ ਲਾਈਆਂ ਉਹ ਬੰਦੇ ਦਾ ਸਟਰਗਲ ਵਾਲਾ ਹੀ ਨੇ ਨਾ। ਉਹ ਬੰਦੇ ਜੇਲ੍ਹ ਦੇ ਵਿੱਚ ਕਿਉਂ ਨੇ? ਉਹ ਇਸ ਕਰਕੇ ਜੇਲ੍ਹ ਦੇ ਵਿੱਚ ਨੇ ਕਿ ਉਹ ਹੋਣ ਵਾਲੇ ਦਿੱਲੀ ਤਖਤ ਦੇ ਖਿਲਾਫ ਲੜ ਰਹੇ ਨੇ ਤੇ ਉਹ ਝੁਕੇ ਨਹੀਂ। ਜੇ ਝੁਕੇ ਹੁੰਦੇ ਤਾਂ ਉਹ ਜੇਲ੍ਹ 'ਚ ਨਾ ਹੁੰਦੇ। ਤੋ ਸਟਰਗਲ ਵਾਲਾ ਹਰੇਕ ਬੰਦੇ ਦੀ ਰਿਸਪੈਕਟ ਕਰਨੀ ਬਣਦੀ ਹੁੰਦੀ ਹੈ। ਜ਼ਰੂਰੀ ਨਹੀਂ ਹੈ ਕਿ ਤੁਹਾਡੇ ਆਈਡੀਏ ਨਾਲ ਲੜੇ, ਮਤਲਬ ਯੋਧੇ ਬੰਦੇ ਦਾ ਸਦਾ ਯੋਧੇ ਬੰਦੇ ਦੀ ਇੱਜ਼ਤ ਕਰਨੀ ਚਾਹੀਦੀ। ਇਹ ਵੀ ਆਪਾਂ ਨੂੰ ਇੰਨਾ ਕੁ ਵੀ ਦਿਲ ਰੱਖਣਾ ਚਾਹੀਦਾ। ਹੁਣ ਆਪਣੇ ਦਿਲ ਥੋੜੇ ਛੋਟੇ ਹੋ ਰਹੇ ਅਸਲ 'ਚ। ਬਾਕੀ ਆਪਾਂ ਜੇ ਆਪਾਂ ਗੱਲ ਕਰੀਏ, ਸਿੱਖਾਂ ਨੇ ਜਿੱਥੇ ਸਾਰੇ ਦੁਨਿਆਵੀ ਆਈਡੀਏ ਲਈ ਜਿਹੜਾ ਖਾਲਸਾ ਪੰਥ ਦੇ ਨੁਕਤਾ ਨਿਗਾਹ ਤੋਂ ਜਿਹਨੇ ਲੜਨਾ, ਜਿੱਥੇ ਇਹ ਸਾਰੀਆਂ ਦੁਨਿਆਵੀ ਦਿਸਦੀਆਂ ਗੱਲਾਂ ਦੇ ਲਈ ਲੜਨਾ, ਉਹ ਠੀਕ ਗੱਲ ਹੈ। ਬਟ ਸਿੱਖਾਂ ਦੀ ਜਿਹੜੀ ਸਭ ਤੋਂ ਹਾਈਐਸਟ ਮੋਟੀਵੇਸ਼ਨ ਆਣੀ ਹੁੰਦੀ ਆ, ਉਹ ਇਹ ਆਣੀ ਹੁੰਦੀ ਆ ਕਿ ਉਹਨੇ ਗੁਰੂ ਦੀ ਪ੍ਰਸੰਨਤਾ ਲੈਣੀ ਹੁੰਦੀ ਹੈ, ਤੇ ਗੁਰੂ ਦੇ ਦਰਗਾਹ ਦਰਬਾਰ ਦੇ ਵਿੱਚ ਉਹਨੂੰ ਕੋਈ ਜਗ੍ਹਾ ਮਿਲੇ, ਇਸ ਲਈ ਉਹਨੇ ਆਪਣਾ ਇੱਕ ਫਰਜ਼ ਨਿਭਾਉਣਾ ਹੁੰਦਾ। ਤੇ ਉਹ ਦਰਗਾਹ 'ਚ ਜਾ ਕੇ ਪਤਾ ਲੱਗਣਾ ਹੁੰਦਾ ਵੀ ਤੁਸੀਂ ਕਿਸ ਆਈਡੀਏ ਤੋਂ ਲੜੇ ਸੀਗੇ। ਤੇ ਸਾਰੀਆਂ ਇਸ ਜਹਾਨ 'ਚ ਹੀ ਨਹੀਂ ਸਾਰੇ ਐਨਾਲਿਸਿਸ ਹੋ ਜਾਣੇ ਹੁੰਦੇ। ਉਹ ਸਪੇਸ ਸਦਾ ਹੀ ਪਈ ਰਹਿਣੀ, ਉਹ ਨਹੀਂ ਘਬਰਾਉਣਾ ਚਾਹੀਦਾ। ਜੀ ਅਗਲਾ ਕੁਐਸਚਨ ਤੁਸੀਂ। ਸੋ ਜਿਹੜੀ ਹੁਣ ਲੈਗੇਸੀ ਬਣੀ ਪਈ ਹੈ ਆਈਡੈਂਟੀਟੀ ਪੋਲਿਟਿਕਸ ਦੀ ਪੰਜਾਬ ਦੇ ਵਿੱਚ, ਜਿਹਦਾ ਸਾਹਮਣਾ ਕਰਨਾ ਪੈ ਰਿਹਾ ਆ ਹੁਣ ਵੀ। ਸੋ ਜੇ ਫਿਰਕਾ ਪ੍ਰਸਤੀ ਤਾਂ ਸਟੇਟ ਦਾ ਜਿਹੜਾ ਸੈਕੂਲਰਿਜ਼ਮ ਆ, ਜਿਹਨੂੰ ਅਸੀਂ ਸਾਂਝੀਵਾਲਤਾ ਕਹਿੰਦੇ ਆ, ਇਹਨਾਂ ਦੇ ਵਿੱਚ ਕੀ ਫਰਕ ਆ? ਤਾਂ ਤੁਸੀਂ ਇਹਨਾਂ ਨੂੰ ਕਿੱਦਾਂ ਦੇਖਦੇ ਆ ਕਿ ਕਿੱਦਾਂ ਇਹ ਸਿੱਖ ਸਿਆਸਤ ਦੇ ਵਿੱਚ, ਸਿੱਖ ਲਾਮਬੰਦੀ ਦੇ ਵਿੱਚ ਕਿੱਦਾਂ ਪ੍ਰਗਟ ਹੋਣਗੀਆਂ? ਉਹ ਸਿੱਖਾਂ ਸਟੇਟ ਦਾ ਜੋ ਸੈਕੂਲਰਿਜ਼ਮ ਦੀ ਪ੍ਰੈਕਟਿਸ ਰਹੀ ਆ ਤੇ ਜੋ ਆਪਣਾ ਸਾਂਝੀਵਾਲਤਾ ਦਾ ਆਈਡੀਆ, ਉਹਦੇ ਵਿੱਚ ਫਰਕ ਹੈਗਾ ਹੈ ਨਾ।
ਸਟੇਟ ਦੀ ਸੈਕੂਲਰਿਜ਼ਮ ਦਾ ਆਈਡੀਆ ਇਹ ਆ ਕਿ ਤੁਸੀਂ ਆਪਣੀ ਜਿਹੜੀ ਪਛਾਣ ਹੈਗੀ ਆ ਧਰਮ ਆਧਾਰਿਤ ਉਹ ਛੱਡ ਕੇ ਨਿਊਟਰਲ ਹੋ। ਜਿਹੜਾ ਸਾਡਾ ਸਾਂਝੀਵਾਲਤਾ ਦਾ ਆਈਡੀਆ ਉਹ ਇਦਾਂ ਨਹੀਂ ਹੈ। ਉਹ ਜੋ ਮਹਾਰਾਜ ਗੁਰੂ ਹਰਗੋਬਿੰਦ ਮਹਾਰਾਜ ਜਿਹੜੀ ਸਾਖੀ ਆਪਾਂ ਸੁਣੀ ਆ ਸਾਰਿਆਂ ਨੇ, ਉਹ ਇਹ ਆ ਵੀ ਹਮਾਰਾ ਹਮੇ ਖੂਬ ਤੁਮਾਰਾ ਤੁਮੇ ਖੂਬ। ਅਸੀਂ ਇਹ ਕਹਿੰਦੇ ਆ ਕਿ ਅਸੀਂ ਜੇ ਪੰਜਾਬ ਦੇ ਵਿੱਚ ਸਾਂਝੀਵਾਲਤਾ ਵਾਲਾ ਭਾਈਚਾਰੇ ਵਾਲਾ ਸਮਾਜ ਬਣਾਉਣਾ, ਅਸੀਂ ਇਹ ਨਹੀਂ ਕਹਾਂਗੇ ਕਿ ਤੁਸੀਂ ਆਪਣੀ ਆਇਡੈਂਟੀ ਛੱਡੋ। ਅਸੀਂ ਇਹ ਕਹਾਂਗੇ ਕਿ ਸਾਡੀ ਆਇਡੈਂਟੀ ਸਿੱਖ ਆਇਡੈਂਟੀ ਆ। ਕੋਈ ਆਪਣੀ ਹਿੰਦੂ ਆਇਡੈਂਟੀ ਦੇ ਤੌਰ ਦੇ ਉੱਤੇ ਇਸ 'ਚ ਹਿੱਸਾ ਪਾਉਣਾ ਚਾਹੁੰਦਾ, ਉਹ ਆਪਣੀ ਹਿੰਦੂ ਆਇਡੈਂਟੀ ਰੱਖੇ। ਕੋਈ ਮੁਸਲਿਮ ਆਇਡੈਂਟੀ ਦੇ ਤੌਰ ਤੇ ਰੱਖਣਾ ਚਾਹੁੰਦਾ, ਉਹ ਆਪਣੀ ਮੁਸਲਿਮ ਆਇਡੈਂਟੀ ਰੱਖੇ। ਕੋਈ ਮੈਂ ਕਹਿੰਦਾ ਕਿ ਕੋਈ ਇਹਨਾਂ ਤਿੰਨਾਂ ਧਰਮਾਂ ਨੂੰ ਨਹੀਂ ਮੰਨਦਾ, ਉਹ ਆਪਣੇ ਬੌਧ ਧਰਮ ਦੇ ਤੌਰ ਦੇ ਕੋਈ ਹਿੱਸਾ ਪਾਉਣਾ ਚਾਹੁੰਦਾ, ਉਹ ਵੀ ਵੈਲਕਮ ਹੈ। ਜੇ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ, ਉਹ ਕਹੇ ਜੀ ਮੈਂ ਤਾਂ ਪੰਜਾਬੀ ਕੌਮ ਹੈ, ਆਪਾਂ ਨੂੰ ਠੀਕ ਹੈ ਵੀ ਤੂੰ ਆਪਣੀ ਭਾਈ ਇਹ ਕਲਚਰਲ ਆਇਡੈਂਟੀ ਮੰਨ ਲਾ, ਹਨਾ। ਕੋਈ ਇਹ ਕਹਿੰਦਾ ਕਿ ਮੈਂ ਤਾਂ ਆਪਣੀ ਸੋਸ਼ਲ ਆਇਡੈਂਟੀ ਮੰਨਣੀ ਹੈ, ਮੇਰੀ ਤਾਂ ਐਸੀ ਆਇਡੈਂਟੀ ਆ, ਆਪਾਂ ਨੂੰ ਉਹ ਵੀ ਪ੍ਰਵਾਨ ਹੈ। ਅਸੀਂ ਇੱਥੇ ਕਿਸੇ ਨੂੰ ਫੋਰਸ ਨਹੀਂ ਕਰਦੇ ਕਿ ਇੱਥੇ ਤੁਹਾਨੂੰ ਆਪਣੇ ਧਰਮ ਦਾ ਝੰਡਾ ਜਾਂ ਜਿਸ ਵੀ ਆਇਡੈਂਟੀ ਨੂੰ ਤੁਸੀਂ ਮੰਨਦੇ ਉਹਦਾ ਝੰਡਾ ਛੱਡ ਕੇ ਤੁਹਾਨੂੰ ਤਿਰੰਗਾ ਹੀ ਫੜਨਾ ਪੈਣਾ। ਜਿਹੜਾ ਇੰਡੀਆ ਦਾ ਸੈਕੂਲਰਿਜ਼ਮ ਹੈ, ਤੁਸੀਂ ਪਿਛਲੇ CAA ਵਾਲੇ ਪ੍ਰੋਟੈਸਟ ਵੀ ਦੇਖੋ ਕਿ ਉਹਦੇ ਵਿੱਚ ਵੀ ਉਹਨਾਂ ਤੇ ਹਮਲਾ ਇਸ ਕਰਕੇ ਹੋਇਆ ਹੈ ਕਿ ਉਹ ਮੁਸਲਮਾਨ ਹੈ, ਬਟ ਉਹਨਾਂ ਨੂੰ ਸਿੱਧ ਇਹ ਕਰਨਾ ਪੈ ਰਿਹਾ ਹੈ ਕੋਈ ਸੈਕੂਲਰ ਹੈ ਕਿ ਉਹਨਾਂ ਦੇ ਇਕੱਠਾਂ ਦੇ ਵਿੱਚ ਤੁਸੀਂ ਇਸਲਾਮ ਦਾ ਕੋਈ ਗੱਲ ਨਹੀਂ ਕਰ ਸਕਦੇ, ਝੰਡਾ ਨਹੀਂ ਲਾ ਸਕਦੇ। ਤਿਰੰਗਾ ਝੰਡੇ ਦੇ ਨਾਲ ਉਹਨਾਂ ਨੂੰ ਆਪਣੇ ਸਟਰਗਲ ਲੜਨੀਆਂ ਪਈਆਂ ਸੀਗੀਆਂ। ਜਿਹੜਾ ਸਾਡਾ ਆਈਡੀਆ ਹੈ ਸਾਂਝੀਵਾਲਤਾ ਦਾ, ਉਹ ਇਸ ਤਰ੍ਹਾਂ ਦਾ, ਉਹ ਇੰਨਾ ਸੰਕੀਰਣ ਨਹੀਂ ਹੈ, ਇੰਨਾ ਸੌੜਾ ਨਹੀਂ ਹੈ, ਉਹ ਬਿਲਕੁਲ ਇਨਕਲੂਸਿਵ ਹੈ। ਅਸੀਂ ਆਪਣਾ ਤਾਂ ਇਹ ਆਈਡੀਆ ਹੀ ਮਹਾਰਾਜ ਨੇ ਆਪਾਂ ਨੂੰ ਦਿੱਤਾ ਵੀ ਜੋ ਵੀ ਤੁਸੀਂ ਹੈਗੇ ਆ ਉਹ ਸਾਨੂੰ ਪ੍ਰਵਾਨ ਹੈ। ਬਸ ਇੱਕ ਨੁਕਤੇ ਦੀ ਆਪਣੀ ਸਾਂਝ ਹੋਣੀ ਚਾਹੀਦੀ ਆ। ਉਹ ਨੁਕਤੇ ਦੀ ਸਾਂਝ ਇਹ ਆ ਕਿ ਸਾਡਾ ਵਿਸ਼ਵਾਸ ਲਫ਼ਜ਼ ਰਾਹੀਂ ਵੀ ਤੇ ਅਮਲ ਰਾਹੀਂ ਵੀ, ਵਿਚਾਰ ਰਾਹੀਂ ਵੀ ਤੇ ਅਮਲ ਰਾਹੀਂ ਵੀ ਸਰਬੱਤ ਦੇ ਭਲੇ 'ਚ ਹੋਵੇ। ਜੇ ਅਸੀਂ ਸਰਬੱਤ ਦੇ ਭਲੇ ਦੇ ਆਈਡੀਏ ਨੂੰ ਮੰਨਦੇ ਹਾਂ ਤੇ ਉਹਦੇ ਤੇ ਪ੍ਰੈਕਟਿਸ ਕਰਨਾ ਚਾਹਦੇ ਹਾਂ, ਤੁਸੀਂ ਕੋਈ ਵੀ ਰਿਲੀਜੀਅਸ ਆਇਡੈਂਟੀ, ਸੋਸ਼ਲ ਆਇਡੈਂਟੀ, ਕਲਚਰਲ ਆਇਡੈਂਟੀ ਜਾਂ ਹੋਰ ਵੀ ਜਿਸ ਤਰੀਕੇ ਦੀ ਤੁਹਾਨੂੰ ਪਸੰਦ ਕੋਈ ਆਇਡੈਂਟੀ ਹੈਗੀ ਹੈ, ਤੁਸੀਂ ਆਪਣੀ ਆਇਡੈਂਟੀ ਰੱਖ ਕੇ ਇਸ ਆਈਡੀਏ ਦੇ ਜਿਹੜਾ ਸਭ ਤੋਂ ਪਵਿੱਤਰ ਜੱਗ ਹੈਗਾ ਉਹਦੇ ਵਿੱਚ ਆਪਣਾ ਕੰਟਰੀਬਿਊਸ਼ਨ ਪਾਓ। ਉਹੀ ਸਿੱਖਾਂ ਦਾ ਉਸ ਤਰੀਕੇ ਦਾ ਹੀ ਰਾਜ ਤੇ ਸਮਾਜ ਹੋਊਗਾ। ਅਸੀਂ ਤਾਂ ਉਹਨੂੰ ਸਪੋਰਟ ਕਰਦੇ। ਬਟ ਇੰਡੀਆ ਦਾ ਜਿਹੜਾ ਹੁਣ ਇਹ ਸੈਕੂਲਰਿਜ਼ਮ ਹੈਗਾ ਜਾਂ ਇਹ ਹੈਗਾ, ਇਹ ਏਦਾਂ ਸਾਡੀ ਆਇਡੈਂਟੀ ਨਹੀਂ ਪ੍ਰਵਾਨ ਕਰਦਾ। ਇਹ ਸਾਨੂੰ ਐਜ਼ ਏ ਇੰਡੀਅਨ ਕਨਸਟੀਟਿਊਸ਼ਨ ਖਾਲਸਾ ਪੰਥ ਦੇ ਤੌਰ ਤੇ ਪ੍ਰਵਾਨ ਨਹੀਂ ਕਰਦਾ, ਕਿਉਂਕਿ ਉਹ ਸਾਡੀ ਖਾਲਸਾ ਪੰਥ ਦੀ ਆਇਡੈਂਟੀ ਪ੍ਰਵਾਨ ਨਹੀਂ ਕਰਦਾ। ਇਸੇ ਕਰਕੇ ਉਹ ਜਿਹੜੇ ਸਾਡੇ ਇੰਸਟੀਟਿਊਸ਼ਨਸ ਹੈਗੇ ਆ, ਅਕਾਲ ਤਖਤ ਵਗੈਰਾ, ਉਹਨਾਂ ਨੂੰ ਪ੍ਰਵਾਨ ਨਹੀਂ ਕਰਦਾ। ਇਸੇ ਕਰਕੇ ਉਹਨਾਂ ਨੂੰ ਉਹ ਪ੍ਰਾਈਵੇਟ ਇੰਸਟੀਟਿਊਸ਼ਨ ਕਹਿ ਰਿਹਾ। ਉਹ ਇਸੇ ਕਰਕੇ ਆ ਕਿ ਉਹ ਸਾਡੀ ਜਿਹੜੀ ਅਸਲ ਆਇਡੈਂਟੀ ਉਹਨੂੰ ਪ੍ਰਵਾਨ ਨਹੀਂ ਕਰ ਰਿਹਾ। ਉਹ ਕਹਿੰਦੇ ਤੁਸੀਂ ਇਹ ਛੱਡ ਦਿਓ, ਹਨਾ। ਉਹ ਹਾਲਾਂਕਿ ਇੱਕ ਵੱਖਰਾ ਹੋਰ ਚੈਪਟਰ ਹੈਗਾ ਕਿ ਉਹ ਬਾਕੀ ਜਿਹੜੇ ਅਦਰ ਹੈਗੇ ਆ ਉਹਨਾਂ ਦੀ ਉਸ ਆਇਡੈਂਟੀ ਨੂੰ ਨਹੀਂ ਪ੍ਰਵਾਨ ਕਰ ਰਿਹਾ, ਬਟ ਜਿਹੜੀ ਉਹਨਾਂ ਦਾ ਇੱਥੇ ਦਾ ਸਨਾਤਨ ਧਰਮ ਹੈਗਾ ਉਹਦੀ ਆਇਡੈਂਟੀ ਨੂੰ ਉਹ ਬੇਸ਼ੱਕ ਕਨਸਟੀਟਿਊਸ਼ਨ 'ਚ ਨਹੀਂ ਪ੍ਰਵਾਨ ਕਰ ਰਹੇ, ਬਸ ਪ੍ਰੈਕਟੀਕਲੀ ਉਹਦੇ ਮੁਤਾਬਕ ਹੀ ਚੱਲ ਰਹੇ। ਸਾਡੇ ਇੱਦਾਂ ਦੇ ਦੋਗਲੀ ਨੀਤੀ ਨਹੀਂ ਹੋਊਗੀ। ਤੇ ਭਾਈ ਸਾਹਿਬ ਜੀ, ਜਦੋਂ ਅਸੀਂ ਭਵਿੱਖ ਦੀ ਰਾਜਨੀਤਿਕ ਢਾਂਚਿਆਂ ਦੀ ਗੱਲ ਕਰਦੇ ਹਾਂ, ਤੁਸੀਂ ਬਹੁਤ ਵਾਰੀ ਜ਼ਿਕਰ ਵੀ ਕੀਤਾ ਕਿ ਖੁਦ ਮੁਖਤਿਆਰ ਫੈਸਲੇ ਲੈਣ ਦਾ ਪ੍ਰਬੰਧ ਜ਼ਮੀਨੀ ਪੱਧਰ ਤੋਂ ਸ਼ੁਰੂ ਹੋਣਾ ਚਾਹੀਦਾ। ਤਾਂ ਜਦੋਂ ਤੁਸੀਂ ਜ਼ਮੀਨੀ ਪੱਧਰ ਤੋਂ ਕਹਿੰਦੇ ਆ ਤਾਂ ਇਹਦਾ ਭਾਵ ਕੀ ਆ, ਤੇ ਮਤਲਬ ਅਸਲ ਰੂਪ ਦੇ ਵਿੱਚ ਆਪਾਂ ਇਹ ਪ੍ਰਬੰਧ ਕਿਵੇਂ ਸਿਰਜ ਸਕਦੇ ਹਾਂ ਤੇ ਇਹਦੀ ਮਹੱਤਤਾ ਕੀ ਹੋਊਗੀ? ਤਾਂ ਤੁਸੀਂ ਜਿਵੇਂ ਇਸ ਗੱਲ ਤੇ ਜ਼ੋਰ ਦੇ ਕੇ ਰਾਜਨੀਤੀ ਦੇ ਜਿਹੜੇ ਇੱਕ ਰਵਾਇਤੀ ਜਿਵੇਂ ਟਾਪ ਡਾਊਨ ਅਪਰੋਚ ਆ, ਜੋ ਮੁੱਖ ਜਿਵੇਂ ਤੌਰ ਤੇ ਰਾਜ ਦੇ ਸੰਦਾਂ ਦੁਆਲੇ ਘੁੰਮਦੀ ਆ, ਉਸ ਪਹੁੰਚ ਤੋਂ ਵੱਖਰੇ ਹੋਣ ਦੀ ਜ਼ਰੂਰਤ ਕਿਉਂ ਮਹਿਸੂਸ ਕਰਦੇ ਹਾਂ ਆਪਾਂ ਜੀ? ਨਹੀਂ, ਮੈਂ ਜਿੱਦਾਂ ਆਪਾਂ ਪਹਿਲਾਂ ਕਹਿੰਦੇ ਵੀ ਆਪਣਾ ਪੋਲੀਟਿਕਸ ਦਾ ਆਈਡੀਆ ਹੈਗਾ। ਆਪਣਾ ਪੋਲੀਟਿਕਸ ਦਾ ਆਈਡੀਆ ਕੋਈ ਸੱਤਾ ਇੰਜੋਏ ਕਰਨਾ ਤਾਂ ਹੈ ਨਹੀਂ, ਹਨਾ। ਆਪਣਾ ਪੋਲੀਟਿਕਸ ਦਾ ਤਾਂ ਆਈਡੀਆ ਇਹ ਆ ਕਿ ਜਿਹੜੀ ਸੁਸਾਇਟੀ ਆ ਉਹ ਬਿਲਕੁਲ ਆਜ਼ਾਦ ਰੂਪ ਦੇ ਵਿੱਚ ਆਪਣੇ ਨੈਚੁਰਲ ਰੂਪ 'ਚ ਇਵੋਲਵ ਹੋ ਸਕੇ, ਵਿਗੜ ਸਕੇ, ਵਿਕਾਸ ਹੋ ਸਕੇ ਉਹਦਾ, ਹਨਾ। ਤੇ ਉਹਦੇ ਲਈ ਸਾਡਾ ਇਹ ਮੰਨਣਾ ਹੈ ਕਿ ਬਿਲਕੁਲ ਜੇ ਆਜ਼ਾਦ ਰੂਪ ਦੇ ਵਿੱਚ ਤੁਸੀਂ ਇਵੋਲਵ ਹੋਣਾ, ਵਿਕਸਣਾ, ਤੇ ਉਹਦੇ ਵਿੱਚ ਹਰ ਇੱਕ ਬੰਦੇ ਪੱਧਰ ਤੱਕ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਬਿਲਕੁਲ ਗਰਾਊਂਡ ਲੈਵਲ ਤੇ।
ਜਿਹੜਾ ਸਟੇਟ ਦਾ ਰੋਲ ਸਿੱਖਾਂ ਦਾ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਵਿੱਚ ਵੀ ਰਿਹਾ ਹੈ ਜਾਂ ਮਿਸਲਾਂ ਦੇ ਵਿੱਚ ਵੀ ਰਿਹਾ ਹੈ, ਉਹ ਆਪਣੇ ਸਾਹਮਣੇ ਹੈ। ਉਹ ਬਿਲਕੁਲ ਪਰਫੈਕਟ ਲੋਕ ਰਾਜੀ ਢਾਂਚਾ ਸੀਗਾ। ਉਹਦੇ ਵਿੱਚ ਸਟੇਟ ਤੁਹਾਨੂੰ ਜਿਹੜੇ ਬਹੁਤ ਛੋਟੇ ਅੰਦਰੂਨੀ ਕਲੇਸ਼ ਹੁੰਦੇ ਸੁਸਾਇਟੀ ਦੇ, ਉਹਨਾਂ ਨੂੰ ਰਿਜ਼ੋਲਵ ਕਰਦੀ ਸੀਗੀ, ਜਾਂ ਜਿਹੜਾ ਬਾਹਰੀ ਥ੍ਰੈਟ ਸੀਗਾ ਉਹ ਤੋਂ ਤੁਹਾਨੂੰ ਪ੍ਰੋਟੈਕਸ਼ਨ ਦਿੰਦੀ ਸੀਗੀ। ਉਦੋਂ ਬਿਨਾਂ ਸਟੇਟ ਬਾਕੀ ਸਾਰੀਆਂ ਜਿਹੜੀਆਂ ਸੋਸ਼ਲ ਇੰਸਟੀਟਿਊਸ਼ਨਸ ਹੁੰਦੀਆਂ ਜਾਂ ਇਕਨੋਮਿਕ ਇੰਸਟੀਟਿਊਸ਼ਨ ਹੁੰਦੀਆਂ, ਉਹਨਾਂ ਨੂੰ ਉਹ ਆਪਣੇ ਤੌਰ ਦੇ ਉੱਤੇ ਵਿਕਸਣ ਦਿੰਦੀ ਸੀਗੀ, ਆਪਣੀ ਪਾਲਿਸੀ ਦੇ ਨਾਲ ਉਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕਰਦੀ ਸੀਗੀ ਕਿ ਇਹ ਚੀਜ਼ਾਂ ਇਦਾਂ ਹੀ ਇਵੋਲਵ ਹੋਣ। ਅੱਜ ਦੀ ਸਮੱਸਿਆ ਸਾਡੀ ਇਹ ਹੈ ਕਿ ਅੱਜ ਦੀ ਜਿਹੜੀ ਸਟੇਟ ਹੈਗੀ ਆ ਕਿ ਉਹ ਮਤਲਬ ਦਿੱਲੀ ਬੈਠੀ ਸਟੇਟ ਇਹ ਕਹਿ ਰਹੀ ਆ ਕਿ ਪੰਜਾਬ ਦੀ ਇੱਕ ਪਿੰਡ ਹੈ, ਮਤਲਬ ਮੈਂ ਇੱਕ ਐਗਜ਼ਾਮਪਲ ਦੇਣਾ ਚਾਹਨਾ ਹਨਾ, ਕਿ ਪੰਜਾਬ ਦਾ ਇੱਕ ਪਿੰਡ ਹੈ, ਪੰਜਾਬ ਦੇ ਉਸ ਪਿੰਡ ਦੇ ਵਿੱਚ ਬੇਸਿਕ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਸੀ, ਗਲੀਆਂ ਨਾਲੀਆਂ ਬਣਾਉਣੀਆਂ, ਸਕੂਲ ਬਣਾਉਣਾ, ਉਹਦੀ ਬਿਲਡਿੰਗ ਬਣਾਉਣੀ ਹੈ ਨਾ, ਜੋ ਕੁਝ ਵੀ ਬਣਾਉਣਾ, ਉਹਦੀ ਪਲੈਨਿੰਗ ਪੰਜਾਬ ਦੇ ਪਿੰਡ ਦੀ ਪੰਚਾਇਤ ਨਹੀਂ ਕਰ ਸਕਦੀ। ਜੇ ਉਹ ਕਰ ਵੀ ਲਵੇ ਤਾਂ ਉਹ ਪਹਿਲਾਂ ਪਿੰਡ ਤੋਂ ਡਿਸਟ੍ਰਿਕਟ ਪਲੈਨਿੰਗ ਬੋਰਡ ਜਾਣੀ ਆ, ਡਿਸਟ੍ਰਿਕਟ ਪਲੈਨਿੰਗ ਬੋਰਡ ਤੋਂ ਸਟੇਟ ਪਲੈਨਿੰਗ ਬੋਰਡ ਜਾਣੀ ਆ, ਸਟੇਟ ਪਲੈਨਿੰਗ ਬੋਰਡ ਤੋਂ ਉਹ ਇੰਡੀਆ ਦੇ ਸੈਂਟਰਲ ਪਲੈਨਿੰਗ ਬੋਰਡ ਜਾਣੀ ਆ। ਉਹ 2-3 ਸਾਲ ਲੱਗ ਜਾਂਦੇ ਆ ਥੱਲੇ ਤੋਂ ਲੈ ਕੇ ਉੱਪਰ ਤੱਕ ਪਲੈਨਿੰਗ ਜਾਂਦੀ ਨੂੰ, ਫਿਰ ਉਹਨੂੰ ਅਪਰੂਵ ਹੁੰਦੀ ਨੂੰ ਲੱਗ ਜਾਂਦੇ। ਤਾਂ ਜਾਣੀ ਕਿ ਇੱਕ ਪਿੰਡ ਦੀ ਪਲੈਨਿੰਗ, ਜਦੋਂ ਇੱਕ ਪਿੰਡ ਦੇ ਵਸਿੰਦੇ ਉਹਨਾਂ ਨੇ ਆਪਣੇ ਰਿਸੋਰਸਿਸ ਦੇ ਮੁਤਾਬਕ ਬੈਸਟ ਤਰੀਕੇ ਨਾਲ ਉਸ ਪਿੰਡ ਦੇ ਲੋਕਾਂ ਨੇ ਕਰ ਲੈਣੀ ਆ, ਉਹਦੇ ਲਈ ਸੈਂਟਰ ਦੇ ਪਲੈਨਿੰਗ ਕਮਿਸ਼ਨ ਨੂੰ ਕਿਆ ਪਤਾ ਕਿ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਕਿਸ ਤਰੀਕੇ ਦੀ ਪਲੈਨਿੰਗ ਹੋਣੀ ਚਾਹੀਦੀ ਹੈ। ਉਹਨਾਂ ਨੇ ਆਪਣਾ ਇੱਕ ਸੈੱਟ ਪੈਟਰਨ ਬਣਾ ਲਿਆ ਹੋਇਆ ਵੀ ਆਹ ਪਲੈਨਿੰਗ ਦਾ ਆਈਡੀਆ, ਹਰੇਕ ਪਿੰਡ 'ਚ ਆਹ ਚੀਜ਼ ਚਾਹੀਦੀ ਹੈ। ਹਾਲਾਂਕਿ ਪੰਜਾਬ ਦੇ ਪਿੰਡ 'ਚ ਕੁਝ ਹੋਰ ਚੀਜ਼ਾਂ ਚਾਹੀਦੀਆਂ, ਬਿਹਾਰ ਦੇ ਪਿੰਡ 'ਚ ਕੁਝ ਹੋਰ ਚਾਹੀਦੀਆਂ, ਮਹਾਰਾਸ਼ਟਰ 'ਚ ਕੁਝ ਹੋਰ ਚਾਹੀਦੀਆਂ, ਬਟ ਉਹ ਐਨੀ ਸੈਂਟਰਲਾਈਜ਼ ਕਰ ਦਿੱਤੀ, ਉਹ ਸਾਰਿਆਂ ਨੂੰ ਹੀ ਇੱਕੋ ਤਰੀਕੇ ਨਾਲ ਚਲਾਇਆ ਚਾਹੁੰਦੇ, ਇਸੇ ਕਰਕੇ ਉੱਥੇ ਕੁਝ ਵੀ ਨਹੀਂ ਪ੍ਰੋਪਰ ਤਰੀਕੇ ਦੇ ਨਾਲ ਹੋ ਰਿਹਾ। ਜਿਹੜਾ ਸਾਡਾ ਜਾਂ ਸਿੱਖਾਂ ਦਾ ਆਈਡੀਆ ਪ੍ਰੈਕਟਿਸ ਦੇ ਵਿੱਚ ਵੀ ਰਿਹਾ ਜਾਂ ਥਿਊਰੀ ਦੇ ਵਿੱਚ ਵੀ ਰਿਹਾ, ਕੋਈ ਇਹੀ ਰਿਹਾ ਕਿ ਬਿਲਕੁਲ ਥੱਲੇ ਦੇ ਪੱਧਰ ਤੱਕ, ਪਿੰਡ ਦੇ ਪੱਧਰ ਤੋਂ, ਜੇ ਮਤਲਬ ਛੋਟੇ ਤੋਂ ਛੋਟਾ ਯੂਨਿਟ ਜੇ ਆਪਾਂ ਮੰਨੀਏ ਕਿ ਪਿੰਡ ਦੇ ਪੱਧਰ ਤੱਕ ਜੋ ਇੱਕ ਪਿੰਡ ਦੇ ਸਾਰੇ ਮਾਮਲੇ ਆ, ਉਹ ਸਾਰੇ ਮਾਮਲਿਆਂ ਦੇ ਵਿੱਚ ਪਿੰਡ ਆਪਣੇ ਆਪ 'ਚ ਪੂਰੀ ਤਰ੍ਹਾਂ ਖੁਦ ਮੁਖਤਿਆਰ ਹੋਣਾ ਚਾਹੀਦਾ। ਯਾਨੀ ਕਿ ਥੱਲੇ ਦੇ ਪੱਧਰ ਤੋਂ ਉਹ ਸਾਰੀ ਚੱਲਦੀ ਜਾਣੀ ਚਾਹੀਦੀ ਆ ਉੱਪਰ ਨੂੰ, ਨਾ ਕਿ ਉੱਪਰੋਂ ਤੁਸੀਂ ਡਿਸਾਈਡ ਕਰੋ। ਸਿੱਖਾਂ ਨੇ ਕੀਤਾ ਇਹ, ਸਿੱਖਾਂ ਦੇ ਸਾਰੇ ਰਾਜ ਦੇ ਵਿੱਚ ਇਸ ਤਰੀਕੇ ਦੇ ਹੀ ਸਾਰੇ ਇੰਸਟੀਟਿਊਸ਼ਨ ਸੀਗੇ। ਪੰਚਾਇਤਾਂ ਹੀ ਜਿਹੜੀਆਂ ਖਾਨਗੀ ਪੰਚਾਇਤਾਂ ਹੁੰਦੀਆਂ ਸੀਗੀਆਂ, ਉਹ ਸਾਰੀਆਂ ਖਾਨਗੀ ਪੰਚਾਇਤਾਂ ਉਦੋਂ ਕਿਹੜਾ ਕੋਈ ਵੋਟਾਂ ਪਾ ਕੇ ਚੁਣਦਾ ਸੀਗਾ, ਜਿਹੜੇ ਏਬਲ ਬੰਦੇ ਹੁੰਦੇ ਸੀਗੇ ਉਹ ਅੱਗੇ ਆਉਂਦੇ ਸੀਗੇ, ਤੇ ਉਹ ਖਾਨਗੀ ਪੰਚਾਇਤਾਂ ਹੀ ਸਾਰੀਆਂ ਉਸ ਪਿੰਡ ਦੇ ਈਵਨ ਜਿਹੜੇ ਆਪਣੇ ਸਮਾਜਿਕ ਮਸਲੇ ਆ, ਪੋਲੀਟੀਕਲ ਮਸਲੇ ਆ, ਸਾਰੇ ਮਸਲਿਆਂ ਦਾ ਰਲ ਮਿਲ ਕੇ ਫੈਸਲਾ ਲੈਣੀਆਂ ਸੀ, ਤੇ ਬਹੁਤ ਬੈਟਰ ਤਰੀਕੇ ਦੇ ਨਾਲ ਰਾਜ ਚੱਲ ਰਿਹਾ ਸੀਗਾ ਇੱਥੇ। ਇਹ ਤਾਂ ਹੁਣ ਇੰਡੀਅਨ ਡੈਮੋਕ੍ਰੇਸੀ ਦੀਆਂ ਜਿਹੜੀਆਂ ਇੰਸਟੀਟਿਊਸ਼ਨ ਆਈਆਂ, ਉਹਨਾਂ ਨੇ ਆ ਕੇ ਜਿਹੜੇ ਸਾਡੇ ਚੱਲਦੇ ਜਿਹੜੇ ਇੰਸਟੀਟਿਊਸ਼ਨ ਤੇ ਜਿਹੜੇ ਬੜੇ ਪਰਖਾਂ ਦੇ ਵਿੱਚੋਂ ਇਵੋਲਵ ਹੋਏ ਸੀਗੇ, ਉਹ ਸਾਰੇ ਇਹਨਾਂ ਨੇ ਆਪਣੇ ਉਹ ਸਾਰੇ ਐਕਟ ਤੇ ਲਾਅ ਲਿਆ ਕੇ ਉਹ ਸਾਰੇ ਖੜੋਤ ਚ ਲਿਆ ਤੇ ਸਮੱਸਿਆ ਖੜੀਆਂ ਕਰਤੀਆਂ ਆਪਣੀਆਂ। ਅੱਜ ਵੀ ਜਿਹੜੀ ਪੰਜਾਬ ਦੀ ਭਵਿੱਖ ਦੀ ਪੋਲਿਟਿਕਸ ਹੈਗੀ ਆ, ਉਹ ਇੱਥੋਂ ਹੀ ਸ਼ੁਰੂ ਕਰਨੀ ਪੈਣੀ ਹੈ ਆਪਾਂ ਨੂੰ। ਮੈਂ ਕਹਿੰਦਾ ਕਿ ਜੇ ਆਪਾਂ ਚਲੋ ਇੰਨੀ ਅਜੇ ਸਮਰੱਥਾ 'ਚ ਨਾ ਹੋਈਏ ਕਿ ਆਪਾਂ ਇੱਕ ਪਿੰਡ ਪੱਧਰ ਦੇ ਉੱਤੇ ਖੁਦ ਮੁਖਤਿਆਰ ਫੈਸਲੇ ਲੈਣ ਦੇ ਸ਼ਾਇਦ ਆਪਾਂ ਸਮਰੱਥ ਨਾ ਹੋ ਸਕੀਏ, ਹਨਾ, ਘੱਟੋ ਘੱਟ ਇੱਕ ਇਲਾਕੇ ਪੱਧਰ ਦੇ ਉੱਤੇ ਕੁਝ ਐਸੇ ਆਪਾਂ ਨੂੰ ਪੋਲੀਟੀਕਲ ਸਟਰਕਚਰ, ਇੱਕ ਜਥੇ ਕ੍ਰੀਏਟ ਕਰਨੇ ਪੈਣੇ ਆ ਜਿਹੜੇ ਇੱਕ ਪਾਰਟਿਕੂਲਰ ਖਾਸ ਇਲਾਕੇ ਦੇ ਫੈਸਲੇ ਉਹ ਲੈਣ, ਜਿਹਦੇ ਵਿੱਚ ਉਹ ਉੱਪਰ ਕਿਸੇ ਤੇ ਨਿਰਭਰ ਨਾ ਹੋਣ। ਮੈਕਸੀਮਮ ਚੀਜ਼ਾਂ ਮਤਲਬ ਜਿਹੜੀਆਂ ਹੈਗੀਆਂ ਉਹ ਆਪਾਂ ਇੱਕ ਹਲਕੇ ਪੱਧਰ ਦੇ ਕੁਝ ਜਥੇ ਬਣਾ ਕੇ ਆਪਾਂ ਨੂੰ ਪ੍ਰੈਕਟਿਸ 'ਚ ਲਿਆਉਣੀਆਂ ਚਾਹੀਦੀਆਂ। ਉਦੋਂ ਹੀ ਅਗਲੀ ਪੋਲਿਟਿਕਸ ਜਿਹੜੀ ਹੈਗੀ ਆ ਹੁਣ ਉਹ ਪੰਜਾਬ ਦੀ ਖੜਨੀ। ਸੋ ਆਹ ਜਿਹੜਾ ਮੌਜੂਦਾ ਅੰਦੋਲਨ ਆ, ਇਹਦੇ ਵਿੱਚੋਂ ਇਹ ਜਿਹੜਾ ਤੁਸੀਂ ਡਾਇਰੈਕਸ਼ਨ ਦੱਸ ਰਹੇ ਆ, ਤੁਹਾਨੂੰ ਲੱਗਦਾ ਕਿ ਇਹਦੇ ਵਿੱਚੋਂ ਨਿਕਲੂਗਾ ਕਿ ਇਹਦੇ ਵਿੱਚੋਂ ਇੱਕ ਡਿਮਾਂਡ ਪੈਦਾ ਹੋਊਗੀ ਕਿ ਪੰਜਾਬ ਦੇ ਫੈਸਲੇ ਸਿਰਫ ਇਹ 3 ਕਾਨੂੰਨਾਂ ਤੱਕ ਨਹੀਂ ਸੀਮਤ ਹੈਗੇ, ਪਿੰਡ ਤੇ ਲੈਵਲ ਦੇ ਉੱਤੇ ਸਾਨੂੰ ਖੁਦ ਮੁਖਤਿਆਰ ਹੋਣਾ ਚਾਹੀਦਾ, ਤਾਂ ਗਾਂ ਉਹ ਵੱਡੀ ਵਿਜ਼ਨ ਤੁਹਾਨੂੰ ਲੱਗਦਾ ਇਹਦੇ ਵਿੱਚੋਂ ਨਿਕਲ ਸਕਦੀ ਆ? ਨੇ ਬਿਲਕੁਲ ਇਹ ਪੰਜਾਬ ਦੇ ਲੋਕਾਂ ਨੇ ਇੱਕ ਦੇਖ ਲਿਆ ਕਿ ਜਿਹੜੀਆਂ ਇੰਡੀਅਨ ਇੰਸਟੀਟਿਊਸ਼ਨ ਹੈਗੀਆਂ ਉਹਨਾਂ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪੋਲੀਟੀਕਲ ਇੰਸਟੀਟਿਊਸ਼ਨ ਪੰਜਾਬ ਦੀ ਅਸੈਂਬਲੀ ਹੈ, ਪੰਜਾਬ ਦੀ ਵਿਧਾਨ ਸਭਾ।
ਪੰਜਾਬ ਦੀ ਵਿਧਾਨ ਸਭਾ ਦੀ ਜਿਹੜੀ ਤਾਕਤ ਹੈ ਉਹ ਆਪਾਂ ਦੇਖ ਲਈ ਆ ਕਿ ਇੱਕ ਕਾਨੂੰਨ ਸੀਗਾ, ਪੰਜਾਬ ਦੇ ਸਾਰੇ ਹੀ ਐਮਐਲਏ ਨੇ ਰਲ ਕੇ ਪਾਸ ਕੀਤਾ ਤੇ ਉਹ ਕਾਨੂੰਨ ਨੂੰ ਪੰਜਾਬ ਦੇ ਗਵਰਨਰ ਨੇ ਪੜ੍ਹਿਆ ਵੀ ਨਹੀਂ ਤੇ ਪੰਜਾਬ ਦਾ ਗਵਰਨਰ ਨੇ ਉਹ ਸਾਈਨ ਤਾਂ ਕਿੱਥੋਂ ਕਰਨੇ ਸੀਗੇ ਵੀ ਉਹਨੂੰ ਪੜ੍ਹ ਲਏ, ਇੰਨੇ ਕੰਮ ਦੇ ਲਈ ਉਹਨਾਂ ਨੂੰ ਦਿੱਲੀ ਜਾ ਕੇ ਧਰਨਾ ਲਾਣਾ ਪਿਆ ਨਾ। ਤੋ ਇਸ ਐਪੀਸੋਡ ਤੋਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਤਾਂ ਸਮਝ ਆ ਰਹੀ ਹੈ ਹੁਣ ਸਪਸ਼ਟ ਕਿ ਜਿਹੜੀਆਂ ਇੰਡੀਅਨ ਸਟੇਟ ਦੀਆਂ ਪੋਲੀਟੀਕਲ ਇੰਸਟੀਟਿਊਸ਼ਨਸ ਹੈਗੀਆਂ ਉਹ ਪੂਰੇ ਪੰਜਾਬ ਦਾ ਭਲਾ ਕਰਨ ਦੇ ਸਮਰੱਥ ਹੀ ਨਹੀਂ ਹਨ। ਆਪਾਂ ਨੂੰ ਆਪ ਆਪਣੇ ਸਿਰ ਤੇ ਕੁਝ ਕਰਨਾ ਪੈਣਾ, ਇਸ ਭਾਵਨਾ ਕਰਕੇ ਉਹ ਦਿੱਲੀ ਗਏ ਹੁਣ, ਨਹੀਂ ਤਾਂ ਉਹ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਕਹਿੰਦੇ ਆ ਨਾ ਤੁਸੀਂ ਸਾਡੇ ਲਈ ਲੜੋ। ਜਦੋਂ ਪੰਜਾਬ ਦੀ ਸਾਰੀ ਪੋਲੀਟੀਕਲ ਲੀਡਰਸ਼ਿਪ ਤੇ ਪੰਜਾਬ ਦੀਆਂ ਪੋਲੀਟੀਕਲ ਇੰਸਟੀਟਿਊਸ਼ਨਸ ਦੀ ਸਾਰੀ ਆਪਾਂ ਲਿਮਿਟੇਸ਼ਨ ਦੇਖ ਲਈ ਲੋਕਾਂ ਨੇ, ਇਸ ਕਰਕੇ ਲੋਕਾਂ ਨੂੰ ਲੱਗਿਆ ਕਿ ਇਹ ਤਾਂ ਸਾਡੀ ਲੜਾਈ ਆ, ਸਾਨੂੰ ਆਪ ਲੜਨੀ ਪੈਣੀ ਹੈ ਨਾ। ਤਾਂ ਉਹ ਉੱਥੇ ਇਸੇ ਭਾਵਨਾ ਚੋਂ ਅਚੇਤਨ ਤੌਰ ਤੇ ਲੜਨ ਗਏ ਆ। ਤੇ ਇਹ ਗੱਲ ਜਿਸ ਤਰੀਕੇ ਦੇ ਨਾਲ ਹੋਈ ਆ, ਹੁਣ ਉੱਥੇ ਵੀ ਜਿਹੜੇ ਲੋਕ ਬੈਠੇ ਆ ਉਹ ਆਪੋ ਆਪਣੇ ਇਲਾਕਿਆਂ ਦੇ ਜਥਿਆਂ ਦੇ ਹਿਸਾਬ ਨਾਲ ਹੀ ਬੈਠੇ ਆ। ਤੇ ਉਹ ਮੈਂ ਕਹਿੰਦਾ ਕਿ ਜੇ ਆਪਾਂ ਪੋਲੀਟੀਕਲ ਮੂਵ ਇੱਥੇ ਚੱਲੇ ਇਸ ਮੂਵਮੈਂਟ ਤੋਂ ਬਾਅਦ, ਕਿ ਜਿਸ ਤਰੀਕੇ ਦੇ ਨਾਲ ਆਪੋ ਆਪਣੇ ਇਲਾਕੇ ਦੇ, ਜਿੱਦਾਂ ਹੁਣ ਮਤਲਬ ਪੰਜਾਬ ਦੇ ਵਿੱਚ ਇਸ ਮੂਵਮੈਂਟ ਕਰਕੇ 200 ਜਗ੍ਹਾ ਧਰਨੇ ਚੱਲਦੇ ਸੀਗੇ, 200 ਜਗ੍ਹਾ ਹਨਾ। ਜੇ ਪੰਜਾਬ ਦੀ ਜੇ ਕਿਸੇ ਨੂੰ ਪਤਾ ਹੋਵੇ ਪੰਜਾਬ ਦੀ ਪੋਲਿਟਿਕਸ, ਪੰਜਾਬ ਦੇ ਵਿੱਚ 100 ਹਲਕਾ ਹੈਗਾ ਜਿਹੜਾ ਵਿਧਾਨ ਸਭਾ ਦਾ ਰੂਰਲ ਹਲਕਾ, ਯਾਨੀ ਕਿ ਇੱਕ ਹਲਕੇ ਦੇ ਵਿੱਚ 2-2 ਜਗ੍ਹਾ ਧਰਨੇ ਲੱਗੇ ਹੋਏ ਸੀਗੇ। ਤੇ ਉਹ ਧਰਨਿਆਂ ਦੇ ਰਾਹੀਂ ਜਿਹੜੇ ਬੰਦੇ ਆਰਗੇਨਾਈਜ਼ ਹੋਏ ਤੇ ਉਹੀ ਪੈਟਰਨ ਜਿਹੜਾ ਹੈਗਾ ਕਿ ਤੁਸੀਂ ਪੰਜਾਬ ਦੇ ਵਿੱਚ 200 ਇਸ ਤਰ੍ਹਾਂ ਦੇ ਖੁਦ ਮੁਖਤਿਆਰ, ਮੰਨ ਲਓ ਜੇ ਮੈਂ ਸਿੰਪਲ ਕਹਾਂ ਕਿ ਇਹਨਾਂ ਨੂੰ ਤੁਸੀਂ ਕਨਵਰਟ ਕਰਨਾ ਹੋਵੇ ਤੇ ਉੱਥੋਂ ਤੁਸੀਂ 200 ਉਸ ਤਰ੍ਹਾਂ ਦਾ ਜਥਾ ਬਣਾ ਸਕਦੇ ਆ ਜਿਹੜਾ ਆਪਣੇ ਹਲਕੇ ਦੇ ਬਹੁਤੇ ਫੈਸਲੇ ਜਿਹੜੇ ਹੈਗੇ ਆ ਉਹ ਲੈ ਸਕਦੇ। ਜਿਸ ਤਰੀਕੇ ਦੇ ਸਿੱਖਾਂ ਦੇ ਪਹਿਲਾਂ 18ਵੀਂ ਸਦੀ 'ਚ ਰਾਖੀ ਪ੍ਰਬੰਧ ਰਹੇ ਆ, ਉਸ ਤਰੀਕੇ ਦੀਆਂ ਸੰਭਾਵਨਾਵਾਂ ਹੈਗੀਆਂ ਨੇ। ਉਹ ਇਸ ਕਰਕੇ ਵੀ ਮੈਂ ਸੰਭਾਵਨਾਵਾਂ ਜ਼ਿਆਦਾ ਮੰਨਦਾ ਕਿ ਜਿਹੜੀ ਵਿਸ਼ਵਾਸਯੋਗਤਾ ਸੀਗੀ ਪੰਜਾਬ ਦੀ ਪੋਲੀਟੀਕਲ ਲੀਡਰਸ਼ਿਪ ਤੋਂ ਤੇ ਪੰਜਾਬ ਦੀਆਂ ਪੋਲੀਟੀਕਲ ਇੰਸਟੀਟਿਊਸ਼ਨਸ ਤੋਂ, ਉਹ ਵਿਸ਼ਵਾਸਯੋਗਤਾ ਨਹੀਂ ਰਹਿ ਗਈ ਹੁਣ ਇੱਥੇ ਕਿਸੇ ਦੀ। ਜਦੋਂ ਕਿਸੇ ਐਗਜ਼ਿਸਟਿੰਗ ਸਿਸਟਮ ਦੀ ਵਿਸ਼ਵਾਸਯੋਗਤਾ ਟੁੱਟ ਜਾਏ ਤਾਂ ਉਹ ਨਵੇਂ ਦੇ ਲਈ ਤਾਂ ਸਭ ਤੋਂ ਜ਼ਰੂਰੀ ਤੇ ਪਹਿਲਾ ਸਟੈਪ ਹੁੰਦਾ ਹਨਾ, ਉਹ ਹੋ ਗਿਆ ਹੋਇਆ। ਹੁਣ ਇੱਥੇ ਗਾਹਾਂ ਇਹ ਨੈਕਸਟ ਸਟੈਪ ਦੇ ਵਿੱਚ, ਨੈਕਸਟ ਲੈਵਲ ਦੇ ਵਿੱਚ ਇਹ ਖੁਦ ਮੁਖਤਿਆਰ ਜਥੇ ਕਿੱਦਾਂ ਬਣਨ, ਇਹਦੇ ਵਿੱਚ ਸਿੱਖੀ ਨੂੰ ਪ੍ਰਣਾਏ ਹੋਏ ਜਿਹੜੇ ਬੰਦੇ ਹੈਗੇ ਆ ਉਹਨਾਂ ਦੀ ਕਿੰਨੀ ਕਮਿਟਮੈਂਟ ਹੈ ਸਿੱਖੀ ਦੇ ਲਈ, ਉਹ ਕਿੰਨਾ ਹਾਰਡ ਵਰਕ ਕਰ ਸਕਦੇ ਆ, ਇਹ ਉਹਦੇ ਤੇ ਵੀ ਮਨਸਰ ਹੈਗਾ। ਲੋਕਾਂ ਦੇ ਵਿੱਚ ਇਹਦੀ ਸੰਭਾਵਨਾ ਹੈਗੀ ਹੈ। ਤਾਂ ਤੁਹਾਨੂੰ ਲੱਗਦਾ ਜਿਹੜਾ ਹੁਣ ਇਹ ਡੀਸੈਂਟਰਲਾਈਜ਼ਡ ਅਸੀਂ ਦੇਖ ਰਹੇ ਹਾਂ ਲੀਡਰਸ਼ਿਪ ਮਾਡਲ, ਇਹਦੇ ਵਿੱਚ ਆ ਸਕਦਾ ਆ, ਜਾਂ ਜਿੱਦਾਂ ਇੱਥੇ ਬਾਹਰ ਤੱਕ ਖਾਸ ਕਰਕੇ ਮੀਡੀਆ ਦੇ ਵਿੱਚ ਗੱਲ ਚੱਲਦੀ ਕਿ ਯੂਨੀਅਨ ਦੀ ਲੀਡਰਸ਼ਿਪ ਥੱਲੇ ਸਾਰਾ ਕੁਝ ਹੋ ਰਿਹਾ ਆ, ਤੁਹਾਨੂੰ ਲੱਗਦਾ ਕਿ ਯੂਨੀਅਨ ਲੀਡਰਸ਼ਿਪ ਇਸ ਲੈਵਲ ਦੇ ਉੱਤੇ ਪੋਲੀਟੀਕਲੀ ਆਰਗੇਨਾਈਜ਼ ਕਰ ਸਕਦੀ ਪਿੰਡਾਂ ਨੂੰ, ਜਾਂ ਇਹ ਸੰਗਤੀ ਰੂਪ ਦੇ ਵਿੱਚੋਂ ਆਪ ਪੈਦਾ ਹੋਊਗਾ? ਨਹੀਂ, ਯੂਨੀਅਨ ਦੀ ਲੀਡਰਸ਼ਿਪ ਦੀ ਨਹੀਂ ਇੱਕ ਕਪੈਸਿਟੀ ਹੈਗੀ। ਜਿਹੜਾ ਹੁਣ ਵੀ ਉੱਥੇ ਇਕੱਠ ਆਰਗੇਨਾਈਜ਼ਡ ਹੋਇਆ ਉਹ ਯੂਨੀਅਨ ਦੀ ਲੀਡਰਸ਼ਿਪ ਕਰਕੇ ਥੋੜੀ ਹੋਇਆ। ਮਤਲਬ ਮੈਂ ਆਪਣੇ ਇਲਾਕੇ ਦੀ ਗੱਲ ਕਰਦਾ, ਜਿਹੜਾ ਮੇਰੇ ਇਲਾਕੇ ਦੇ ਉੱਥੇ ਲੋਕ ਗਏ ਹੋਏ ਆ ਉਹ ਯੂਨੀਅਨ ਕਰਕੇ ਥੋੜੀ ਗਏ ਹੋਏ। ਉਹ ਤਾਂ ਜਿਹੜਾ ਸਾਡੇ ਇੱਥੇ ਇਲਾਕੇ ਦੇ ਵਿੱਚ ਇੱਕ ਧਰਨਾ ਲੱਗਿਆ ਹੋਇਆ ਸੀਗਾ, ਜਿਹੜੇ ਉੱਥੇ ਆਉਂਦੇ ਜਾਂਦੇ ਸੀਗੇ ਉਹ ਉਸ ਆਪਣੇ ਆਪ ਹੀ ਸੈਲਫ ਆਰਗੇਨਾਈਜ਼ਡ ਨੇ। ਉਹ ਸਾਰੇ ਉਹ ਯੂਨੀਅਨ ਦੇ ਕਿਸੇ ਐਫਰਟ ਕਰਕੇ ਨਹੀਂ ਹੈਗੇ ਆਰਗੇਨਾਈਜ਼, ਨਾ ਉਹਨਾਂ ਦੀ ਹੁਣ ਵੀ ਬੇਸ਼ੱਕ ਉਹ ਕਿਸਾਨੀ ਮਸਲੇ ਦੇ ਵਿੱਚ ਗਏ ਆ, ਚਾਹੇ ਉਹ ਫਲੈਗ ਯੂਨੀਅਨ ਦਾ ਹੀ ਆ, ਬਟ ਉਹਨਾਂ ਦੀ ਜਿਹੜੀ ਕਮਿਟਮੈਂਟ ਹੈਗੀ ਆ ਉਹ ਕੋਈ ਉਸ ਤਰ੍ਹਾਂ ਯੂਨੀਅਨ ਦੇ ਨਾਲ ਨਹੀਂ ਬਣ ਗਈ। ਹਰੇਕ ਹਲਕੇ ਦੇ ਲੋਕ ਸੈਲਫ ਆਰਗੇਨਾਈਜ਼ਡ ਹੋ ਕੇ ਗਏ ਆ ਤੇ ਜਾ ਰਹੇ ਆ ਉੱਥੇ ਜਾ ਕੇ। ਇਹਦੇ ਲਈ ਯੂਨੀਅਨ ਦੇ ਵਿੱਚੋਂ ਮੈਂ ਨਹੀਂ ਕਹਿੰਦਾ ਕਿ ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ, ਕੁਝ ਬੰਦੇ ਹੋਣਗੇ ਵੀ, ਜ਼ਿਆਦਾ ਬੰਦਿਆਂ ਦੇ ਕੋਲ ਇਸ ਤਰ੍ਹਾਂ ਦਾ ਪੋਲੀਟੀਕਲ ਵਿਜ਼ਨ ਹੈ ਨਹੀਂ ਯੂਨੀਅਨ ਵਾਲਿਆਂ ਦੇ ਕੋਲ, ਤੇ ਉਹ ਇਸ ਤਰੀਕੇ ਦੇ ਨਾਲ ਨੈਕਸਟ ਫੇਜ਼ ਦੀ ਜਿਹੜੀ ਪੋਲਿਟਿਕਸ ਹੈਗੀ ਉਹਦੇ ਲਈ ਕੋਈ ਆਪਣਾ ਰੋਲ ਨਿਭਾ ਸਕਣ। ਉਹਦੇ ਵਿੱਚੋਂ ਤਾਂ ਇਹ ਜੋ ਚੱਲ ਰਿਹਾ ਹੈਗਾ ਸਿਸਟਮ, ਇਹਦੇ ਵਿੱਚੋਂ ਹੀ ਬੰਦੇ ਇਵੋਲਵ ਹੋਣੇ ਆ, ਉਹ ਨਵੇਂ ਹੋਣੇ ਆ। ਉਹ ਜ਼ਰੂਰੀ ਨਹੀਂ ਕਿ ਯੂਨੀਅਨ ਦੇ ਵਿੱਚੋਂ ਹੀ ਹੋਣ। ਜੇ
ਯੂਨੀਅਨ ਦੇ ਵਿੱਚੋਂ ਹੋਊਗੇ ਵੀ ਤਾਂ ਉਹ ਯੂਨੀਅਨ ਦੇ ਜਿਹੜੇ ਡਿਸਟ੍ਰਿਕਟ ਲੈਵਲ ਦੇ ਜਾਂ ਡਿਸਟ੍ਰਿਕਟ ਲੈਵਲ ਤੋਂ ਥੱਲੇ ਲੈਵਲ ਵਾਲੇ ਬੰਦੇ ਹੈਗੇ ਆ ਉਹ ਹੋ ਸਕਦੇ। ਟੌਪ ਲੈਵਲ ਦੇ ਜਿਹੜੇ ਯੂਨੀਅਨ ਵਾਲੇ ਹੈਗੇ ਆ ਉਹਨਾਂ ਚੋਂ ਬਹੁਤਿਆਂ 'ਚ ਇੱਕ ਕੈਪੈਸਿਟੀ ਨਹੀਂ ਹੋਣੀ, ਇਹ ਨਵੇਂ ਬੰਦੇ ਹੋਣੇ। ਉਹ ਚਾਹੇ ਯੂਨੀਅਨ ਦੇ ਵਿੱਚੋਂ ਉਹਦੇ ਥੱਲੇ ਵਾਲੇ ਹਿੱਸਿਆਂ 'ਚ ਹੋਣ, ਚਾਹੇ ਆਮ ਸੰਗਤੀ ਰੂਪ ਜਿਹੜੇ ਆਮ ਸੈਲਫ ਆਰਗੇਨਾਈਜ਼ਡ ਹੋ ਕੇ ਉੱਥੇ ਬੈਠੇ ਆ, ਚਾਹੇ ਉਹਨਾਂ ਦੇ ਵਿੱਚੋਂ ਹੋਣ। ਦੇਖੋ ਯੂਨੀਅਨਾਂ ਦੇ ਸੰਬੰਧੀ ਇੱਕ ਗੱਲ ਮੰਨਣੀ ਚਾਹੀਦੀ ਆ, ਇਹ ਜਿਹੜੀਆਂ ਕਿਸਾਨ ਯੂਨੀਅਨਾਂ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਦੋ ਯੂਨੀਅਨ ਹੀ ਸੀਗੀਆਂ ਜਿਨ੍ਹਾਂ ਦਾ ਕਿਸੇ ਇੱਕ ਖਾਸ ਇਲਾਕੇ ਦੇ ਵਿੱਚ ਆਰਗੇਨਾਈਜ਼ਡ ਬੇਸ ਹੈਗਾ। ਬਾਕੀ ਸਾਰੇ ਲੋਕ ਤਾਂ ਆਪਣੇ ਆਪ ਹੀ ਗਏ ਹੋਏ ਨੇ। ਵੱਡਾ ਹਿੱਸਾ ਮਾਝੇ ਦੇ ਵਿੱਚ, ਦੁਆਬੇ ਦੇ ਵਿੱਚ, ਪੁਆਧ ਦੇ ਇਲਾਕੇ ਦੇ ਵਿੱਚ, ਇਹਨਾਂ ਇਲਾਕਿਆਂ ਦੇ ਵਿੱਚ ਤਾਂ ਯੂਨੀਅਨ ਦੀ ਕੋਈ ਬਹੁਤੀ ਪ੍ਰੈਜ਼ੈਂਸ ਸੀਗੀ ਹੀ ਨਹੀਂ। ਯੂਨੀਅਨ ਦੀ ਪ੍ਰੈਜ਼ੈਂਸ ਤਾਂ ਮਾਲਵੇ ਦੇ 4-5 ਜ਼ਿਲ੍ਹਿਆਂ ਦੇ ਵਿੱਚ ਸੀਗੀ। ਬਾਕੀ ਸਾਰੇ ਹਿੱਸੇ ਤਾਂ ਲੋਕ ਸੈਲਫ ਆਰਗੇਨਾਈਜ਼ਡ ਹੀ ਹੋ ਕੇ ਗਏ। ਉਹ ਠੀਕ ਹੈ ਵੀ ਝੰਡੇ ਬੇਸ਼ੱਕ ਯੂਨੀਅਨਾਂ ਦੇ ਹੈਗੇ ਆ। ਜਿਵੇਂ ਇੱਕ ਭਾਈ ਸਾਹਿਬ ਜੀ ਇੱਕ ਹੋਰ ਸਵਾਲ ਵੀ ਸੀਗਾ ਵੀ ਸ਼ੰਭੂ ਮੋਰਚੇ ਤੁਸੀਂ ਵੀ ਕੀਤੀ ਸੀ, ਉੱਥੇ ਖੁਦ ਮੁਖਤਿਆਰੀ ਦੀ ਗੱਲ ਹੁੰਦੀ ਸੀਗੀ, ਤਾਂ ਉਹ ਜਿਹੜਾ ਮਾਡਲ ਸੀ ਉਹਨਾਂ ਕੋਲ ਕੋਈ ਸਪੈਸੀਫਿਕ ਸੀਗਾ? ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਵੀ ਉਹ ਵੀ ਇਸੇ ਮਾਡਲ ਦੇ ਉੱਤੇ ਕੰਮ ਕਰਨਾ ਚਾਹੁੰਦੇ ਸੀ, ਜਿਵੇਂ ਜ਼ਮੀਨੀ ਪੱਧਰ ਤੋਂ ਥੱਲੇੋਂ ਤੁਸੀਂ ਗੱਲ ਕੀਤੀ ਵੀ ਛੋਟੇ ਛੋਟੇ ਜਥੇ ਬਣਾਉਣੇ ਚਾਹੀਦੇ ਆ, ਜਾਂ ਫਿਰ ਉਹਦਾ ਕੀ ਪੂਰਾ ਵਿਸਥਾਰ ਥੋੜਾ ਦੱਸੋਗੇ? ਨਹੀਂ, ਮੈਂ ਬੇਨਤੀ ਕੀਤੀ ਕਿ ਚਾਹੇ ਸ਼ੰਭੂ ਮੋਰਚੇ ਦੀ ਗੱਲ ਹੋਵੇ, ਚਾਹੇ ਕਿਸਾਨ ਯੂਨੀਅਨਾਂ ਦੀ ਮੋਰਚੇ ਦੀ ਗੱਲ ਹੋਵੇ, ਵੀ ਇੱਥੇ ਕੁਛ ਵੀ ਫਿਕਸਡ ਨਹੀਂ ਹੈਗਾ, ਸਭ ਕੁਝ ਇਵੋਲਵ ਹੋ ਰਿਹਾ ਹੈ। ਸਾਰਿਆਂ ਦੇ ਆਪੋ ਆਪਣੇ ਵਿਚਾਰ ਹੈ ਤੇ ਉਹ ਵਿਚਾਰ ਵੀ ਆਏ ਦਿਨ ਨਵੀਂ ਈਵੈਂਟ ਦੇ ਨਾਲ, ਜਿੰਨੀ ਤੇਜ਼ੀ ਦੇ ਨਾਲ ਈਵੈਂਟਸ ਘਟ ਰਹੀਆਂ ਉਹਦੇ ਨਾਲ ਹਰੇਕ ਬੰਦੇ ਦੀ ਜਿਹੜੀ ਥਿੰਕਿੰਗ ਹੈ, ਵਿਚਾਰ ਹੈ ਵੀ ਇਹ ਕਿੱਦਾਂ ਹੋ ਸਕਦਾ, ਉਹ ਇਵੋਲਵ ਹੀ ਹੋ ਰਹੀ ਹੈ ਨਾ। ਤੇ ਇਹਦੇ ਵਿੱਚ ਮੈਂ ਇਹ ਨਹੀਂ ਕਹਿ ਸਕਦਾ ਕਿ ਪਾਰਟਿਕੂਲਰਲੀ ਵੀ ਕਿਹਦਾ ਕਿੱਦਾਂ ਦਾ ਖਿਆਲ ਹੈ। ਤੋ ਇੱਥੇ ਹਰੇਕ ਦਾ ਆਪੋ ਆਪਣਾ ਖਿਆਲ ਹੈ ਤੇ ਲਾਗੂ ਉਹ ਹੋਣਾ ਹੈ ਜਿਹੜਾ ਖਿਆਲ ਸੰਗਤਾਂ ਨੂੰ ਲੱਗਿਆ ਵੀ ਇਹ ਲਾਗੂ ਹੋਣ ਯੋਗ ਹੈ। ਇਹ ਕੋਈ ਬੜਾ ਬੰਦਾ ਕੋਈ ਖਿਆਲ ਦੇਵੇ ਜਾਂ ਕੋਈ ਛੋਟਾ ਬੰਦਾ ਕੋਈ ਖਿਆਲ ਦੇਵੇ, ਇਹਦਾ ਮਾਇਨਾ ਨਹੀਂ ਰਹਿ ਗਿਆ। ਹੁਣ ਖਿਆਲ ਉਹੀ ਲਾਗੂ ਹੋਣਾ ਜਿਹੜਾ ਇਸ ਵੇਲੇ ਲੋਕਾਂ ਨੂੰ ਲੱਗੇ ਕਿ ਇਹ ਪੰਜਾਬ ਦੇ ਭਲੇ ਦਾ ਮੋਸਟ ਸੂਟੇਬਲ, ਉਹ ਆਪਣੇ ਆਪ ਹੀ ਲਾਗੂ ਹੋ ਜਾਣਾ, ਕਿਉਂਕਿ ਹਾਲਾਤ ਉਦਾਂ ਦੇ ਬਣੇ ਹੋਏ ਆ। ਹਾਲਾਤ ਬੜੇ ਡਿਫਰੈਂਟ ਹੈਗੇ ਆ ਤੇ ਉਹਦੇ ਵਿੱਚ ਕੋਈ ਬੰਦਾ ਕਿਆ ਕਹਿੰਦਾ ਉਹ ਬਹੁਤਾ ਮੈਟਰ ਨਹੀਂ ਕਰਦਾ। ਇੱਕ ਹੋਰ ਸੀਗਾ ਜੀ ਸਵਾਲ ਵੀ ਜਿੱਦਾਂ ਹੁਣ ਕਰੰਟਲੀ ਡੈਡਲੌਕ ਬਣਿਆ ਹੋਇਆ ਆਪਣਾ ਕਿਸਾਨਾਂ ਦਾ ਜਾਂ ਆਪਣੀ ਸੰਗਤ ਦਾ ਤੇ ਉਧਰ ਇੰਡੀਅਨ ਸਟੇਟ ਦਾ ਵੀ, ਤੇ ਉਹ ਆਪਦੇ ਤੇ ਜਿਵੇਂ ਹੁਣ ਕੱਲ ਮੋਦੀ ਦੀ ਸਟੇਟਮੈਂਟ ਵੀ ਆਈ ਸੀ ਕਿ ਉਹ ਤਾਂ ਹਜੇ ਉਹਨੂੰ ਜਿਵੇਂ ਹਜੇ ਉਹਦੇ ਗੁਣ ਹੀ ਗਾ ਰਿਹਾ ਹੈ ਨਾ, ਜੋ ਰਿਫਾਰਮਸ ਕਹਿ ਰਿਹਾ ਉਹਨਾਂ ਨੂੰ ਬਿੱਲਾਂ ਨੂੰ, ਤਾਂ ਆਪਣੀ ਤਾਂ ਸਾਰੀ ਸੰਗਤ ਦਾ ਹੁਣ ਮੰਨ ਲਓ ਜੀ ਆਵਾਜ਼ ਤਾਂ ਇੱਕੋ ਹੀ ਹੈ ਕਿ ਵੀ ਅਸੀਂ ਇਸ ਜੋ ਬਿੱਲਾਂ ਨੂੰ ਰੱਦ ਕਰਾਏ ਬਗੈਰ ਜਾਣਾ ਹੈ ਨਹੀਂ, ਤਾਂ ਮਤਲਬ ਇਹਦੇ ਵਿਚਾਲੇ ਵਾਲਾ ਕੋਈ ਰਾਸਤਾ ਵੀ ਹੋ ਸਕਦਾ ਜਾਂ ਫਿਰ ਇੱਕ ਦੀ ਜਿੱਤ ਹੀ ਹੋਊਗੀ ਇਹ? ਦੇਖੋ ਜੋ ਅਜੇ ਤੱਕ ਸਾਰਾ ਕੁਝ ਹੋਇਆ ਉਹ ਕਿਸੇ ਨੂੰ ਨਹੀਂ ਅੰਦਾਜ਼ਾ ਸੀਗਾ ਵੀ ਆਹ ਕੁਝ ਹੋਣਾ। ਇਹ ਤਾਂ ਇਹਦਾ ਉਹ ਕਬੀਰ ਜੀ ਕਹਿੰਦੇ ਨਾ, ਕਿਆ ਜਾਣੋ ਕਿਛ ਹਰ ਗਿਆ, ਇਹਦਾ ਪਤਾ ਨਹੀਂ ਮਹਾਰਾਜ ਨੇ ਕਿਆ ਕਰਨਾ। ਤੇ ਇਹਦੇ ਵਿੱਚ ਮਤਲਬ ਜੋ ਕੁਝ ਅਜੇ ਤੱਕ ਹੋਇਆ ਉਹਦੇ ਹਿਸਾਬ ਦੇ ਨਾਲ ਤਾਂ ਇਹੀ ਕਿਹਾ ਜਾ ਸਕਦਾ ਕਿ ਜੋ ਕੁਝ ਵੀ ਹੋਣਾ ਉਹ ਭਲੇ ਦਾ ਹੀ ਹੋਣਾ। ਇਹਦੇ ਵਿੱਚ ਜੋ ਵੀ ਨਤੀਜਾ ਇਹਦਾ ਨਿਕਲੇ, ਰਿਪਰੈਸ਼ਨ ਹੋਏ, ਬਿੱਲ ਵਾਪਸ ਹੋ ਜਾਣ, ਨਾ ਹੋ ਜਾਣ, ਕੁਛ ਵੀ ਇਹਦਾ ਹੋਏ, ਇਹਦੇ ਵਿੱਚੋਂ ਭਵਿੱਖ ਦੇ ਚੰਗੇ ਰਾਹ ਨਿਕਲਣੇ ਹੀ ਨਿਕਲਣੇ। ਇੱਥੇ ਤੁਸੀਂ ਥੋੜਾ ਜਿਹਾ ਐਕਸਪੈਂਡ ਕਰ ਦੋਗੇ, ਤੁਸੀਂ ਕਿੱਦਾਂ ਦੇ ਰਾਹ ਨਿਕਲਦੇ ਦਿਸਦੇ ਤੁਹਾਨੂੰ? ਦੇਖੋ ਮੈਂ ਇਹ ਕਹਿਣਾ, ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਸੋਸਾਇਟੀ ਆਪਣੇ ਨਵੇਂ ਰਾਹ ਉਦੋਂ ਲੱਭਦੀ ਆ ਜਦੋਂ ਜੋ ਚੱਲ ਰਿਹਾ ਐਗਜ਼ਿਸਟਿੰਗ ਹੁੰਦਾ ਉਹਦੇ ਤੋਂ ਉਹਦੀ ਵਿਸ਼ਵਾਸਯੋਗਤਾ ਨਾ ਰਹਿ ਜਾਏ, ਉਹਦੀ ਕ੍ਰੈਡੀਬਿਲਿਟੀ ਨਾ ਰਹਿ ਜਾਏ। ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਪੋਲੀਟੀਕਲ ਆਰਗੇਨਾਈਜੇਸ਼ਨ ਤੇ ਪੰਜਾਬ ਦੀ ਇੰਸਟੀਟਿਊਸ਼ਨ ਦੀ ਕੋਈ ਇੱਥੇ ਵਿਸ਼ਵਾਸਯੋਗਤਾ, ਕ੍ਰੈਡੀਬਿਲਿਟੀ ਨਹੀਂ ਰਹਿ ਗਈ, ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਮੋਦੀ ਪੇਸ਼ ਆ ਰਿਹਾ
ਉਸੇ ਤਰੀਕੇ ਦੇ ਨਾਲ ਉਹਨਾਂ ਦੀ ਵੀ ਜਿਹੜੀ ਵਿਸ਼ਵਾਸਯੋਗਤਾ ਤੇ ਕ੍ਰੈਡੀਬਿਲਿਟੀ ਇਹ ਸਾਰੇ ਮਸਲੇ ਜੋ ਖਤਮ ਹੋਣੀ, ਚਾਹੇ ਉਹ ਰਿਪਰੈਸ਼ਨ ਕਰਦਾ ਹੈ ਤੇ ਉਹਦੇ ਨਾਲ ਉਹ ਹੋਰ ਤੇਜ਼ੀ ਨਾਲ ਖਤਮ ਹੋ ਜਾਣੀ। ਤੇ ਜਦੋਂ ਕਿਸੇ ਇੱਕ ਐਗਜ਼ਿਸਟਿੰਗ ਸਿਸਟਮ ਦੀ ਕ੍ਰੈਡੀਬਿਲਿਟੀ ਖਤਮ ਹੋ ਜਾਏ, ਹਰ ਹਾਲ ਉਹਦੇ ਵਿੱਚੋਂ ਨਵੇਂ ਰਾਹ ਨਿਕਲਣੇ ਹੀ ਨਿਕਲਣੇ। ਜਿੱਦਾਂ ਇੱਕ ਭਾਈ ਸਾਹਿਬ ਦੀ ਹੋਰ ਸਵਾਲ ਹੈ ਵੀ ਜਿਵੇਂ ਸਰਕਾਰ ਕਿਸਾਨਾਂ ਨੂੰ ਹਰਾ ਦੇਣਾ ਚਾਹੁੰਦੀ ਹੈ, ਉਹ ਚਾਹੇ ਜੋ ਮਰਜ਼ੀ ਵਰਤੇ ਢੰਗ ਵਰਤੇ, ਚਾਹੇ ਛਲ ਕਰੇ, ਜਿਵੇਂ ਮਰਜ਼ੀ ਕਰੇ, ਤਾਂ ਜਿਵੇਂ ਹੁਣ ਉਹ ਆਪਣੀ ਪਰਜਾ ਜਾਣ ਕੇ ਕਾਹਤੋਂ ਨਹੀਂ ਕਿਸਾਨਾਂ ਦੀ ਗੱਲ ਮੰਨ ਲੈਂਦੀ ਜੀ? ਕਿਉਂਕਿ ਉਹ ਲੋਕਤੰਤਰ ਦੁਆਰਾ ਹੀ ਚੁਣੀ ਗਈ ਆ ਸਰਕਾਰ, ਜਾਂ ਫਿਰ ਇਹ ਮਹਾਰਾਜ ਨੇ ਕਲਾ ਵਰਤਾਈ ਆ, ਜਿਵੇਂ ਕਹਿੰਦੇ ਵੀ ਮੱਤ ਮਾਰਤੀ ਉਹਨਾਂ ਦੀ? ਇਹ ਦੇਖੋ, ਹੈ ਵੈਸੇ ਤਾਂ ਇਹ ਉਹਨਾਂ ਦੇ ਉੱਤਰ ਦੇਣ ਦਾ, ਆਪਣੇ ਦਾ ਉੱਤਰ ਦੇਣ ਦਾ ਹੈ ਨਹੀਂ, ਹਨਾ। ਮਤਲਬ ਬਟ ਜੇ ਆਪਾਂ ਇਹਨੂੰ ਫਿਰ ਵੀ ਆਪਣੇ ਸਮਝ ਦੇ ਦਾਇਰੇ ਦੇ ਨਾਲ ਇਹਦਾ ਉੱਤਰ ਦੇਣਾ ਹੋਏ, ਹਨਾ, ਵੀ ਇੰਡੀਆ ਦੇ ਵਿੱਚ ਇੰਡੀਆ ਦੀ ਸੋਸ਼ਲ ਸਟਰਕਚਰ ਵੀ ਇਸ ਤਰ੍ਹਾਂ ਦਾ ਰਿਹਾ, ਪੋਲਿਟਿਕਸ ਵੀ ਉਹਨਾਂ ਦੀ ਇਸ ਤਰੀਕੇ ਦੀ ਰਹੀ ਆ, ਹਨਾ। ਤੇ ਹੁਣ ਖਾਸ ਕਰ 91 ਤੋਂ ਬਾਅਦ ਜਦੋਂ ਲਿਬਰਲਾਈਜੇਸ਼ਨ ਆ ਗਈ ਆ, ਉਸ ਤੋਂ ਬਾਅਦ ਇਹਨਾਂ ਦੀ ਇਕਨੋਮਿਕ ਜਿਹੜੀ ਸਾਰੀ ਪੋਜੀਸ਼ਨਿੰਗ ਵੀ ਇਸ ਤਰ੍ਹਾਂ ਦੀ ਹੋ ਗਈ ਆ ਕਿ ਉਹ ਸਾਰੀ ਸੁਸਾਇਟੀ ਲਈ ਹੁੰਦੀ ਹੀ ਨਹੀਂ। ਉਹਦੇ ਵਿੱਚ ਸਾਰੀ ਸਦਾ ਹੀ ਉਹ ਸਮਾਜਿਕ ਤੌਰ ਤੇ ਵੀ ਇੱਕ ਥੋੜੇ ਹਿੱਸੇ ਦੇ ਨੂੰ ਹੀ ਉੱਪਰ ਰੱਖਣਾ ਚਾਹੁੰਦੇ ਹੁੰਦੇ ਆ, ਪੋਲੀਟੀਕਲੀ ਵੀ ਇੱਕ ਹਿੱਸੇ ਦੇ ਲਈ ਸਾਰੀ ਪੋਲਿਟਿਕਸ ਕਰਨਾ ਚਾਹੁੰਦੇ ਹੁੰਦੇ ਆ। ਤੇ ਹੁਣ ਉਹ ਅਰਥਚਾਰੇ ਦੇ ਤੌਰ ਤੇ ਵੀ ਇਸ ਤਰ੍ਹਾਂ ਦਾ ਸਾਰਾ ਆ ਗਿਆ ਕਿ ਇਕੱਲੇ ਕਾਰਪੋਰੇਟ ਨੂੰ ਹੀ ਫਾਇਦਾ ਦੇਣਾ ਚਾਹੁੰਦੇ ਆ ਨਾ। ਤੋ ਉਹ ਇਹਨਾਂ ਦੀ ਉਹ ਸੁਸਾਇਟੀ ਦੇ ਵਿੱਚ ਟ੍ਰੈਡੀਸ਼ਨ ਹੈ ਨਹੀਂ। ਜਿੱਦਾਂ ਮੈਂ ਪਹਿਲਾਂ ਕਿਹਾ ਨਾ ਵੀ ਆਪਣੀ ਸੁਸਾਇਟੀ ਜੇ ਸਾਡੀ ਟ੍ਰੈਡੀਸ਼ਨ ਹੀ ਇੱਦਾਂ ਦੀ ਹੈਗੀ ਆ ਕਿ ਅਸੀਂ ਇੱਕਦਮ ਜਾ ਕੇ ਉੱਥੇ ਇੱਕ ਦੂਜੇ ਦੇ ਨਾਲ ਸਹਿਯੋਗ ਕਰਕੇ ਭਾਈਚਾਰਾ ਬਣਾ ਕੇ ਇੰਨੇ ਲੱਖਾਂ ਬੰਦਿਆਂ ਨੇ ਫੌਜ ਤੋਂ ਵੀ ਵੱਧ ਐਫੀਸ਼ੀਐਂਸੀ ਦੇ ਨਾਲ ਉੱਥੇ ਸਿਸਟਮ ਬਣਾ ਲਏ, ਕਿਉਂਕਿ ਸਾਡੇ ਅੰਦਰ ਉਹ ਭਾਈਚਾਰਾ ਪਿਆ। ਉਹਨਾਂ ਦੇ ਅੰਦਰ ਸੁਸਾਇਟੀ ਦੇ ਵਿੱਚ ਭਾਈਚਾਰਾ ਨਹੀਂ ਪਿਆ, ਇਸ ਕਰਕੇ ਉਹ ਸਾਰਿਆਂ ਦੀ ਸੋਚ ਹੀ ਨਹੀਂ ਸਕਦੇ। ਸ਼ਾਇਦ ਉਹਨਾਂ ਦੀ ਇਸ ਤਰੀਕੇ ਨਾਲ ਕੋਈ ਟ੍ਰੈਡੀਸ਼ਨ ਚੋਂ ਹੀ ਨਹੀਂ ਆ ਰਹੀ ਗੱਲ ਕਿ ਉਹ ਸਾਰਿਆਂ ਲਈ ਸੋਚ ਲੈਣ, ਬਾਕੀਆਂ ਲਈ ਵੀ ਸੋਚ ਲੈਣ। ਵੀ ਜੀ ਇੱਕ ਹੋਰ ਸਵਾਲ ਆ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਫੈਡਰਲਿਜ਼ਮ ਦਾ ਢਾਂਚਾ ਆ ਉਹ ਟੁੱਟ ਰਿਹਾ ਜਾਂ ਟੁੱਟਣ ਵੱਲ ਜਾ ਰਿਹਾ ਆ। ਇੱਥੇ ਅਮਰੀਕਨ ਪੋਲਿਟਿਕਸ ਦਾ ਐਗਜ਼ਾਮਪਲ ਦਿੱਤਾ ਜਾਂਦਾ ਆ। ਜਿਹੜੀਆਂ ਰਿਪਬਲਿਕਨ ਸਟੇਟ ਆ ਉਹ ਚਾਹੁੰਦੇ ਆ ਕਿ ਜਿਹੜਾ ਅਮਰੀਕਨ ਮਾਡਲ ਬਣਿਆ ਉਹ ਫੇਲ ਹੋ ਜਾਵੇ। ਤਾਂ ਇੰਡੀਆ ਦੇ ਵਿੱਚ ਇਹ ਜਿਹੜਾ ਫੈਡਰਲ ਸਟਰਕਚਰ ਆ ਇਹ ਫੇਲ ਹੋਣ ਜਾ ਰਿਹਾ ਆ, ਟੁੱਟ ਜਾ ਰਿਹਾ ਆ ਕਿ ਇਹਨੂੰ ਅਸੀਂ ਤਿਆਰ ਹਾਂ ਜੋ ਇੱਦਾਂ ਦਾ ਮੌਕਾ ਪੈਦਾ ਹੁੰਦਾ ਆ ਕਿ ਅਸੀਂ ਉਸ ਮੌਕੇ ਨੂੰ ਸਾਂਭ ਸਕੀਏ, ਅਸੀਂ ਔਰਗਨਾਈਜ਼ ਕਰ ਸਕੀਏ। ਤਾਂ ਜਿਹੜੇ ਹੋਰ ਦੁਨਿਆਵੀ ਤਾਕਤਾਂ ਆਪਣੇ ਆਪ ਨੂੰ ਕਹਿੰਦੀਆਂ ਆ, ਅਸੀਂ ਉਹਨਾਂ ਦੇ ਨਾਲ ਇਨਫਲੂਐਂਸ ਬਣਾਉਣ ਯੋਗ ਹੈਗੇ ਆ। ਵੈਸੇ ਯੋਗਤਾ ਹੈਗੀ ਦੇਖੋ ਇੰਡੀਆ ਦੇ ਵਿੱਚ ਤਾਂ ਜਿਹੜਾ ਨਹੀਂ, ਯੋਗਤਾ ਤਾਂ ਹੈਗੀ ਹੈ। ਯੋਗਤਾ ਤਾਂ ਹੁਣ ਆਪਾਂ ਡੈਮੋਨਸਟ੍ਰੇਟ ਕਰ ਹੀ ਰਹੇ ਹਾਂ, ਯੋਗਤਾ ਤਾਂ ਡੈਮੋਨਸਟ੍ਰੇਟ ਕਰ ਹੀ ਰਹੇ ਹਾਂ। ਇੰਡੀਆ ਦੇ ਵਿੱਚ ਜਿਹੜਾ ਫੈਡਰਲ ਸਟਰਕਚਰ ਜਿਹੜਾ ਮਾੜਾ ਮੋਟਾ ਸੀਗਾ ਵੀ, ਉਹ ਤਾਂ ਉਹਨਾਂ ਨੇ ਬਹੁਤ ਟਾਈਮ ਤੋਂ ਹੀ ਮਤਲਬ ਇਫੈਕਟਿਵਲੀ ਪ੍ਰੈਕਟੀਕਲੀ ਨਹੀਂ ਚੱਲ ਰਿਹਾ ਸੀਗਾ, ਹਨਾ। ਪਿਛਲੇ ਕਿੰਨੇ ਟਾਈਮ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਲਗਾਤਾਰ ਉਹਨੂੰ ਉਹ ਸੈਂਟਰਲਾਈਜ਼ ਕਰ ਹੀ ਰਹੇ ਸੀਗੇ, ਹਨਾ। ਐਡਮਿਨਿਸਟ੍ਰੇਟਿਵ ਆਪਰੇਟਸ ਦੇ ਤੌਰ ਤੇ ਇੰਡੀਆ ਪਹਿਲਾਂ ਹੀ ਸੈਂਟਰਲਾਈਜ਼ ਸੀਗਾ, ਹਨਾ। ਤੇ ਪੋਲੀਟੀਕਲ ਥੋੜੇ ਬਹੁਤੇ ਰਾਈਟਸ ਸੀਗੇ, ਉਹ ਐਮਰਜੈਂਸੀ ਤੋਂ ਬਾਅਦ ਲਗਾਤਾਰ ਉਹ ਸਟੇਟ ਲੈ ਕੇ ਜਾ ਰਹੀ ਹੈ। ਤੇ ਇਕਨੋਮਿਕਲੀ ਵੀ, ਇਕਨੋਮਿਕ ਸੋਰਸਿਸ ਤੌਰ ਤੇ ਵੀ ਉਹਨਾਂ ਨੇ ਕਰ ਲਿਆ ਹੋਇਆ। ਪਰ ਉਹਦੇ ਉਲਟ ਇਹਦੀ ਜਿਹੜੀ ਪ੍ਰਤੀਕਿਰਿਆ ਵੀ ਉਹ ਵੀ ਤਾਂ ਹੁਣ ਉਨੀ ਸ਼ਾਰਪ ਹੋ ਰਹੀ ਨਾ ਇੰਡੀਆ ਦੇ ਵਿੱਚ। ਇੰਡੀਆ ਦੇ ਵਿੱਚ ਜਿਹੜੀਆਂ ਹੁਣ ਤੁਸੀਂ ਇੱਕ ਦੇਖੋ ਕਿ ਜਿਹੜਾ ਆਪਣੇ ਰਘੂਰਾਮ ਰਾਜਨ ਸੀਗੇ ਇੰਡੀਆ ਦੇ RBI ਦੇ, ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਆਏ ਨਾ, ਤੇ ਉਹ ਬੜੀ ਰੈਪੂਟੇਸ਼ਨ ਵਾਲੇ ਇਕਨੋਮਿਸਟ ਆ, ਦੁਨੀਆ ਜਾਣੇ ਜਾਂਦੇ ਆ। ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਵੀ ਇਹ ਜਿਹੜੇ ਐਗਰੀਕਲਚਰ ਰਿਫਾਰਮ ਬਿੱਲ ਹੈਗੇ ਇਹਨਾਂ ਬਾਰੇ ਤੁਹਾਡਾ ਕਿਆ ਵਿਊ ਆ, ਉਹਨੇ ਸਿੰਪਲ ਗੱਲ ਕਹੀ। ਉਹ ਕਹਿੰਦਾ ਸਮੱਸਿਆ ਸਿਰਫ ਇੰਨੀ ਆ ਕਿ ਇੰਡੀਆ ਹੁਣ ਸੈਂਟਰ ਤੋਂ ਗਵਰਨ ਨਹੀਂ ਕੀਤਾ ਜਾ ਸਕਦਾ। ਜੇ ਇੰਡੀਆ ਨੇ ਇਕੱਠਾ ਰਹਿਣਾ ਹੈ ਤਾਂ ਇੰਡੀਆ ਨੂੰ ਸਟੇਟਾਂ ਨੂੰ ਇੰਪਲੀਮੈਂਟੇਸ਼ਨ ਦੇ ਲਈ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਹੱਕ ਦੇਣੇ ਪੈਣੇ ਆ। ਬਸ ਬੁਨਿਆਦੀ ਨੁਕਤਾ ਇੰਨਾ ਹੀ ਆ, ਕਹਿੰਦਾ ਕਾਨੂੰਨ ਮਾੜਾ ਚੰਗਾ ਇਹ ਗੱਲ ਨਹੀਂ ਹੈ, ਕਾਨੂੰਨ ਸੈਂਟਰ ਬਣਾਏ ਇਹ ਨਹੀਂ ਚੱਲਣਾ। ਤਾਂ ਇੰਡੀਆ ਦੇ ਵਿੱਚ ਵੀ ਇੱਕ ਵੱਡਾ ਹਿੱਸਾ ਹੈਗਾ ਜਿਹੜਾ ਬਿਊਰੋਕ੍ਰੇਸੀ ਦੇ ਵਿੱਚ ਵੀ, ਅਕੈਡਮਿਕਸ ਦੇ ਵਿੱਚ ਵੀ। ਜੇ ਬਿਊਰੋਕ੍ਰੇਸੀ ਤੇ ਅਕੈਡਮਿਕਸ ਦੇ ਵਿੱਚ ਆ ਜਾਏ ਤਾਂ ਉਹ ਪੋਲਿਟਿਕਸ ਦੇ ਵਿੱਚ ਆ ਹੀ ਜਾਣਾ, ਹਨਾ। ਜਿਹੜਾ ਇਹ ਸੋਚ ਰਿਹਾ ਵੀ ਇਸ ਤਰੀਕੇ ਦੇ ਨਾਲ ਇੰਨਾ ਜ਼ਿਆਦਾ ਸੈਂਟਰਲਾਈਜੇਸ਼ਨ ਕਰਕੇ ਇੰਡੀਆ ਨਹੀਂ ਚੱਲ ਸਕਦਾ, ਇਹ ਬਹੁਤ ਜ਼ਿਆਦਾ
ਡਾਈਵਰਸ ਹੈਗਾ, ਬਹੁਤ ਵੱਡਾ ਹਿੱਸਾ ਹੈਗਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਭਿੰਨਤਾਵਾਂ ਤੇ ਅਸਮਾਨਤਾਵਾਂ ਹੈਗੀਆਂ। ਉਹ ਜੇ ਤਾਂ ਹੁਣ ਇੰਡੀਆ ਦੀ ਲੀਡਰਸ਼ਿਪ ਉਹਨੂੰ ਸਹੀ ਤਰੀਕੇ ਨਾਲ ਸਮਝ ਲਊਗੀ ਤਾਂ ਜ਼ਿਆਦੇ ਬੇਚੈਨੀ, ਜ਼ਿਆਦੇ ਸਟਰਗਲ, ਜ਼ਿਆਦੇ ਖੂਨ ਖਰਾਬੇ ਤੋਂ ਬਿਨਾਂ ਇਹ ਪਾਵਰਾਂ ਜਿਹੜੀਆਂ ਸੈਂਟਰ ਦੀਆਂ ਉਹ ਡਿਸਟ੍ਰੀਬਿਊਟ ਹੋ ਜਾਊਗੀਆਂ। ਜੇ ਉਹ ਨਹੀਂ ਸਮਝੂਗੀ ਫਿਰ ਉਹਦੇ ਵੱਖਰੇ ਰੂਪ ਹੋਊਗੇ। ਸੋ ਅਸੀਂ ਸਮਾਪਤੀ ਵੱਲ ਵੱਧ ਰਹੇ ਹਾਂ ਤਾਂ ਆਹ ਤੁਹਾਨੂੰ ਅਖੀਰਲਾ ਹੀ ਸਵਾਲ ਹੋਊਗਾ। ਸੋ ਅੱਗੇ ਤੁਰਦੇ ਹਾਂ ਕਿ ਜਿਹੜੇ ਆ ਹਿੱਸੇ ਪੰਥ ਦੇ ਪੰਜਾਬ ਤੋਂ ਬਾਹਰ ਵੱਸਦੇ ਆ, ਉਹਨਾਂ ਦਾ ਫੋਕਸ ਕੀ ਹੋਣਾ ਚਾਹੀਦਾ, ਤਾਂ ਉਹ ਜਿਹੜਾ ਸੰਘਰਸ਼ ਚੱਲ ਰਿਹਾ ਪੰਜਾਬ ਦੇ ਵਿੱਚ ਉਹਦੇ ਵਿੱਚ ਕਿੱਦਾਂ ਯੋਗਦਾਨ ਪਾ ਸਕਦੇ ਆ, ਤਾਂ ਕਿੱਦਾਂ ਸਹਾਇਤਾ ਦੇ ਸਕਦੇ ਆ, ਤਾਂ ਕਿੱਦਾਂ ਕੰਟਰੀਬਿਊਟ ਕਰ ਸਕਦੇ ਆ, ਜਿਹੜੇ ਤੁਸੀਂ ਪ੍ਰੋਜੈਕਟ ਦੀ ਗੱਲ ਕਰਦੇ ਆ ਕਿ ਇੱਕ ਨਵਾਂ ਫੋਰਮ ਦਾ ਪੋਲਿਟਿਕਸ ਪੈਦਾ ਹੋਵੇ। ਨਹੀਂ, ਇੱਕ ਤਾਂ ਵੈਸੇ ਤਾਂ ਜਿਹੜਾ ਬਾਹਰ ਵਾਲਾ ਸਿੱਖ ਹੈਗਾ ਹਨਾ, ਉਹ ਆਲਰੇਡੀ ਜਿਹੜੀ ਪੰਜਾਬ ਦੇ ਸਿੱਖਾਂ ਦੇ ਲੜਨ ਦੇ ਲਈ ਜ਼ਰੂਰੀ ਇੱਕ ਸੌਫਟ ਪਾਵਰ ਕ੍ਰੀਏਟ ਕਰਨੀ ਹੁੰਦੀ ਆ ਹਨਾ, ਉਹ ਕਰ ਹੀ ਰਿਹਾ ਹਨਾ। ਤੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਨੈਰੇਟਿਵ ਦੇ ਲੈਵਲ ਤੇ ਲੈ ਕੇ ਆਉਣ ਵਾਲੀਆਂ ਹਨਾ, ਕਈ ਚੀਜ਼ਾਂ ਜਿਹੜੀਆਂ ਚੀਜ਼ਾਂ ਸ਼ਾਇਦ ਇੱਥੇ ਉਸ ਤਰੀਕੇ ਦੇ ਨਾਲ ਇੰਡੀਅਨ ਸਟੇਟ ਦੇ ਵਿਦਨ ਰਹਿ ਕੇ ਸ਼ਾਇਦ ਆਪਣੇ ਕੋਲੋਂ ਨਹੀਂ ਹੋ ਸਕਦੀਆਂ ਹੋ ਪਾ ਰਹੀਆਂ ਹੋਣ ਹਨਾ। ਨੈਰੇਟਿਵ ਪੋਜ਼ਿਟਿਵ ਬਿਲਡ ਕਰਨਾ, ਜਿਹੜਾ ਸਿੱਖੀ ਦੇ ਆਈਡੀਏ ਤੋਂ ਬਿਲਡ ਕਰਨਾ ਹਨਾ, ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਰੋਲ ਜਿਹੜਾ ਹੈਗਾ ਉਹ ਬਾਹਰ ਵਾਲਿਆਂ ਦਾ ਬਣਦਾ। ਕਿ ਬਾਹਰ ਰਹਿ ਕੇ ਜਿਹੜੇ ਇੰਡੀਅਨ ਸਬ ਕੰਟੀਨੈਂਟ ਦੀਆਂ ਜਿਹੜੀਆਂ ਸਾਰੀਆਂ ਕੌਮਾਂ ਹੈਗੀਆਂ ਉਹਨਾਂ ਦੇ ਨਾਲ ਡਾਇਲੋਗ, ਜਿਹੜੀਆਂ ਬਾਕੀ ਇੰਟਰਨੈਸ਼ਨਲ ਇਨਫਲੂਐਂਸ ਵਾਲੇ ਮੁਲਕ ਹੈਗੇ ਆ ਜਾਂ ਇੰਟਰਨੈਸ਼ਨਲ ਇਨਫਲੂਐਂਸ ਵਾਲੀਆਂ ਕੌਮਾਂ ਆ ਉਹਨਾਂ ਦੇ ਨਾਲ ਡਾਇਲੋਗ, ਐਕਚੁਅਲੀ ਅਸੀਂ ਕਿਆ ਚਾਹੁੰਦੇ ਹਾਂ, ਤੇ ਉਹਦੇ ਵਿੱਚ ਸਭ ਤੋਂ ਵੱਡਾ ਪਾਰਟ ਬਣਦਾ ਆ। ਇੱਥੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਦਦ ਪੈਸੇ ਦੀ ਜਾਂ ਹੋਰ ਤਰੀਕੇ ਦੀ ਕੀਤੀ ਜਾਂਦੀ ਹੈ ਨਾ, ਉਹ ਠੀਕ ਹੈ, ਉਹਦੇ ਲਈ ਤਾਂ ਇੱਥੇ ਪੰਜਾਬ ਦੇ ਲੋਕ ਵੀ ਕਾਫੀ ਸਮਰੱਥ ਹੈਗੇ, ਉਹ ਕਰ ਲੈਂਦੇ। ਸਮਾਂ ਬਾਹਰੋਂ ਜਿਹੜੀ ਮਦਦ ਆਉਂਦੀ ਉਹ ਕਈ ਵਾਰ ਇੱਥੇ ਕਈ ਗੜਬੜਾਂ ਪੈਦਾ ਕਰ ਦਿੰਦੀ ਹੈ। ਉਹਦੀ ਬਜਾਏ ਜਿਹੜਾ ਵੱਧ ਫੋਕਸ ਹੈਗਾ ਆ ਕਿ ਉਹ ਆਈਡੀਏ ਦੇ ਪੱਧਰ ਦੇ ਉੱਤੇ ਤੁਸੀਂ ਬਾਕੀ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਉਹਨਾਂ ਨਾਲ ਕਿੰਨਾ ਕੁ ਇਫੈਕਟਿਵਲੀ ਤੇ ਐਕਟਿਵਲੀ ਇੰਗੇਜ ਕਰਕੇ ਆਪਣਾ ਆਈਡੀਆ ਲੈ ਕੇ ਜਾ ਸਕਦੇ ਹਨ, ਉਹ ਬਹੁਤ ਵੱਡਾ ਇੱਕ ਪਾਰਟ ਹੈਗਾ ਜਿਹੜਾ ਹੋ ਵੀ ਰਿਹਾ, ਮਤਲਬ ਹੋਰ ਜ਼ਿਆਦਾ ਕਰਨ ਦੀ ਲੋੜ ਹੈਗੀ। ਬਸ ਇੱਥੇ ਤਾਂ ਇੰਡੀਆ ਸਟੇਟ ਦੇ ਪ੍ਰੈਸ਼ਰ ਕਰਕੇ ਕਈ ਵਾਰ ਬਹੁਤ ਉਸ ਤਰ੍ਹਾਂ ਦਾ ਸਮੱਸਿਆ ਖੜ ਜਾਂਦੀ ਹੈ ਵੀ ਉਹ ਸਾਰੀਆਂ ਕਮਿਊਨਿਟੀਆਂ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਬਹੁਤ ਸਾਰੇ ਅੜਿੱਕੇ ਪਾ ਦਿੰਦੇ ਹੋ ਤੇ ਡਰਦੇ ਵੀ ਹੁੰਦੇ ਆ, ਉਹ ਬਾਹਰੋਂ ਬਹੁਤ ਸੌਖੀ ਹੋ ਸਕਦੀ ਹੈ। ਇਸ ਗੱਲ ਦੇ ਉੱਤੇ ਜਿੱਦਾਂ ਹੁਣ ਮੈਨੂੰ ਦੇਖਣ ਨੂੰ ਮਿਲਿਆ ਆ ਕਿ ਜਦੋਂ ਇੱਥੇ ਸਾਡੇ ਆਰਗੇਨਾਈਜੇਸ਼ਨ ਹੈਗੇ ਆ ਜਿਹੜੇ ਉਹ ਖੇਤਿਆਂ ਦੇ ਵਿੱਚ ਕੰਮ ਕਰਦੇ ਆ ਸਟੇਟ ਦੇ ਨਾਲ, ਜਦੋਂ ਗੱਲ ਕਰਦੇ ਆ ਕਿਸਾਨੀ ਅੰਦੋਲਨ ਦੀ, ਉਹਨੂੰ ਇੰਡੀਅਨ ਫਾਰਮਰਸ ਸਟਰਗਲ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾਂਦਾ ਆ। ਪਰ ਜਦੋਂ ਅਸੀਂ ਤਸਵੀਰਾਂ ਦੇਖਦੇ ਆ, ਤਸਵੀਰਾਂ ਦੇ ਵਿੱਚ ਤਾਂ ਸਿੱਖ ਹੀ ਹੁੰਦੇ ਆ, ਸਿੱਖਾਂ ਦੀ ਇਮੇਜਰੀ ਹੁੰਦੀ ਆ, ਇੰਟਰਵਿਊ ਵੀ ਸਿੱਖਾਂ ਦੇ ਨਾਲ ਹੀ ਹੁੰਦੇ ਆ। ਤਾਂ ਨੌਜਵਾਨ ਗੱਲ ਕਰਦੇ ਆ, ਉਹ ਕਹਿੰਦੇ ਕਿ ਇਹ ਪੰਜਾਬ ਦੀ ਮੂਵਮੈਂਟ ਆ, ਉਹਦੇ ਵਿੱਚ ਸਿੱਖੀ ਬਹੁਤ ਵੱਡਾ ਇੱਕ ਹਿੱਸਾ ਆ, ਸਿੱਖਾਂ ਵੱਲੋਂ ਪੁਸ਼ ਕੀਤਾ ਜਾ ਰਿਹਾ ਆ। ਸੋ ਗਰਾਊਂਡ ਲੈਵਲ ਦੇ ਉੱਤੇ ਗ੍ਰਾਸ ਰੂਟਸ ਦੇ ਵਿੱਚ ਨੈਰੇਟਿਵ ਡਿਫਰੈਂਟ ਆ। ਡਿਫਰੈਂਟ ਦੇ ਤੌਰ ਦੇ ਉੱਤੇ ਮੈਂ ਤਾਂ ਕਹੂੰਗਾ ਉਹ ਸਹੀ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਕਿ ਪੰਜਾਬ ਵੱਲੋਂ ਇਹ ਪੁਸ਼ ਆਈ ਆ, ਉਹਦੇ ਵਿੱਚ ਸਿੱਖੀ ਨੂੰ ਤੁਸੀਂ ਕੱਢ ਨਹੀਂ ਸਕਦੇ, ਹੋਰ ਵੀ ਸਟੇਟਾਂ ਸ਼ਾਮਲ ਆ, ਗੱਲ ਸਿਰਫ ਕਾਨੂੰਨਾਂ ਦੀ ਨਹੀਂ, ਬਹੁਤ ਵੱਡੀ ਗੱਲ ਆ। ਪਰ ਜਦੋਂ ਉਹ ਪੋਲੀਟੀਕਲ ਲੈਵਲ ਦੇ ਉੱਤੇ ਸਿੱਖ ਆਰਗੇਨਾਈਜੇਸ਼ਨ ਗੱਲ ਕਰਦੇ, ਉਹ ਸਟੇਟ ਦੇ ਬਣੇ ਹੋਈ ਨੈਰੇਟਿਵ ਤੋਂ ਬਾਹਰ ਜਾਣਾ ਪਸੰਦ ਨਹੀਂ ਕਰਦੇ। ਤਾਂ ਉਹਨਾਂ ਨੂੰ ਇੱਥੇ ਇੰਗਲੈਂਡ ਦੇ ਵਿੱਚ ਤਾਂ ਉਹ ਪ੍ਰੈਸ਼ਰ ਹੈ ਨਹੀਂ ਗਾ, ਨਾ ਉਹ ਸੇਮ ਇੰਡੀਆ ਤੇ ਇੰਗਲੈਂਡ ਦੇ ਵਿੱਚ ਬਹੁਤ ਫਰਕ ਆ, ਖਾਸ ਕਰਕੇ ਜਦੋਂ ਪੁਲਿਸਿੰਗ ਦੀ ਤਾਂ ਸਟੇਟ ਸਿਕਿਉਰਿਟੀ ਦੀਆਂ ਗੱਲਾਂ ਆਉਂਦੀਆਂ ਆ। ਸੋ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਨੂੰ ਕਿੱਦਾਂ ਚੈਲੰਜ ਕੀਤਾ ਜਾਵੇ, ਜਾਂ ਤੁਸੀਂ ਇਹਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਆ? ਨਹੀਂ, ਮੈਂ ਤਾਂ ਮਤਲਬ ਹੁਣ ਇੱਥੇ ਵੀ ਇਹੀ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਬੇਸ਼ੱਕ ਸਭ ਤੋਂ ਮੋਹਰੇ ਹੋ ਕੇ ਸਿੱਖ ਲੜ ਰਹੇ ਆ, ਬਟ ਸਿੱਖ ਇੱਥੇ ਸਾਰੇ ਇੰਡੀਆ ਦੇ ਲਈ ਲੜ ਰਹੇ ਆ। ਸਿੱਖ ਕੱਲੇ ਸਿੱਖ ਇੰਡੀਆ ਦੇ ਕਿਸਾਨਾਂ ਲਈ ਨਹੀਂ ਲੜ ਰਹੇ ਇਸ ਵਕਤ,
ਜੋ ਸਿੱਖ ਇਸ ਵੇਲੇ ਲੜ ਰਹੇ ਆ, ਜੋ ਸਿੱਖ ਜਿਸ ਤਰੀਕੇ ਨਾਲ ਚੁਣੌਤੀ ਦੇ ਰਹੇ ਆ, ਉਹਦੇ ਨਾਲ ਹਰੇਕ ਦਬਿਆ ਕੁਚਲਿਆ ਜਿਹੜਾ ਮਨੁੱਖ ਹੈਗਾ ਉਹ ਸੁੱਖ ਦਾ ਸਾਹ ਲੈ ਰਿਹਾ ਇੱਥੇ ਇਸ ਵਕਤ, ਰਿਲੀਵਡ ਮਹਿਸੂਸ ਕਰ ਰਿਹਾ। ਕੱਲਾ ਕਿਸਾਨ ਨਹੀਂ, ਇੰਡੀਆ ਦਾ ਹਰੇਕ ਮਨੁੱਖ ਜਿਹੜਾ ਇਸ ਸੈਂਟਰਲਾਈਜੇਸ਼ਨ ਵਾਲੀ ਜਿਹੜੀ ਵਿਪਰ ਬਿਰਤੀ ਆ ਉਹਦੇ ਖਿਲਾਫ ਹੈ। ਇਸ ਕਰਕੇ ਇਨਡਾਇਰੈਕਟਲੀ ਫਾਈਟ ਇਹ ਸਾਰੇ ਹੀ ਇੱਥੇ ਦੱਬੇ ਕੁਚਲੇ ਲੋਕ ਦੀ ਆ। ਕਹਿਣਾ ਆਪਾਂ ਨੂੰ ਇਹ ਚਾਹੀਦਾ ਕਿ ਅਸੀਂ ਇੰਡੀਆ ਦੇ ਹਰੇਕ ਦਬੜੇ ਕੁਚਲੇ ਦੀ ਫਾਈਟ ਸਿੱਖ ਲੜ ਰਿਹਾ। ਤੋਂ ਬਾਹਰ ਤਾਂ ਮੈਨੂੰ ਲੱਗਦਾ ਨਹੀਂ ਹੈ ਵੀ ਕਿਉਂ ਇਸ ਤਰੀਕੇ ਦੀਆਂ ਬਾਹਰ ਵਾਲੀਆਂ ਆਪਣੀਆਂ ਆਰਗੇਨਾਈਜੇਸ਼ਨਾਂ ਤਾਂ ਕੋਈ ਸਮੱਸਿਆ ਨਹੀਂ ਹੈ ਇਹ ਗੱਲ ਇਸ ਤਰ੍ਹਾਂ ਪੇਸ਼ ਕਰਨ ਦੇ। ਜੋ ਉਹ ਹੁਣ ਬਾਹਰ ਵਾਲੇ ਬੰਦੇ ਜ਼ਿਆਦਾ ਬਿਹਤਰ ਦੱਸ ਸਕਦੇ ਆ ਵੀ ਉਹਨਾਂ ਦੀਆਂ ਕਿਉਂ ਨਹੀਂ ਉਹ ਏਦਾਂ ਕਰ ਪਾ ਰਹੇ, ਕਿਆ ਸਮੱਸਿਆ ਕਿਆ ਹੈ। ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ ਤਾਂ ਵਿਚਾਰ ਸਾਂਝੇ ਕੀਤੇ ਆ। ਤਾਂ ਜੋ ਵੀ ਸੁਣ ਰਹੇ ਆ ਉਹਨਾਂ ਦਾ ਵੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਪੰਥ ਪੰਜਾਬ ਪ੍ਰੋਜੈਕਟ ਰਾਹੀਂ ਅਸੀਂ ਹੋਰ ਡਿਸਕਸ਼ਨਾਂ ਲੈ ਕੇ ਆਉਂਗੇ। ਤਾਂ ਪਲੀਜ਼ panthpunjab.org ਦੇ ਉੱਤੇ ਜਾ ਕੇ ਜਿਹੜਾ ਮੇਲਿੰਗ ਲਿਸਟ ਆ ਉੱਤੇ ਆਪਣਾ ਈਮੇਲ ਭਰ ਦਿਓ ਕਿ ਅਸੀਂ ਫਿਰ ਉਹਦੇ ਨਾਲ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਾਂ। ਸੋਸ਼ਲ ਮੀਡੀਆ ਦਾ ਕੰਮ ਥੋੜ੍ਹਾ ਜਿਹਾ ਅਨਰਿਲਾਇਬਲ ਜਿਹਾ ਹੈਗਾ, ਸਾਰਿਆਂ ਦੇ ਸਾਹਮਣੇ ਹੀ ਆ। ਉਹ ਥੋੜ੍ਹਾ ਟਾਈਮ ਹੀ ਰਹਿਣਾ, ਸੋਸ਼ਲ ਮੀਡੀਆ ਅਕਾਊਂਟ ਜਿੰਨੇ ਲੱਭਦੇ ਆ ਉਹ ਬੰਦ ਕਰਦੇ ਰਹਿੰਦੇ ਆ। ਸੋ ਪਲੀਜ਼ ਵੈਬਸਾਈਟ 'ਤੇ ਜਾ ਕੇ ਆਪਣੀ ਈਮੇਲ ਜ਼ਰੂਰ ਭਰ ਦਿਓ, ਤਾਂ ਅਸੀਂ ਤੁਹਾਨੂੰ ਇਨਫੋਰਮ ਕਰਦੇ ਰਹੋਗੇ ਜਦੋਂ ਅਗਲੀ ਡਿਸਕਸ਼ਨ ਹੋਊਗੀ। ਤਾਂ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਜ਼ਿਆਦਾ ਧੰਨਵਾਦ ਵੀਰ ਜੀ, ਤੁਹਾਡਾ ਵੀ ਧੰਨਵਾਦ। ਫਤਿਹ ਬੁਲਾ ਕੇ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।